कि लोगों ने इन्हों भी ਜਿਹੜੇ किसान लीडर ने इन्होंने राजनीति 'ਚ आउण ਦੀ ਜਿਹੜੀ ਗੱਲ ਕੀਤੀ ਆ ਲੋਕਾਂ ਨੇ ਇਹਨਾਂ ਨੂੰ ਵੀ ਦਰਕਿਨਾਰ ਕਰ ਦੇਣਾ ਜਿੱਦਾਂ ਕਿ ਦੂਜੀਆਂ ਪਾਰਟੀਆਂ ਨੂੰ ਕੀਤਾ। ਗੱਲ ਤੁਹਾਡੀ ਸਹੀ ਹੈ ਵੀ ਜੇ ਉਦੋਂ ਕਹਿੰਦੇ ਲੋਕ ਜੁੜਦੇ ਨਾ ਇਹਨਾਂ ਨਾਲ ਜੁੜਦੇ ਨੂੰ ਤਾਂ ਮੋਰਚਾ ਜਿੱਤਿਆ ਨਹੀਂ ਜਾਣਾ ਸੀ। ਠੀਕ ਹੈ। ਦੂਜੀ ਗੱਲ ਸਿਆਸਤ ਨੂੰ ਪਰਾਂ ਰੱਖਣਾ ਜ਼ਰੂਰੀ ਸੀ। ਜੇ ਪਰਾਂ ਨਾ ਰੱਖਦੇ ਸਿਆਸਤ ਨੇ ਤਾਂ ਇਹਨਾਂ ਨੂੰ ਪੰਗਾ ਇਹੋ ਜਿਹਾ ਪਾ ਦੇਣਾ ਸੀ ਜਿਹਨਾਂ ਮੁੜ ਕੇ ਮੋਰਚਾ ਜਿੱਤਿਆ ਨਹੀਂ ਜਾਣਾ ਸੀ। ਫਿਰ ਇਹਨਾਂ ਨੂੰ ਇਹ ਸਟੈਪ ਲੈਣ ਦੀ ਕੀ ਲੋੜ ਪਈ? ਸਟੈਪ ਦਵਾਇਆ ਇਹਨਾਂ ਨੇ ਸੁਣ ਲਿਆ। ਉਹ ਸੂਬੇ ਨੇ ਵੀ ਕਿਹਾ ਸੀ ਬੱਚਿਆਂ ਨੂੰ ਵੀ ਤੁਸੀਂ ਐਸ਼ ਕਰੋਗੇ ਫਲਾਣਾ। ਉਹ ਕਹਿੰਦੇ ਹੁਣ ਕੀ ਅਸੀਂ ਐਸ਼ ਨਹੀਂ ਕਰਦੇ, ਅਸੀਂ ਨਹੀਂ ਕਰਨੀ ਤੁਹਾਡੇ ਵਾਲੀ ਐਸ਼, ਅਸੀਂ ਆਪਦੇ ਵਾਲੀ ਐਸ਼ ਕਰਨੀ ਹੈ। ਸੋ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਇੱਜ਼ਤ ਕਿਹੜੀ ਗਲਤ ਹੈ ਤੇ ਉਹ ਇੱਜ਼ਤ ਕਿਹਨੇ ਤੋੜੀ ਹੈ? ਉਹ ਬੀਜੇਪੀ। ਇਹ ਮੈਂ ਤੁਹਾਨੂੰ ਅੱਜ ਵੀ ਕਹਿ ਦੇਣਾ, ਇਹ ਗੇਮ ਬੀਜੇਪੀ ਦੀ ਹੈ। ਇਹ ਤਾਂ ਕਿਹਾ ਜਾ ਰਿਹਾ ਕਿ ਬਲਵੀਰ ਸਿੰਘ ਰਾਜੇਵਾਲ ਸ਼ੁਰੂ ਤੋਂ ਹੀ ਲੈ ਕੇ ਬੀਜੇਪੀ ਦੇ ਸੰਪਰਕ ਸੀ ਤੇ ਹੁਣ ਬੀਜੇਪੀ ਨੇ ਤਾਂ ਹੀ ਉਹਨਾਂ ਦੀ ਕੋਈ ਚਿੱਠੀ ਲੀਕ ਕੀਤੀ ਹੈ। ਦੇਖੋ ਗੱਲ ਇਹ ਹੈ, ਉਹ ਚਿੱਠੀ ਦਾ ਤਾਂ ਜਿੱਥੋਂ ਤੱਕ ਸਵਾਲ ਹੈ, ਉਹ ਚਿੱਠੀ ਬੀਜੇਪੀ ਨੇ ਤਾਂ ਲੀਕ ਕਰਨੀ ਸੀ। ਉਹ ਤਾਂ ਇਹਨਾਂ ਨੇ ਚਰਚਾ ਕਰੀ ਵੀ ਸੀ। ਉਹ ਤਾਂ ਬਲਦੇਵ ਸਿੰਘ ਸਿਰਸਾ ਦਾ ਬਿਆਨ ਆ ਗਿਆ ਪੂਰਾ ਕਿ ਜੀ ਐਂ ਸਾਡੇ 'ਚ ਡਿਸਕਸ ਹੋਈ ਸੀ 12 ਕਿ 13 ਜਥੇਬੰਦੀਆਂ 'ਚ 9 ਉਲਟ ਹੋ ਗਏ। 4 ਦੇ ਨਾਮ ਵੀ ਦੱਸੇ ਉਹਨੇ ਵੀ ਆਹ 4 ਸੀਗੇ ਜਿਹੜੇ ਕਹਿੰਦੇ ਸੀ ਇਹ ਠੀਕ ਆ। ਉਹਨਾਂ 'ਚ ਰਾਜੇਵਾਲ ਸਾਹਿਬ ਵੀ ਸੀਗੇ। ਰਾਜਨੀਤੀ नहीं माड़ी पर राजनीति ਨੂੰ ਇੰਨਾ ਕੁ ਗੰਦਲਾ ਕਰਤਾ ਜੀ। ਹੁਣ ਮੇਰੇ ਵਰਗਾ ਆਮ ਬੰਦਾ ਵੀ ਸੋਚਦਾ ਕੋਈ ਚਿੱਟੇ ਕੁੜਤੇ ਪਜਾਮੇ ਵਾਲੇ ਨੀਲੀ ਪੱਗ ਵਾਲੇ ਨੂੰ ਦੇਖਦਾ, ਅਗਲਾ ਕਹਿੰਦਾ ਇਹ ਲੀਡਰ ਹੈ ਤਾਂ ਮਾੜਾ ਹੀ ਹੋਣਾ ਜੀ। ਦੇਖੋ ਦੁਨੀਆ ਰਾਜਨੀਤੀ ਤੋਂ ਬਿਨਾਂ ਚੱਲਦੀ ਹੀ ਨਹੀਂ। ਰਾਜਨੀਤੀ ਬਹੁਤ ਪਵਿੱਤਰ ਗੇਮ ਹੈ, ਪਰ ਜੇ ਉਹਨੂੰ ਤੁਸੀਂ ਗੰਦਲਾ ਕਰ ਦੋਗੇ ਫਿਰ ਪਵਿੱਤਰ ਨਹੀਂ ਨਾ ਰਹੀ। ਗੰਗਾ ਮਈਆ ਦਾ ਪਾਣੀ ਅੱਜ ਗੰਦਾ ਹੋ ਗਿਆ ਨਾ। ਸਿਆਸਤ ਬਹੁਤ ਉੱਚੀ ਚੀਜ਼ ਹੈ, ਪਰ ਸਾਡੀ ਸਿਆਸਤ ਗੰਦਲੀ ਹੋ ਗਈ। ਇਹ ਤਾਂ ਪਰਿਵਾਰਵਾਦ, ਵਪਾਰਵਾਦ ਤੇ ਹਜ਼ੂਰੀਵਾਦ ਜੀ ਹਜ਼ੂਰੀ ਇਸ 'ਚ ਰਹੇਗੀ। ਇੱਕ ਪਾਰਟੀ ਇਹੀ ਹੈ ਜਿਹਦਾ ਆ ਕੇ ਦਿੱਲੀ ਦਾ ਲੀਡਰ ਆ ਕੇ ਦੱਸਦਾ ਵੀ ਇਹ ਸਕੂਲ ਬੜੇ ਮਾੜੇ ਨੇ ਜੀ, ਇਹ ਹਸਪਤਾਲ ਬੜੇ ਮਾੜੇ ਨੇ ਜੀ, ਅਸੀਂ ਤੁਹਾਨੂੰ ਆਹ ਦੇ ਦਾਂਗੇ। ਇੱਥੇ ਦੇ ਲੀਡਰ ਨੂੰ ਕੋਈ ਉਹਨਾਂ ਦੇ ਨੂੰ ਪੁੱਛਦਾ ਹੀ ਨਹੀਂ, ਹਾਲਾਂਕਿ ਉਹ ਇੱਦਾਂ ਕੀ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰ ਚਹਿਲ ਤੇ ਤੁਸੀਂ ਦੇਖ ਰਹੇ ਹੋ ਦ ਸਟੋਰੀ ਟੀਵੀ। 2022 ਦੀਆਂ ਵਿਧਾਨ ਸਭਾ ਚੋਣਾਂ ਜਿਉਂ ਨੇੜੇ ਆ ਰਹੀਆਂ ਨੇ ਤਿਉਂ ਜਿਹੜਾ ਸਿਆਸੀ ਦੰਗਲ ਆ ਉਹ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਜੇ ਹੁਣ ਗੱਲ ਕਰੀਏ, ਪਹਿਲਾਂ ਸੀ ਕਿ ਚੋਣਾਂ ਹੋ ਜਾਣੀਆਂ ਨੇ, ਪਰ ਹੁਣ ਤਾਂ ਓਮਿਕਰੋਨ ਵੇਰੀਐਂਟ ਦੇ ਕਰਕੇ ਇਹ ਵੀ ਸਾਹਮਣੇ ਆ ਰਿਹਾ ਕਿ ਚੋਣਾਂ ਜਿਹੜੀਆਂ ਸਥਗਿਤ ਹੋ ਸਕਦੀਆਂ ਨੇ। ਜੇ ਸਥਗਿਤ ਹੋਣਗੀਆਂ ਤਾਂ ਰਾਸ਼ਟਰਪਤੀ ਰਾਜ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਓਬਵੀਅਸ ਜੀ ਗੱਲ ਹੈ ਲਾਗੂ ਹੋ ਜਾਣਾ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਅੱਜ ਡਾਕਟਰ ਪਿਆਰੇ ਲਾਲ ਗਰਗ ਜੀ, ਜੋ ਇੱਕ ਬਿਹਤਰ ਸਿਆਸੀ ਮਾਹਿਰ ਨੇ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹਨਾਂ ਦਾ ਕੀ ਕਹਿਣਾ ਇਹਨਾਂ ਸਭਨਾਂ ਚੀਜ਼ਾਂ ਦੇ ਬਾਰੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦਾ ਸਟੋਰੀ ਟੀਵੀ ਤੇ ਜੀ। ਜੇ ਆਪਾਂ ਗੱਲ ਕਰੀਏ ਚੋਣਾਂ ਨੂੰ ਲੈ ਕੇ ਜੀ, 2022 ਦੀਆਂ ਚੋਣਾਂ ਦੇਖੋ ਪਹਿਲਾਂ ਵੀ ਮਾਹੌਲ ਭਖਦਾ ਹੁੰਦਾ ਸੀ, ਪਰ ਇਸ ਵਾਰ ਜਿਹੜੇ ਸਮੀਕਰਨ ਕੁਝ ਹੋਰ ਨੇ, ਬਹੁਤ ਹੀ ਹੱਦ ਤੱਕ ਜਿਹੜੀ ਅੱਗ ਹੈ ਉਹ ਜਾ ਚੁੱਕੀ ਹੈ। ਤੁਹਾਡਾ ਕੀ ਕਹਿਣਾ ਇਹ ਸਭ ਦੇ ਬਾਰੇ ਜੀ? ਦੇਖੋ ਗੱਲ ਇਹ ਹੈ ਵੀ ਇਸ ਵਾਰੀ ਚੋਣਾਂ ਜਿਹੜੀਆਂ ਨੇ, ਤੁਸੀਂ ਠੀਕ ਕਿਹਾ ਕਿ ਇਸ ਵਾਰੀ ਕੋਈ ਹੋਰ ਉਹਦਾ ਰੂਪ ਹੈ। ਉਹਦਾ ਰੂਪ ਹੋਰ ਹੋਣ ਦਾ ਵੱਡਾ ਕਾਰਨ ਸਾਨੂੰ ਪਤਾ ਵੀ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸਟਰਗਲ ਸੀ ਉਸਨੇ ਇਹਦਾ ਜਿਹੜਾ ਤੌਰ ਤਰੀਕਾ ਬਦਲਿਆ। ਉਹ ਬਦਲਾਅ ਦੇ ਜਿਹੜੀਆਂ 5 ਰਾਜਾਂ 'ਚ ਚੋਣਾਂ ਹੋ ਰਹੀਆਂ ਨੇ, 5 ਰਾਜਾਂ 'ਚ ਉਹਦਾ ਪ੍ਰਭਾਵ ਹੈ। ਖਾਸ ਕਰਕੇ ਆਹ 3 'ਚ ਤਾਂ ਬਹੁਤ ਹੀ ਜ਼ਿਆਦਾ ਹੈ। ਅਤੇ ਉਸ ਪ੍ਰਭਾਵ ਤੋਂ ਜਿਹੜਾ ਹੈਗਾ ਬੀਜੇਪੀ ਡਰੀ ਹੋਈ ਹੈ। ਬੀਜੇਪੀ ਆਈਸੋਲੇਟ ਹੋਈ ਹੈ ਲੋਕਾਂ 'ਚੋਂ। ਉਹ ਜਿੰਨਾ ਮਰਜ਼ੀ ਜ਼ੋਰ ਲਾ ਲਏ, ਇੱਧਰੀਆਂ ਪਾਰਟੀਆਂ ਉੱਧਰ ਜਿਹਨੂੰ ਮਰਜ਼ੀ ਲਈ ਜਾਂਦੀ ਹੈ, ਪਰ ਉਹਦੀ ਉਹ ਜਿਹੜੀ ਜਿੱਡੀ ਵੱਡੀ ਉਹਦੀ ਪਹਿਲਾਂ ਧਾਕ ਜਮੀ ਹੋਈ ਸੀ ਵੀ ਇਹੀ ਹੈ ਜੀ, ਹੋਰ ਕੋਈ ਹੈ ਨਹੀਂ, ਉਹ ਧਾਕ ਟੁੱਟ ਚੁੱਕੀ। ਉਹ ਜ਼ੋਰ ਲਾ ਲਏ, ਜੋੜ ਤੋੜ ਕਹਿੰਦੇ ਰਹਿਮਨ ਡੋਰੀ ਪ੍ਰੇਮ ਕੀ ਮਤੋੜੋ ਚਟਕਾਏ, ਟੂਟੇ ਸੇ ਫਿਰ ਮਿਲੇ ਨਹੀਂ, ਮਿਲੇ ਗਾਂਠ ਫੜ ਜਾਏ। ਇਹਨਾਂ ਨੇ ਲੋਕਾਂ ਨਾਲ ਆਪਦੀ ਉਹ ਪ੍ਰੇਮ ਦੀ ਡੋਰੀ ਤੋੜ ਲਈ ਜਿਹੜਾ ਮਾੜਾ ਮੋਟਾ ਹੈਗਾ ਵੀ ਸੀ। ਅਤੇ ਹੁਣ ਜਿੰਨਾ ਮਰਜ਼ੀ ਜੋੜਨ ਦੀ ਕੋਸ਼ਿਸ਼ ਕਰ ਲੈਣ। ਸੋ ਇਸ ਕਰਕੇ ਇੱਕ ਤਾਂ ਇਹ ਹੈ ਵੀ ਅੱਜ ਬੀਜੇਪੀ ਦੀ ਐਫਰਟ ਹੋਏਗੀ ਕੋਈ ਨਾ ਕੋਈ ਬਹਾਨਾ ਲਾ ਕੇ, ਜਿਵੇਂ ਤੁਸੀਂ ਗਿਆ ਹੈ ਕਰੋਨਾ ਦੀ ਗੱਲ, ਕਰੋਨਾ ਦਾ ਬਹਾਨਾ ਲਾ ਕੇ ਕਰਨਗੇ। ਉਹਦੇ ਵਾਸਤੇ ਇਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਵੀ ਕਰਤੀਆਂ। ਉੱਤਰਾਖੰਡ 'ਚ 3 ਐਪਲੀਕੇਸ਼ਨ 4 ਪੈ ਗਏ ਕਿ ਜੀ ਚੋਣਾਂ ਬੰਦ ਹੋਣ। ਇਹਨਾਂ ਦੇ ਬੰਦੇ ਪਾਉਂਦੇ ਨੇ ਕਿਉਂਕਿ ਯੂਪੀ 'ਚ ਹਾਰ ਰਹੇ ਨੇ, ਸਭ ਨੂੰ ਦਿਖਦਾ। ਖਾਲੀ ਕੁਰਸੀਆਂ ਪਈਆਂ ਹੁੰਦੀਆਂ, ਮੋਦੀ ਸਾਹਿਬ ਦੀ ਰੈਲੀ ਨਹੀਂ ਸੁਣਨ ਆਉਂਦੇ ਲੋਕ। ਹੁਣ ਇਹਨੇ ਕਹਿੰਦਾ ਅਸੀਂ ਵਰਚੁਅਲ, ਅੱਜ ਇਹਨਾਂ ਦਾ ਬਿਆਨ ਆ ਗਿਆ ਸੀ ਤਾਂ ਵਰਚੁਅਲ ਰੈਲੀਆਂ ਕਰਿਆ ਕਰਾਂਗੇ। ਮਤਲਬ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਵੀ ਕਰੋਨਾ ਫੈਲ ਰਿਹਾ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਕੁਐਸਚਨ ਕਿਉਂ ਮਾਰਕ ਹੁੰਦਾ ਹੈ। ਇਹ ਹਰ ਚੀਜ਼ ਨੂੰ ਈਵਨ ECI ਨੂੰ ਆਪਦੇ ਤਰੀਕੇ ਨਾਲ ਦੇਖਦੇ ਨੇ। ਜਦ ਸਾਨੂੰ ਪਤਾ ਸੀ ਕਰੋਨਾ ਦਾ ਡਰ ਸੀਗਾ ਕਿ ਜਨਵਰੀ ਫਰਵਰੀ ਮਾਰਚ 'ਚ ਆ ਸਕਦਾ, ਫਰਵਰੀ ਮਾਰਚ 'ਚ, ਜੇ ਇਹ 1998 ਦੇ ਵਿੱਚ ECI 5 ਮਹੀਨੇ ਪਹਿਲਾਂ ਪੰਜਾਬ ਦੀ ਚੋਣ ਕਰਾ ਸਕਦਾ। 5 ਮਹੀਨੇ ਪਹਿਲਾਂ ਚੋਣ ਹੋਈ ਸੀ, ਰਜਿੰਦਰ ਕੌਰ ਭੱਠਲ ਸੀਗੇ CM, ਅਤੇ ਫਿਰ ਹੁਣ 2 ਮਹੀਨੇ ਪਹਿਲਾਂ ਕਿਉਂ ਨਾ ਕਰਾ ਲਈ?
ਅਜੇ ਤੱਕ ਕੋਡ ਵੀ ਨਹੀਂ ਲਾਇਆ, ਅਜੇ ਤੱਕ ਡਿਕਲੇਅਰ ਨਹੀਂ ਕਰਿਆ, ਕਿਉਂਕਿ ਹਰੇਕ ਸਾਰੀਆਂ ਪਾਰਟੀਆਂ ਦਾ ਇਹ ਹਿੱਤ ਹੈ। ਜਿਹੜੀ ਰਾਜ ਕਰਦੀ ਪਾਰਟੀ ਉਹ ਕਹਿੰਦਾ ਚੱਲ ਅਸੀਂ ਲੋਕਾਂ ਨੂੰ ਕੁਛ ਨਾ ਦੇ ਕੇ ਭਲਾਵਾਂਗੇ। ਪੰਜਾਬ 'ਚ ਕਾਂਗਰਸ ਹੈ, ਯੂਪੀ ਦੇ ਵਿੱਚ ਇਹ, ਤੇ ਉੱਤਰਾਖੰਡ ਦੇ ਵਿੱਚ ਬੀਜੇਪੀ ਵਾਲੇ ਨੇ। ਉਹ ਕਹਿੰਦੇ ਅਸੀਂ ਲੋਕਾਂ ਨੂੰ ਭਲਾਵਾਂਗੇ ਪੈਸੇ ਪੂਸੇ ਦੇ ਕੇ, ਜੋ ਵੀ ਕਰਕੇ, ਲਾਲਚ ਦੇ ਕੇ। ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਕਹਿੰਦੇ ਅਸੀਂ ਵਾਅਦੇ ਕਰਕੇ ਭਲਾਵਾਂਗੇ। ਜਿਹੜੀਆਂ ਵਿਰੋਧੀ ਨੇ ਘੱਟ ਉਹ ਵੀ ਨਹੀਂ, ਉਹ ਕਹਿੰਦੇ ਵਾਅਦੇ ਕਰੀ ਜਾਵਾਂਗੇ ਅਸੀਂ ਵੀ ਚੰਗਾ ਸੀ, ਆਹ ਦੇ ਦਾਂਗੇ, ਉਹ ਦੇ ਦਾਂਗੇ। ਤੁਹਾਡੇ ਸਾਹਮਣੇ ਪੰਜਾਬ 'ਚ ਰੋਜ਼ ਹੀ ਪਟਾਲੀ ਖੁੱਲ੍ਹਦੀ ਹੈ। ਤੇ ਇਸ ਕਰਕੇ ਸਾਰੀਆਂ ਦਾ ਹਿੱਤ ਇਹ ਸੀ ਵੀ ਚੋਣਾਂ ਲੇਟ ਹੋਣ। ਉਹ ਲੇਟ 'ਚ ਕਿਸੇ ਨੇ, ਜਿਵੇਂ ਇਸੇ ਤੋਂ ਮੈਂ ਕਹਿਣਾ ਵੀ ਸਾਡੇ ਕਿਉਂ ਨਹੀਂ ਮੁਲਕ ਚੱਲ ਸਕਦਾ, ਕਿਉਂ ਅਸੀਂ ਚੋਣਾਂ ਦੇ ਉੱਤੇ ਜਿਹੜੀ ਅਸੀਂ ਆਦਤ ਆਸ ਰੱਖਦੇ ਹਾਂ, ਜੇ ਉਹਨਾਂ 'ਚ ਇੰਨਾ ਕਲੀਅਰ ਨਹੀਂ ਅੱਜ ਤੋਂ 4 ਮਹੀਨੇ ਪਹਿਲਾਂ ਆ ਗਿਆ ਸੀ ਕਿ ਸੰਭਾਵਨਾ ਹੈ, ਪੱਕਾ ਨਹੀਂ ਕਹਿ ਸਕਦੇ ਸੀ ਵੀ ਫਰਵਰੀ ਮਾਰਚ 'ਚ ਕਰੋਨਾ ਬਹੁਤ ਵੱਧ ਸਕਦਾ ਹੈ। ਦੁਨੀਆ ਦੇ ਵਿੱਚ ਕੱਲ੍ਹ ਵੀ 6 ਲੱਖ ਕੇਸ ਆਏ ਸੀ, 6.5 ਲੱਖ, ਅੱਜ ਵੀ 6.5 ਲੱਖ ਆਇਆ। ਇੰਗਲੈਂਡ ਦੇ ਵਿੱਚ ਹਰ ਰੋਜ਼ ਲੱਖ ਤੋਂ ਉੱਪਰ ਕੇਸ ਆ ਰਹੇ ਨੇ। ਇੰਗਲੈਂਡ 'ਚ, ਫਰਾਂਸ 'ਚ, ਬ੍ਰਾਜ਼ੀਲ 'ਚ ਮੈਕਸੀਮਮ ਕੇਸ ਆ ਰਹੇ ਨੇ। ਜਿਹੜੇ ਪੱਛਮੀ ਮੁਲਕ ਨੇ ਉਹਨਾਂ 'ਚ ਹਜ਼ਾਰਾਂ 'ਚ ਆ ਹੀ ਰਹੇ ਨੇ, 10-10 ਹਜ਼ਾਰਾਂ 'ਚ, ਕਿਤੇ 20,000, ਕਿਤੇ 25,000, ਕਿਤੇ 50,000। ਸੋ ਜੇ ਇੰਨੇ ਕੇਸ ਆ ਰਹੇ ਨੇ, ਇੰਡੀਆ 'ਚ ਤਾਂ ਅਜੇ ਕੋਈ ਖਾਸ ਗੱਲ ਨਹੀਂ। ਅੱਜ 13,000 ਕੇਸ ਆਇਆ ਇੰਡੀਆ 'ਚ। 13,000 ਕੇਸ ਆਉਣਾ, ਜਦ ਕਿ ਇੰਡੀਆ ਦੀ ਤਾਂ ਆਬਾਦੀ ਹੋਈ 5ਵਾਂ ਹਿੱਸਾ ਦੁਨੀਆ ਦੀ ਟੋਟਲ ਦਾ। ਸੋ 13,000 ਕੋਈ ਖਾਸ ਗੱਲ ਨਹੀਂ ਜੇ ਦੁਨੀਆ 'ਚ 6 ਲੱਖ 6.5 ਲੱਖ ਹੈ। ਦੂਜੀ ਗੱਲ ਇਹ ਵੀ ਹੈ ਇਹਦੇ 'ਚ ਵੀ ਜਦ ਕਰੋਨਾ ਬੰਗਾਲ ਦੀ ਚੋਣ ਹੋਈ ਉਦੋਂ ਵੀ ਕਰੋਨਾ ਸੀਗਾ, ਅਤੇ ਉਦੋਂ ਤਾਂ ਇਹਨਾਂ ਨੇ ਕਰੋਨਾ ਦੀ ਪਰਵਾਹ ਨਹੀਂ ਕਰੀ। ਜਦ ਕੁੰਭ ਦਾ ਮੇਲਾ ਕਰਿਆ ਉਦੋਂ ਤਾਂ ਕਰੋਨਾ ਹੈ ਹੀ ਬਹੁਤ ਜ਼ਿਆਦਾ ਸੀ। ਸੈਕਿੰਡ ਵੇਵ ਨੇ ਤਾਂ ਲੋਕਾਂ ਨੂੰ ਇੰਨੀਆਂ, ਉਹ ਜਿਹੜੀ ਹੈਗੀ ਸੀ ਸ਼ਵ ਨਹੀਂ ਗੰਗਾ ਲਿਖੇ ਹੀ ਉਸੇ ਗੱਲ 'ਤੇ ਗਿਆ ਸੀ। ਇੰਨੇ ਸ਼ਵ ਬਹਿ ਰਹੇ ਸੀ ਗੰਗਾ 'ਚ, ਲੋਕਾਂ ਦੇ ਕੋਲੇ ਦੱਬਣ ਨੂੰ ਜਾਂ ਸਾੜਨ ਨੂੰ ਪੈਸਾ ਨਹੀਂ ਸੀ ਜਾਂ ਜਗ੍ਹਾ ਨਹੀਂ ਸੀ। ਸੋ ਇਹਦਾ ਮਤਲਬ ਇਹ ਹੋਇਆ ਵੀ ਕਰੋਨਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਵੀ ਆਪਣੇ ਆਪ 'ਚ ਚੋਣਾਂ ਨੂੰ ਰੋਕਣ ਵਾਲਾ। ਕਰੋਨਾ ਇੱਕ ਬਹਾਨਾ ਹੈ। ਉਹ ਬਹਾਨਾ ਲਾ ਕੇ ਇੱਥੇ ਪੰਜਾਬ ਯੂਨੀਵਰਸਿਟੀ ਚੋਣਾਂ ਬੀਜੇਪੀ ਨੇ ਜਾਣ ਬੁੱਝ ਕੇ ਪੋਸਟਪੋਨ ਕਰੀਆਂ। ਬੰਗਾਲ ਦੀ ਚੋਣ ਹੋ ਸਕਦੀ ਹੈ, ਪੰਜਾਬ ਯੂਨੀਵਰਸਿਟੀ ਨਹੀਂ ਹੋ ਸਕਦੀ, ਹੱਦ ਹੈ। ਫਿਰ ਹੁਣ ਉਹ ਚੋਣ ਹੋ ਗਈ, ਹੁਣ ਉਹ ਨੋਟੀਫਾਈ ਨਹੀਂ ਕਰ ਰਹੇ। ਕਦੇ ਕੋਈ ਬਹਾਨਾ ਲਾ ਦਿੰਦੇ ਨੇ, ਕਦੇ ਕੋਈ, ਜਦ ਕਿ ਉਹ 15 ਦਿਨ 'ਚ ਨੋਟੀਫਾਈ ਕਰਨਾ ਚਾਹੀਦਾ ਸੀ। ਕਿਉਂਕਿ ਉਹ ਚਾਹੁੰਦੇ ਨਹੀਂ, ਉਹ ਜਿੱਤ ਗਏ ਉਹਨਾਂ ਦੇ ਵਿਰੋਧੀ। ਜੇ ਬੀਜੇਪੀ ਜਿੱਤ ਜਾਂਦੀ ਤਾਂ ਨੋਟੀਫਾਈ ਹੋ ਜਾਣੀ ਸੀ, ਫਿਰ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਬੀਜੇਪੀ ਹਾਰ ਗਈ ਉਹਦੇ 'ਚ। 6 ਸੀਟਾਂ 6 ਦੀਆਂ 6 ਬੀਜੇਪੀ ਲੂਜ਼ ਕਰ ਗਈ। ਇਹ ਸਾਰੀ ਪਾਰਟੀ ਨੇ ਜ਼ੋਰ ਲਾ ਲਿਆ ਅਤੇ ਹੁਣ ਉਹ ਨੋਟੀਫਾਈ ਨਹੀਂ ਕਰ ਰਹੇ। ਉਹ ਕਹਿੰਦੇ ਵੀ ਇਹ ਤਾਂ ਕੰਮ ਖਰਾਬ ਹੋ ਗਿਆ। ਮੇਰੇ ਕੋਲ ਪਟੀਸ਼ਨ ਪਿਆ ਲੋਕਾਂ ਦਾ ਆਇਆ ਹੋਇਆ, ਅਤੇ ਮੈਂ ਵੀ ਉਹਦੇ 'ਚ ਵੋਟਰ ਸੀ। ਡੀਨ ਹੋਣ ਦੇ ਨਾਤੇ ਮੈਂ ਮੈਡੀਕਲ ਫੈਕਲਟੀ ਦਾ ਮੈਂਬਰ ਹਾਂ, ਅਤੇ ਮੈਂ ਫਾਰਮਰ ਡੀਨ ਹਾਂ। ਪਿਛਲੇ ਸਾਲ ਮੇਰੀ ਟਰਮ ਖਤਮ ਹੋਈ ਹੈ ਡੀਨ ਦੀ। ਸੋ ਇਸ ਕਰਕੇ ਇਹ ਜਿਹੜੀ ਤੌਰ ਤਰੀਕਾ ਪੰਜਾਬ ਦੀਆਂ ਚੋਣਾਂ ਦਾ ਜਾਂ ਬਾਕੀ ਸੂਬਿਆਂ ਦੇ ਚੋਣਾਂ ਦਾ ਚੱਲ ਰਿਹਾ ਹੈ, ਇਹ 'ਚ ਜਿਹੜੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਉਹਨਾਂ ਨੂੰ ਖਦਸ਼ਾ ਠੀਕ ਸੱਚਾ ਹੈਗਾ। ਪਰ ਉਸੇ ਵਕਤ ਇਹ ਵੀ ਗੱਲ ਜ਼ਰੂਰ ਹੈ ਵੀ ਵਿਰੋਧੀ ਪਾਰਟੀਆਂ ਨੇ ਵੀ ਕੋਈ ਸਰਕਾਰ 'ਤੇ ਦਬਾਅ ਨਹੀਂ ਪਾਇਆ ਪਹਿਲਾਂ ਈਸੀ 'ਤੇ ਕਿ ਭਾਈ ਪਹਿਲਾਂ ਚੋਣ ਕਰਾ ਲਓ। ਜੇ ਸਾਨੂੰ ਡਰ ਹੈ ਵੀ ਅੱਗੇ ਕੋਈ ਆਫਤ ਆਉਣੀ ਹੈ, ਉਦੋਂ ਪਹਿਲਾਂ ਉਹਦੀ ਪੇਸ਼ਬੰਦੀ ਕਰ ਲਓ ਨਾ। ਚੋਣਾਂ ਤਾਂ 5 ਸਾਲ ਬਾਅਦ ਹੋਣੀਆਂ ਨੇ, ਇੱਕ ਵਾਰੀ ਚੋਣਾਂ ਕਰਾ ਲਓ, ਦੱਸੋ ਕੀ ਹੈ, ਕਿੰਨਾ ਕੁ ਪ੍ਰੋਸੈਸ ਲੱਗਦਾ। ਸੋ ਤੁਸੀਂ ਸਾਰੇ ਇਕੱਠੇ ਹੋਵੋ ਇਸ ਗੱਲ 'ਤੇ, ਇਹ ਤਾਂ ਸੋਚਣਾ ਨਹੀਂ, ਕਿਉਂਕਿ ਸਾਰੇ ਆਪਦੇ ਤੰਗ ਨਜ਼ਰੀਏ ਦੇ ਜਿਹੜੇ ਉਹਨਾਂ ਦੇ ਹਿੱਤ ਨੇ, ਉਹ ਹਿੱਤ ਕੀ ਨੇ? ਚੋਣ ਜਿੱਤਣਾ, ਹੋਰ ਕੋਈ ਹਿੱਤ ਨਹੀਂ। ਮੈਨੂੰ ਕੋਈ ਸਿਆਸੀ ਪਾਰਟੀ ਇਹ ਦੱਸੇ ਵੀ ਅਸੀਂ ਚੋਣ ਜਿੱਤ ਕੇ ਸੱਚੀ ਮੁੱਚੀ ਪੰਜਾਬ ਨੂੰ ਅੱਗੇ ਲੈ ਕੇ ਜਾਂਦੇ ਹਾਂ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਅਧਿਕਾਰ ਪਹਿਲਾਂ UPA ਸਰਕਾਰ ਖੋਹਦੀ ਆਈ, ਫਿਰ NDA ਨੇ ਖੋਹੇ ਨੇ। ਬਸ ਇੰਨਾ ਹੀ ਫਰਕ ਹੈ ਵੀ NDA ਨੇ ਬਹੁਤਾ ਤੇਜ਼ ਚਲਾਤਾ ਆਪਦਾ ਘੋੜਾ, ਹਰ ਇੱਕ ਚੀਜ਼ ਖੋਹੀ। ਇਹ ਕੋਈ ਪਾਰਟੀ ਅੱਜ ਮੰਗ ਕਰ ਰਹੀ ਹੈ ਵੀ ਸਾਡੇ ਹੱਕ ਦਿਓ, ਇੱਕ ਵੀ, ਪਰ ਹੁਣ ਵੀ ਇਹਨਾਂ ਦਾ ਮੈਨੀਫੈਸਟੋ ਦਿਖਾ ਦਿਓ। ਫਿਰ ਜੇ ਸਾਡੇ ਕੋਲ ਹੱਕ ਹੀ ਨਹੀਂ ਹੋਣਗੇ, ਆ ਕੁਰਸੀ ਤੁਹਾਡੇ ਕੋਲ ਹੈ ਹੀ ਨਹੀਂ ਬੈਠਣ ਨੂੰ, ਤੁਸੀਂ ਲੋਕਾਂ ਨੂੰ ਕਹੀ ਜਾਓ ਮੈਂ ਤੁਹਾਨੂੰ ਕੁਰਸੀ ਦਿਓ, ਕੁਰਸੀ ਤਾਂ ਤੁਹਾਡੇ ਕੋਲ ਆਪ ਕੋਲ ਨਹੀਂ ਹੈ, ਦਿਓਗੇ ਕਿੱਥੋਂ? ਸੋ ਇਸ ਕਰਕੇ ਜੇ ਤੁਹਾਡੇ ਕੋਲ ਹੱਕ ਹੀ ਕੋਈ ਨਹੀਂ, ਸਿੱਖਿਆ ਦਾ ਹੱਕ ਤੁਹਾਡੇ ਕੋਲ ਨਹੀਂ, ਸਿਹਤ ਦਾ ਹੱਕ ਤੁਹਾਡੇ ਕੋਲ ਨਹੀਂ, ਖੇਤੀ ਦਾ ਹੱਕ ਤੁਹਾਡਾ ਬਿੱਲਾਂ ਰਾਹੀਂ ਖੋੜਿਆ, ਬਿੱਲ ਵਾਪਸ ਲੈ ਲਏ ਪਰ ਉਹ ਹੱਕ ਤਾਂ ਨਹੀਂ ਵਾਪਸ ਦਿੱਤਾ ਅਜੇ, ਅਤੇ GST ਲਾ ਕੇ ਤੁਹਾਡਾ ਟੈਕਸ ਵੀ ਖੋੜਿਆ, ਸੜਕ ਦਾ ਕਾਨੂੰਨ ਬਣਾ ਕੇ ਸਰਫੇਸ ਟਰਾਂਸਪੋਰਟ ਦਾ ਉਹ ਥੋੜ੍ਹਾ ਜਿਹੜਾ RC ਬਣਾਉਂਦੇ ਸੀ ਡਰਾਈਵਿੰਗ ਲਾਇਸੈਂਸ ਉਹ ਵੀ ਖੋੜਿਆ, ਜੰਗਲਾਤ ਦਾ ਖੋੜਿਆ, ਬਿਜਲੀ ਦਾ ਕਾਨੂੰਨ ਬਣਾ ਕੇ ਬਿਜਲੀ ਦਾ ਹੱਕ ਖੋੜਿਆ, ਪਾਣੀ ਦਾ ਕਾਨੂੰਨ ਬਣਾ ਕੇ ਪਾਣੀ ਦਾ ਹੱਕ ਖੋੜਿਆ, ਅਤੇ ਬੀਜ ਦਾ ਕਾਨੂੰਨ 2019 ਬੀਜ 2019 ਉਹ ਖੋ ਕੇ ਤੁਹਾਡਾ ਉਹ ਖੋੜਿਆ। ਫਿਰ ਤੁਹਾਡੇ ਕੋਲ ਰਿਹਾ ਕੀ ਹੈ? ਰਿਹਾ ਤਾਂ ਤੁਹਾਡੇ ਕੋਲ ਕੁਛ ਨਹੀਂ। ਤੁਸੀਂ ਕਹਿੰਦੇ ਸੀ ਲੋਕਾਂ ਨੂੰ ਰਾਹਤ ਦੇਵਾਂਗੇ, ਕਿਵੇਂ ਦੇਵੋਗੇ ਰਾਹਤ ਭਾਈ? ਖੇਤੀ ਦੇ ਤਾਂ ਫੈਸਲੇ ਉਹ ਕਰਨੇ ਨੇ, MSP ਉਹਨਾਂ ਨੇ ਤੈਅ ਕਰਨੀ ਹੈ, ਯੂਰੀਆ ਦਾ ਰੇਟ ਉਹਨਾਂ ਨੇ ਤੈਅ ਕਰਨਾ ਹੈ, ਜਿਹੜਾ ਇਹ ਨਾਈਟ੍ਰੋਜਨਸ ਹੈਗੇ ਨੇ NPK ਉਹਦਾ ਰੇਟ ਉਹਨਾਂ ਨੇ ਤੈਅ ਕਰਨਾ ਹੈ, ਡਾਈ ਅਮੋਨੀਆ ਦਾ ਰੇਟ ਉਹਨਾਂ ਨੇ ਤੈਅ ਕਰਨਾ ਹੈ, ਬੀਜਾਂ ਦਾ ਰੇਟ ਉਹਨਾਂ ਨੇ ਤੈਅ ਕਰਨਾ ਹੈ। ਅਤੇ ਫਿਰ ਤੁਸੀਂ ਕੀ ਫੈਸਲਾ ਕਰੋਗੇ?
ਤੁਸੀਂ ਖੇਤੀ ਨੂੰ ਕਿਵੇਂ ਦਿਓਗੇ? ਜੀ ਇਹ ਵੀ ਗੱਲ ਹੈ। ਤੁਸੀਂ ਤਾਂ ਮਾੜੇ ਮੋਟੇ 4 ਰੁਪਏ ਆਪਦੇ ਕੋਲੋਂ ਰਾਹਤ ਦੇ ਸਕਦੇ ਹੋ ਵੱਧ ਤੋਂ ਵੱਧ, ਬਾਕੀ ਤਾਂ ਫੈਸਲੇ ਤਾਂ ਉਹਨਾਂ ਨੇ ਕਰਨੇ। ਖਰਾਬੇ ਦਾ ਜੇ ਫਸਲ ਦਾ ਖਰਾਬਾ ਹੋ ਜਾਏ ਉਹਦਾ ਫੈਸਲਾ ਵੀ ਉਹ ਕਰਦੇ ਨੇ। ਆਫਤਾਂ ਦਾ ਫੰਡ ਬਣਿਆ ਹੋਇਆ ਹੈ, ਜੀ ਉਹ ਹੈਗਾ ਇੱਕ ਨੈਸ਼ਨਲ ਰਿਲੀਫ ਫੰਡ, ਜੀ NDRF ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ, ਇਹਨੇ ਸਟੇਟ ਡਿਜ਼ਾਸਟਰ ਰਿਲੀਫ ਫੰਡ ਹੈ। ਜੀ ਉਹ ਦੋਹਾਂ ਦੇ ਉੱਤੇ ਕੇਂਦਰ ਦਾ ਕੰਟਰੋਲ ਹੈ। ਸੂਬਿਆਂ ਵਾਲੇ ਤੇ ਵੀ ਕੇਂਦਰ ਦਾ ਕੰਟਰੋਲ ਹੈ। ਕੇਂਦਰ ਕਹਿੰਦਾ ਯੂਜ਼ ਕਰੋ, ਆ ਕਰੋਨਾ 'ਚ ਹੀ ਹੋਇਆ। ਜੀ ਸੋ ਜਦ ਤੁਹਾਡੇ ਕੋਲੇ ਜਿਹੜਾ ਪੈਸਾ ਤੁਸੀਂ ਵੀ ਪਾਇਆ ਇਕੱਠਾ ਹੋਇਆ, ਉਹਦਾ ਵੀ ਤੁਹਾਡੇ ਕੋਲ ਅਧਿਕਾਰ ਨਹੀਂ, ਤੁਸੀਂ ਲੋਕਾਂ ਨੂੰ ਕਰੋਗੇ ਕੀ? ਜੀ ਹੁਣ ਦੂਜਾ ਪਾਸਾ ਲੈ ਲਓ, ਖੇਤੀ ਛੱਡ ਦਿਓ, ਤੁਸੀਂ ਕਹਿੰਦੇ ਅਸੀਂ ਸਿੱਖਿਆ 'ਤੇ ਕਰਾਂਗੇ। ਸਿੱਖਿਆ ਦੇ ਵਿੱਚ ਕਿਹੜੇ ਮਾਧਿਅਮ ਸਿੱਖਿਆ ਹੋਣੀ ਹੈ ਉਹ ਤੈਅ ਕਰਨਗੇ। ਨਰਸਰੀ ਤੋਂ ਲੈ ਕੇ ਉੱਪਰ ਤੱਕ ਸਿਲੇਬਸ ਕੀ ਹੋਏਗਾ ਉਹ ਤੈਅ ਕਰਨਗੇ। ਕਿਤਾਬਾਂ ਕੀ ਹੋਣਗੀਆਂ ਉਹ ਤੈਅ ਕਰਨਗੇ। ਇਮਤਿਹਾਨ ਦਾ ਤੌਰ ਤਰੀਕਾ ਕੀ ਹੋਊ ਉਹ ਤੈਅ ਕਰਨਗੇ। ਅਤੇ ਫਿਰ ਤੁਹਾਡੇ ਕੋਲ ਕੀ ਰਹਿ ਗਿਆ? ਟੀਚਰ ਦੀ ਕੁਆਲੀਫਿਕੇਸ਼ਨ ਕੀ ਹੋਊ ਉਹ ਤੈਅ ਕਰਨਗੇ। ਸਾਜੋ ਸਮਾਨ ਕੀ ਚਾਹੀਦਾ ਉਹ ਤੈਅ ਕਰਨਗੇ। ਫਿਰ ਤੁਹਾਡੇ ਕੋਲ ਕੀ ਰਹਿ ਗਿਆ? ਤੁਸੀਂ ਸਕੂਲਾਂ ਦੀ ਸਿੱਖਿਆ ਕਿਵੇਂ ਸੁਧਾਰ ਦੋਗੇ ਜੇ ਕਾਲਜਾਂ ਦੀ? ਸਿਹਤ ਲੈ ਲਓ, ਸਿਹਤ ਦੇ ਵਿੱਚ ਕੌਣ MD 'ਚ ਦਾਖਲ ਹੋਊ ਕੌਣ ਨਹੀਂ ਹੋਊ ਤੈਅ ਉਹ ਕਰਨਗੇ। 50% ਸੀਟਾਂ ਦੀ ਫੀਸ ਉਹ ਤੈਅ ਕਰਨਗੇ, 50% ਦੀ ਪ੍ਰਾਈਵੇਟ ਵਾਲੇ ਤੈਅ ਕਰਨਗੇ। ਤੁਹਾਡੇ ਹੱਥ 'ਚ ਫੀਸ ਵੀ ਤੈਅ ਕਰਨੀ ਨਹੀਂ ਹੈ। ਅਤੇ ਫਿਰ ਤੁਸੀਂ ਲੋਕਾਂ ਨੂੰ ਸਿਹਤ ਸਹੂਲਤਾਂ ਦਿਓਗੇ ਕਿਵੇਂ? ਕਾਲਜ 'ਚ ਕਿਹੜੇ ਨਾਰਮ ਚਾਹੀਦੇ ਨੇ, ਕਿੰਨਾ ਸਾਜੋ ਸਮਾਨ ਚਾਹੀਦਾ, ਕਿੰਨੀ ਫੈਕਲਟੀ ਚਾਹੀਦੀ, ਉਹ ਵੀ ਉਹ ਤੈਅ ਕਰਨਗੇ। ਕਿੰਨੇ ਵੱਡੇ ਬੈੱਡ ਦਾ ਹਸਪਤਾਲ ਚਾਹੀਦਾ ਉਹ ਵੀ ਉਹ ਤੈਅ ਕਰਨਗੇ। ਫਿਰ ਤੁਹਾਡੇ ਹੱਥ 'ਚ ਕੀ ਹੈ? ਤੁਸੀਂ ਦੱਸ ਦਿਓ ਤੁਸੀਂ ਕਿਵੇਂ ਕਰੋਗੇ? ਤੁਸੀਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣੀਆਂ ਨੇ। ਪੰਜਾਬ ਦੇ ਵਿੱਚ 535 ਪੋਸਟਾਂ ਸਪੈਸ਼ਲਿਸਟਾਂ ਦੇ ਖਾਲੀ ਪਈਆਂ ਨੇ। ਅਜੇ ਜਿਹੜੇ ਰੂਰਲ ਏਰੀਆ ਦੇ ਸਪੈਸ਼ਲਿਸਟ ਖਤਮ ਕਰਕੇ ਵੀ 450 ਪੋਸਟ ਉਹ ਖਤਮ ਕਰਤੀ, ਉਹਦੇ ਬਾਵਜੂਦ 535 ਪੋਸਟਾਂ ਖਾਲੀ ਪਈਆਂ ਨੇ। ਜੇ ਤੁਹਾਡੀਆਂ 535 ਪੋਸਟਾਂ ਪਿਛਲੇ 5 ਸਾਲ ਤੋਂ ਤੁਸੀਂ ਭਰਨ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਰਹੀਆਂ, ਉਹਦੇ ਤੁਹਾਡੇ ਕੋਲ ਸਪੈਸ਼ਲਿਸਟ ਹੈ ਹੀ ਨਹੀਂ। ਹੁਣ ਜਿਹੜੀ ਹੁਣ ਪਾਲਿਸੀ ਆ ਉਹਦੇ ਮੁਤਾਬਕ ਤੁਹਾਨੂੰ ਮਿਲ ਵੀ ਨਹੀਂ ਸਕਦਾ। ਤੁਹਾਡਾ ਬਾਹਰਲਾ ਬੰਦਾ ਉਰੇ ਆ ਕੇ PG ਕਰ ਜੂਗਾ, ਖਰਚਾ ਤੁਹਾਡਾ ਹੋ ਰਿਹਾ, ਉਹ ਕਰਕੇ ਆਪਦੇ ਸੂਬੇ ਚਲਾ ਜਾਊਗਾ। ਦੂਜੀ ਗੱਲ ਤੁਹਾਡੀ ਆਪਦੀ ਲੌਪ ਸਾਈਡਡ ਨੀਤੀ ਹੈ। ਉਹ ਇਹ ਹੈ ਵੀ ਕਾਲਜ ਦੀਆਂ ਜਿਹੜੀਆਂ ਹੁਣੀ ਪੋਸਟਾਂ 1178 ਦਾ ਰੌਲਾ ਪੈ ਰਿਹਾ, ਉਹਦੀ ਤਨਖਾਹ 56,100 ਲਿਖੀ ਹੈ। ਅਤੇ ਜਿਹੜਾ MD ਡਾਕਟਰ ਲਾਉਣਾ ਹੈ ਉਹਦੀਆਂ ਵੀ ਪੋਸਟਾਂ 535, ਉਦੋਂ 1 ਮਹੀਨਾ ਪਹਿਲਾਂ ਐਡਵਰਟਾਈਜ਼ ਕਰੀਆਂ ਨੇ, ਉਹਦੀ ਤਨਖਾਹ 53,100 ਲਿਖੀ ਹੈ। MD ਡਾਕਟਰ ਨੂੰ 53,100, ਕਾਲਜ ਦੇ ਸਹਾਇਕ ਪ੍ਰੋਫੈਸਰ ਨੂੰ 56,100, ਉਹਦੇ 'ਚ 1168 ਪੋਸਟਾਂ ਵਾਸਤੇ 1.5 ਲੱਖ ਅਰਜੀ ਆ ਗਈ। ਇੱਥੇ 535 ਪੋਸਟਾਂ ਵਾਸਤੇ 200 ਅਰਜੀ ਨਹੀਂ ਆਉਂਦੀ। ਫਿਰ ਇਹਦਾ ਮਤਲਬ ਤੁਹਾਨੂੰ ਪਤਾ ਹੀ ਨਹੀਂ, ਜਾਂ ਤੁਹਾਨੂੰ ਪਤਾ ਨਹੀਂ, ਜਾਂ ਤੁਸੀਂ ਫਿਰ ਜਾਣਬੁੱਝ ਕੇ ਕਰ ਰਹੇ ਹੋ ਵੀ ਚੱਲ ਇਹ ਰੌਲਾ ਪਾਉਣ ਵਾਲੇ ਨੇ, ਇਹਨਾਂ ਨਾਲ ਡਾਕਟਰ ਆਉਣ ਨਾ ਆਉਣ, ਲੋਕਾਂ ਨੇ ਕਿਹੜਾ ਪੁੱਛਣਾ। ਸੋ ਇਸ ਕਰਕੇ ਤੁਸੀਂ ਕੋਈ ਲੈ ਲਓ, ਜੰਗਲਾਤ ਲੈ ਲਓ, ਸਰਕਾਰ ਨੇ ਚਿੱਠੀ ਕਰਤੀ ਵੀ ਜੇ ਅਸੀਂ ਠੇਕਾ ਦੇਤਾ ਹੋਰ ਕੋਈ ਤੁਸੀਂ ਕੁਛ ਨਹੀਂ ਕਰ ਸਕਦੇ ਉਹਦੇ 'ਚ। ਉਹ ਠੇਕਾ ਦੇ ਦਿੰਦੇ ਵੀ ਆਹ ਨੂਰਪੁਰ ਬੇਦੀ ਤੋਂ ਲੈ ਕੇ ਪਠਾਨਕੋਟ ਦੇ ਦਨੇਰੇ ਤੱਕ ਦੇ ਸਭ ਜੰਗਲ ਆ ਫਲਾਣੇ ਠੇਕੇਦਾਰ ਨੂੰ ਠੇਕਾ ਦੇਤਾ। ਇਹ ਤਾਂ ਕੁਛ ਕਹਿ ਨਹੀਂ ਸਕਦੇ। ਉਹ ਖੈਰ ਦੇ ਦਰਖਤ ਕੱਟੀ ਜਾਵੇ, ਉੱਥੋਂ ਜਾਨਵਰ ਮਾਰੀ ਜਾਵੇ, ਉੱਥੋਂ ਕੁਛ ਕਰੀ ਜਾਵੇ, ਉਹਨੂੰ ਕੁਛ ਨਹੀਂ ਕਹਿ ਸਕਦੇ। ਲੋਕਾਂ ਨੂੰ ਕਹਿੰਦੇ ਤੂੰ ਆਪਦਾ ਖੇਤ 'ਚੋਂ ਵੀ ਦਰਖਤ ਨਹੀਂ ਕੱਟ ਸਕਦਾ ਸਾਨੂੰ ਬਿਨਾਂ ਪੁੱਛੇ। ਹੱਦ ਦੇਖੋ ਤੁਸੀਂ, ਲੋਕਾਂ ਨੂੰ TD ਕਹਿੰਦੇ ਨੇ, ਲੋਕਾਂ ਨੂੰ ਉਹਦੀ ਇਜਾਜ਼ਤ ਨਹੀਂ ਦਿੰਦੇ ਜਿਹੜਾ ਉਹ ਵਨ ਏਰੀਆ ਡਿਕਲੇਅਰ ਕਰਤਾ, ਜੰਗਲ ਏਰੀਆ। ਸੋ ਤੁਸੀਂ ਕੀ ਕਰੋਗੇ? ਕਿੱਥੇ ਫੈਸਲਾ ਕਰੋਗੇ? ਦਵਾਈਆਂ ਦੀਆਂ ਕੀਮਤਾਂ ਉਹ ਕੇਂਦਰ ਤੈਅ ਕਰਦਾ। ਤੁਸੀਂ ਲੋਕਾਂ ਨੂੰ ਦਵਾਈਆਂ ਕਿਵੇਂ ਦੇ ਦੋਗੇ? ਕੀਮਤਾਂ ਉਹਨੇ ਤੈਅ ਕਰਨੀਆਂ, ਤੁਸੀਂ ਸਸਤੀ ਤਾਂ ਕਰ ਹੀ ਨਹੀਂ ਸਕਦੇ। ਫਿਰ ਕੁਆਲਿਟੀ ਕੰਟਰੋਲ ਵੀ ਉਹ ਕਰਦੇ ਨੇ, ਤੁਸੀਂ ਉਹਦੇ ਅੰਡਰੋਂ ਕੁਆਲਿਟੀ ਕੰਟਰੋਲ 'ਚ। ਨਸ਼ਿਆਂ ਦੀ ਗੱਲ, ਨਸ਼ਿਆਂ ਦਾ ਐਕਟ ਤਾਂ ਉਹਨਾਂ ਦਾ NDPS ਐਕਟ 1985, ਅਤੇ ਫਿਰ ਤੁਸੀਂ ਉਹਨੂੰ ਨਸ਼ਿਆਂ ਨੂੰ ਕਿਵੇਂ ਕੰਟਰੋਲ ਕਰੋਗੇ? ਤੁਸੀਂ ਉਸੇ ਐਕਟ ਨੂੰ ਆਪ ਪਿੱਛੇ ਅਮਰਿੰਦਰ ਸਿੰਘ ਸਰਕਾਰ ਨੇ ਕੀ ਕਰਿਆ, ਉਸੇ ਐਕਟ ਦੀ ਧਾਰਾ 'ਚ ਜਿਹੜੀਆਂ ਸਜ਼ਾਵਾਂ ਲਿਖੀਆਂ ਸੀ ਉਸ ਵਿੱਚ ਹੀ ਹੋਰ ਕੁਛ ਮਾੜਾ ਮੋਟਾ ਐਡ ਕਰਕੇ ਕਹਿੰਦੇ ਜੀ ਅਸੀਂ ਨੋਟੀਫਾਈ ਕਰਤਾ। ਉਹ ਤਾਂ ਪਹਿਲਾਂ ਹੀ ਨੋਟੀਫਾਈਡ ਹੈ। ਜਿਸ ਐਕਟ ਦੇ ਅੰਡਰ ਤੁਸੀਂ ਪਹਿਲੇ ਹੀ ਬੰਦਿਆਂ ਨੂੰ ਫੜ ਰਹੇ ਹੋ, ਤੁਸੀਂ ਇੰਨਾ ਲੰਬਾ ਬਣਾਉਂਦੇ, ਤੁਸੀਂ ਕਹੋ ਵੀ ਇਸ ਧਾਰਾ 'ਚ ਉਹਨਾਂ ਨੇ ਇੰਨੀ ਸਜ਼ਾ ਲਿਖੀ ਹੈ, ਸਾਨੂੰ ਵਧਾਉਣ ਦਾ ਹੱਕ ਹੈਗਾ, ਅਸੀਂ ਵਧਾਤੀ, ਬਸ ਲੰਬਾ ਕਾਗਜ਼ ਬਣਾਤਾ ਕੁਛ, ਕਿਉਂਕਿ ਲੋਕਾਂ ਨੂੰ ਭੁਲੇਖੇ 'ਚ ਰੱਖਣਾ। ਕਿਸੇ ਨੂੰ ਪਤਾ ਹੀ ਨਹੀਂ ਵੀ ਉਹ ਸਾਰਾ ਕੁਛ ਜਿਹੜਾ ਇਹਨਾਂ ਨੇ ਉਸ ਕਾਨੂੰਨ 'ਚ ਲਿਖਿਆ ਉਹ ਪਹਿਲਾਂ ਹੀ ਉਹਦੇ ਵਿੱਚ ਹੈਗਾ, ਸਿਵਾਏ ਇਸ ਗੱਲ ਦੇ ਕਿ ਸਜ਼ਾ ਕਿੰਨੀ ਹੋਵੇ। ਉਹ ਪ੍ਰਾਵਧਾਨ ਹੈਗਾ ਸੀ, ਉਹਦੇ 'ਚ ਵੀ ਸੀ, ਇਹਦੇ 'ਚ ਇਹਨਾਂ ਨੇ ਜ਼ਿਆਦਾ ਸਾਫ਼ ਕਰਕੇ ਲਿਖਤਾ। ਇਹ 2 ਲਾਈਨਾਂ ਲਿਖਣ ਦੀ ਬਜਾਏ 20 ਕਾਗਜ਼ ਕਾਲੇ ਕਰਨ ਦੀ। ਸੋ ਮੈਂ ਇਹ ਸਮਝਦਾ ਵੀ ਮੈਂ ਕਿਉਂਕਿ ਟੀਚਰ ਰਿਹਾ, ਅਤੇ ਜਿਹੜੇ ਬੱਚੇ ਨੂੰ ਆਉਂਦਾ ਕੁਛ ਨਾ ਹੋਵੇ ਉਹ ਨੰਬਰ ਲਿਖ ਦਿੰਦਾ, ਉਹੀ ਫਾਲਤੂ, ਇੱਧਰ ਦੀ ਲਿਖ ਦਿਓ, ਉੱਧਰ ਦੀ ਲਿਖ ਦਿਓ। ਇੱਕ ਛੋਟੀ ਜਿਹੀ ਗੱਲ ਸੁਣਾ ਕੇ ਤੁਹਾਨੂੰ ਮੈਂ ਦੱਸਦਾ ਵੀ ਕਿਉਂ ਨਹੀਂ ਕਰ ਸਕਣਗੇ। ਮੈਂ ਨਾ ਪੇਪਰ ਮਾਰਕ ਕਰ ਰਿਹਾ ਸੀ ਸਰਜੀ ਦੇ, ਉਹਦੇ ਵਿੱਚ ਅਸੀਂ ਇੱਕ ਪੁੱਛਿਆ ਸੀ ਸਵਾਲ ਵੀ ਹਰਨੀਆਂ ਦੀਆਂ ਗੁੰਝਲਾਂ ਕੀ ਪੈ ਸਕਦੀਆਂ, ਖਰਾਬ ਕਿਵੇਂ ਹੋ ਸਕਦਾ ਮਰੀਜ਼। ਉਹ 5-6 ਹੁੰਦੀਆਂ ਨੇ, ਜਿਹਨੇ 6 1 2 3 4, ਕਿਉਂਕਿ ਅਸੀਂ ਤਾਂ ਪੁੱਛਿਆ ਕੀ ਹੁੰਦੀਆਂ ਨੇ, ਕਿੰਨੀਆਂ ਹੁੰਦੀਆਂ ਨੇ, ਉਹ ਫਟਾਫਟ ਉਹ ਲਿਖਦੇ। ਉਹਨੂੰ ਮੈਂ 20 ਚੋਂ 20 ਨੰਬਰ ਦਿੱਤੇ। ਜਿਹਨੇ ਥੋੜ੍ਹਾ ਜਿਹਾ ਨਾਲ ਦੱਸਿਆ ਵੀ ਕਿਉਂ ਹੁੰਦੀ ਹੈ, ਜੇ ਉਹਨੇ ਠੀਕ ਦੱਸਿਆ ਤਾਂ ਵੀ 20 ਚੋਂ 15 ਦਿੱਤੇ, ਅਤੇ ਜਿਹਨੇ ਉਹ ਮਾੜਾ ਮੋਟਾ ਗਲਤ ਦੱਸਦਾ ਵਿਸਤਾਰ ਦੇਣ ਵੇਲੇ
ਉਹਦੇ ਰਹਿ ਗਏ 10 ਪਾਸ ਮਾਰਕਸ ਨੇ, ਸਾਡੇ 50% ਪਾਸ ਮਾਰਕਸ ਹੁੰਦੇ ਨੇ। ਮੈਨੂੰ ਕਿਸੇ ਨੂੰ ਪੁੱਛਿਆ ਵੀ ਇਹ ਕੀ ਫੰਡ ਹੈ, ਉਹਨੇ ਜੇ ਵੱਧ ਲਿਖਤਾ ਤਾਂ ਕੀ ਹਰਜ ਹੈ, ਠੀਕ ਤਾਂ ਲਿਖਿਆ ਨਾ। ਮੈਂ ਕਿਹਾ ਹਾਂ ਠੀਕ ਤਾਂ ਲਿਖਿਆ, ਪਰ ਜਿਹੜੇ ਟੈਸਟ ਦੀ ਲੋੜ ਨਹੀਂ ਉਹ ਤਾਂ 20 ਮਰੀਜ਼ਾਂ ਦੇ ਉਹੀ ਕਰੇ ਜਾਊਗਾ ਟੈਸਟ। ਜਿਹੜੀ ਚੀਜ਼ ਪੁੱਛੀ ਹੈ ਜਵਾਬ ਉਹਦਾ ਦੇਣਾ ਹੈ। ਮਰੀਜ਼ ਤੇਰੇ ਕੋਲ ਹੋਰ ਚੀਜ਼ ਹੈ, ਤੂੰ ਹੋਰ ਹੀ ਗੱਲਾਂ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦੇ ਇੱਧਰ ਉੱਧਰ ਦੀਆਂ। ਇੱਦਾਂ ਹੀ ਇੱਥੇ ਇਲਾਜ ਦਾ ਸਵਾਲ ਹੈ। ਹੁਣ ਇਹ ਇਲਾਜ ਕਿਵੇਂ ਕਰਨਗੇ ਜੇ ਇਹੋ ਜਿਹਾ ਸਵਾਲ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਆਹ ਗੱਲ ਕਰਨੀ ਹੈ, ਇੰਨੀ ਕਰਨੀ ਹੈ। ਜੋ ਤੂੰ ਵੱਧ ਲੰਬਾ ਲਿਖੀ ਜਾਣਗੇ ਤੇ ਫਿਰ ਠੀਕ ਹੈ, ਫਿਰ ਲਿਖੀ ਜਾਣ, ਫਿਰ ਟਾਈਮ ਵੇਸਟ ਕਰਨਗੇ, ਲੋਕਾਂ ਦੇ ਕਾਗਜ਼ ਵੇਸਟ ਕਰਨਗੇ, ਅਸੈਂਬਲੀ ਦਾ ਸਮਾਂ ਵੇਸਟ ਕਰਨਗੇ। ਆ ਪੰਜਾਬੀ ਦੇ ਉੱਤੇ ਇਹਨਾਂ ਨੇ ਕਾਨੂੰਨ ਬਣਾਇਆ, ਮਾਧਿਅਮ ਦੇ ਉੱਤੇ, ਕਿਉਂਕਿ ਉਹਨਾਂ ਨੇ ਕਹਿਤਾ ਗੌਣ ਵਿਸ਼ਾ, ਉਹ ਕਾਨੂੰਨ ਬਣਾ ਹੀ ਨਹੀਂ ਸਕਦੇ। ਇਹ ਸੰਵਿਧਾਨ ਦੇ ਤੌਰ 'ਤੇ ਪਿਆ, ਸੰਵਿਧਾਨ ਦੇਖ ਲਓ, ਸੰਵਿਧਾਨ ਦੇ ਤੌਰ 'ਤੇ ਇਹ ਕਾਨੂੰਨ ਬਣਾਉਣ ਦਾ ਇਹਨਾਂ ਨੂੰ ਹੱਕ ਹੀ ਨਹੀਂ ਹੈ। ਇਹਨਾਂ ਨੇ ਬਣਾਤਾ, ਹੁਣ ਉਹ ਆਟੋਮੈਟਿਕ ਰੱਦ ਹੈ। ਧਾਰਾ 251 ਕਹਿੰਦੀ ਹੈ ਵੀ ਜੇ ਸੂਬੇ ਦਾ ਕਾਨੂੰਨ ਕੇਂਦਰ ਦੇ ਕਾਨੂੰਨ ਦੇ ਉਲਟ ਹੋਵੇ, ਉਹ ਚਾਹੇ ਸੂਬੇ ਦਾ ਪਹਿਲਾਂ ਵੀ ਬਣਾ ਹੋਵੇ, ਇਹਨਾਂ ਤੋਂ ਬਾਅਦ 'ਚ ਬਣਾਇਆ, ਉਹ ਆਪੇ ਹੀ ਰੱਦ ਹੋ ਜਾਂਦਾ। ਇਸ ਕਰਕੇ ਜੇ ਫਰਜ਼ ਕਰੋ ਤੁਸੀਂ ਹੋ ਮਿਨਿਸਟਰ, ਮੇਰਾ ਚੱਲਦਾ ਸਕੂਲ CBSE ਦਾ ਇੱਥੇ ਪੰਜਾਬ 'ਚ, ਤੁਸੀਂ ਹੁਕਮ ਕਰਤਾ ਵੀ ਤੂੰ 10ਵੀਂ 'ਚ ਪੰਜਾਬੀ ਪੜ੍ਹਾਉਣੀ ਜ਼ਰੂਰੀ ਹੈ। ਮੈਂ ਕਹਿੰਦਾ ਮੈਂ ਨਹੀਂ ਪੜ੍ਹਾਉਂਦਾ। ਤੁਸੀਂ ਕਹਿੰਦਾ ਤੇਰਾ ਸਕੂਲ ਬੰਦ ਕਰਾਂਗੇ, ਮੈਂ ਹਾਈ ਕੋਰਟ 'ਚ ਰਿਟ ਪਾ ਦਿੰਦਾ ਕਿ ਜੀ ਮੈਨੂੰ ਧੱਕਾ ਕਰ ਰਹੇ ਨੇ, ਆਹ ਰੂਲ ਹੈ, ਮੈਂ ਤਾਂ ਕਾਨੂੰਨ ਦੇ ਮੁਤਾਬਕ ਕਰ ਰਿਹਾ, ਤੁਸੀਂ ਹਾਰੋਗੇ। ਹੁਣ ਜਿਹੜੀਆਂ ਭਰਤੀਆਂ ਹੋਈਆਂ ਸੀ, ਹਾਈ ਕੋਰਟ ਨੂੰ ਕਹਿਣਾ ਪਿਆ ਵੀ ਸਾਰਾ ਰਿਕਾਰਡ ਚੀਫ ਸੈਕਟਰੀ ਸੀਲ ਕਰੇ। ਇਹਨਾਂ ਨੂੰ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੋਰਟਾਂ ਸਾਡੇ ਉੱਪਰ ਨੇ। ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਇਹਨਾਂ ਨੇ ਇੰਦਰਾ ਗਾਂਧੀ, ਜਿਹੜੀ ਸਭ ਤੋਂ ਤਕੜੀ ਪ੍ਰਾਈਮ ਮਿਨਿਸਟਰ ਸੀ ਉਸ ਵਕਤ, ਉਹਨੂੰ ਕੁਰਸੀ ਤੋਂ ਲਾਤਾ ਸੀ। ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਜੁਡੀਸ਼ਰੀ ਦੀਆਂ ਪਾਵਰਾਂ ਸਾਡੇ ਸੰਵਿਧਾਨ 'ਚ ਕੀ ਨੇ, ਉਹਨਾਂ ਨੇ ਕਿੰਨਾ ਕੁ ਕੰਮ ਕਰਦੇ ਨੇ। ਹੁਣ ਜੁਡੀਸ਼ਰੀ ਨੂੰ ਇੱਦਾਂ ਹੀ ਸਮਝਦੇ ਨੇ ਉਹ। ਸੋ ਸਾਨੂੰ ਬਹੁਤ ਸਾਰੀਆਂ ਗੱਲਾਂ ਇਹ ਦੇਖਣੇ। ਫਿਰ ਜੁਡੀਸ਼ਰੀ ਦਾ ਰੰਗ ਵੀ ਦੇਖ ਚੁੱਕੇ ਤਾਂ ਵੀ ਨਹੀਂ ਮੰਨਦੇ। ਕਿਵੇਂ ਸੁਪਰੀਮ ਕੋਰਟ ਦੇ ਵਿੱਚ NDA ਸਰਕਾਰ ਨੇ ਜ਼ੋਰ ਲਾ ਲਿਆ ਤੌਰ ਤਰੀਕੇ ਵੀ ਕਿਸਾਨਾਂ ਦਾ ਅੰਦੋਲਨ ਸੁਪਰੀਮ ਕੋਰਟ ਉਠਾ ਦੇ, ਰੁੱਟਾਂ ਪਵਾ, ਇਹ ਕਰ ਉਹ ਕਰ। ਸੁਪਰੀਮ ਕੋਰਟ ਦੇ ਉਸ ਚੀਫ ਜਸਟਿਸ ਸਾਹਿਬ ਨੇ, ਜਿਹੜਾ ਸਮਝਿਆ ਜਾਂਦਾ ਸੀ ਵੀ ਇਹਨਾਂ ਦੇ ਨੇੜੇ ਹੈ, ਉਹਨੇ ਵੀ ਕਿਹਾ ਵੀ ਅਸੀਂ ਆਪਦੇ ਖੂਨ ਨਾਲ ਹੱਥ ਨਹੀਂ ਰੰਗਣੇ। ਅਸੀਂ ਕਿਉਂ ਕਹੀਏ, ਕਹਿ ਸਕਦੇ ਸੀ, ਉਹ ਨਹੀਂ ਕਿਹਾ। ਸੋ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਨਿਆਂਤੰਤਰ ਹੈ ਇਹ ਸਭ ਤੋਂ ਉੱਪਰ ਹੈ। ਇਹ ਪ੍ਰਾਈਮ ਮਿਨਿਸਟਰ ਦੇ ਫੈਸਲੇ ਨੂੰ ਉਲਟਾ ਸਕਦਾ ਜੋ ਗਲਤ ਹੈ। ਸੰਵਿਧਾਨਕ ਤੌਰ 'ਤੇ ਸਮੀਖਿਆ ਕਰ ਸਕਦਾ ਵੀ ਕਾਨੂੰਨ ਜਿਹੜਾ ਬਣਾਇਆ ਇਹ ਸੰਵਿਧਾਨਕ ਤੌਰ 'ਤੇ ਜਾਇਜ਼ ਹੈ। ਜੇ ਸੰਵਿਧਾਨਕ ਤੌਰ 'ਤੇ ਉਹ ਨਜਾਇਜ਼ ਹੈ, ਪਾਰਲੀਮੈਂਟ ਦੇ ਬਣਾਏ ਕਾਨੂੰਨ ਨੂੰ ਰੱਦ ਕਰ ਸਕਦਾ। ਸੋ ਜਦ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਦੇਖਦੇ, ਜਦ ਆਪਾਂ ਕੋਈ ਕੰਮ ਕਰਨਾ ਨਾ, ਇਹ ਕੀ ਹੈ, ਇਹ ਜਿਹੜਾ ਪ੍ਰਸ਼ਾਸਨ ਹੈ, ਚਾਹੇ ਉਹ ਸਿਆਸੀ ਪ੍ਰਸ਼ਾਸਨ ਹੈ, ਚਾਹੇ ਉਹ ਅਫਸਰਸ਼ਾਹੀ ਦਾ ਪ੍ਰਸ਼ਾਸਨ ਹੈ, ਚਾਹੇ ਉਹ ਮਾਹਰਾਂ ਦਾ ਪ੍ਰਸ਼ਾਸਨ ਹੈ। ਤੁਸੀਂ ਮੀਡੀਆ ਦੇ ਮਾਹਰ ਹੋ, ਮੈਂ ਡਾਕਟਰੀ ਦਾ ਮਾਹਰ ਹਾਂ, ਉਹ ਵੀ ਮਹਾਰਤ ਵੀ ਹੈ ਨਾ। ਹੁਣ ਇਹ ਮੁੰਡਾ ਕੈਮਰਾ ਲਾਈ ਬੈਠਾ, ਇਹਨੂੰ ਪਤਾ ਕੈਮਰਾ ਕਿਵੇਂ ਲਾਉਣਾ, ਮੈਂ ਥੋੜ੍ਹਾ ਲਾ ਸਕਦਾ, ਮੈਂ ਤਾਂ ਬੋਲ ਸਕਦਾ। ਤੁਸੀਂ ਸਵਾਲ ਪੁੱਛ ਰਹੇ ਹੋ, ਆਪਾਂ ਜਦ ਦੋਨੇ 'ਚ ਜਗ੍ਹਾ ਉਲਟਾ ਲਈਏ ਨਾ, ਹੋ ਸਕਦਾ ਤੁਸੀਂ 2-4 ਜਵਾਬ ਦੇ ਜਾਓ, ਮੈਨੂੰ ਤਾਂ ਸਵਾਲ ਹੀ ਨਹੀਂ ਪੁੱਛਣੇ ਆਉਣੇ, ਕਿਉਂਕਿ ਮੇਰੇ ਦਿਮਾਗ 'ਚ ਹੀ ਨਹੀਂ ਇਹ ਗੱਲ, ਮੈਂ ਕਦੇ ਸੋਚੀ ਨਹੀਂ। ਮੈਂ ਤਾਂ ਜਵਾਬ ਦੇਣ ਜਾਣਦਾ, ਮੈਂ ਸਵਾਲ ਨਹੀਂ ਉਹਨੇ ਪੁੱਛਣ ਜਾਣਦਾ। ਸਮਝੋ ਹਰ ਇੱਕ ਦਾ ਇਹ। ਸੋ ਇਹਨਾਂ ਨੂੰ ਇਹ ਗੱਲ ਦੀ ਕਨਸੈਪਟ, ਇਹ ਗੱਲ ਦੀ ਸਮਝ ਨਹੀਂ ਵੀ ਸਰਕਾਰ ਜਿਹੜੀ ਚਲਾਉਣੀ ਹੁੰਦੀ ਹੈ ਇਹ ਇੱਕ ਝਰੋਖਿਆਂ ਵਾਲੀ ਦੀਵਾਰ ਹੈ। ਉਹ 'ਚ ਹਰੇਕ ਨੂੰ ਇੱਕ ਗਨ ਫੜਾਈ ਹੋਈ ਹੈ, ਪਰ ਉਹ ਉਸ ਝਰੋਖੇ 'ਚੋਂ ਚਲਾ ਸਕਦਾ ਹੈ। ਜੇ ਮਾੜੀ ਜਿਹੀ ਉਹਦੀ ਇੱਧਰ ਉੱਧਰ ਹੋ ਗਈ, ਸਾਰੀ ਦੀਵਾਰ ਗਿਰ ਜਾਏਗੀ। ਤੁਸੀਂ ਕੋਈ ਰੂਲ ਬਣਾਉਣੇ ਹੋ, ਸਿੱਖਿਆ 'ਚ ਬਣਾਉਣੇ ਹੋ, ਸਰਵਿਸ ਦਾ ਬਣਾਉਣੇ ਹੋ, ਫਿਰ ਤੁਹਾਨੂੰ ਬਾਕੀਆਂ 'ਚ ਦੇਖਣਾ ਪਊ। ਤੁਸੀਂ ਕੋਈ ਪੇ ਸਕੇਲ ਦਿੰਦੇ ਹੋ, ਤੁਹਾਨੂੰ ਬਾਕੀਆਂ 'ਚ ਦੇਖਣਾ ਪਊ, ਇਹਨੂੰ ਦੇਤਾ ਤੇ ਦੂਜੇ ਕੀ ਕਰਨਗੇ। ਤੁਸੀਂ ਕਿਸੇ ਨੂੰ ਰੈਗੂਲਰ ਕਰਦੇ ਹੋ ਜੋਬ ਨੂੰ, ਉਹ ਦੇਖਣਾ ਪਊ ਇਹਨੂੰ ਕੀ ਕਰਨਾ। ਤੁਸੀਂ ਬਜਟ ਐਲੋਕੇਸ਼ਨ ਕਰਦੇ ਹੋ, ਤੁਹਾਨੂੰ ਸੋਚਣਾ ਪਊ ਵੀ ਦੂਜੇ ਦਾ ਕਿੱਧਰ ਜਾਊਗਾ। ਫਿਰ ਜੇ ਇਹਨੂੰ ਇੰਨਾ ਦੇਤਾ, ਬਾਕੀ ਨੂੰ ਕੀ ਦੇਵਾਂਗੇ, ਪੈਸੇ ਤਾਂ ਉਨੀ ਨੇ। ਇਹ ਗੱਲਾਂ ਆਮ ਬੰਦਾ ਤਾਂ ਘਰ 'ਚ ਬੈਠਾ ਦੇਖਦਾ, ਉਹ ਕਹਿੰਦਾ ਯਾਰ ਜੇ ਇੱਕ ਬੱਚੇ ਨੂੰ ਕੱਪੜੇ ਸੁਲਾਤੇ, ਦੂਜਾ ਰੌਲਾ ਪਾਊਗਾ। ਫਿਰ ਉਹਨੂੰ ਤਾਂ ਸੁਣਾਉਂਦੇ ਆ ਵੀ ਭਾਈ ਦੇਖ ਬੇਟਾ, ਇਹ ਤਾਂ ਜਾਂਦਾ ਹੈ ਬੇਟੀ ਸਕੂਲ 'ਚ, ਇਹਦੀ ਮਰਜ਼ੀ ਤਾਂ ਆਪਾਂ ਨੂੰ ਬਣਾਉਣੀ ਪੈਣੀ ਹੈ। ਤੂੰ ਥੋੜ੍ਹਾ ਜਿਹਾ ਖੇਤ ਜਾਣਾ, ਥੋੜ੍ਹਾ ਜਿਹਾ ਔਖਾ ਸੌਖਾ ਕੱਟ ਲੈ, ਉਹ ਫਿਰ ਤਾਂ ਮੰਨੇਗਾ। ਜਿਹਨੂੰ ਕਹੋ ਜਾ ਭੱਜ, ਇਹਨੂੰ ਤਾਂ ਅਸੀਂ ਬਹਿ ਕੇ ਦੇਵਾਂਗੇ, ਉਹ ਕਹੂ ਚੰਗਾ ਫਿਰ ਮੈਂ ਨਹੀਂ ਕਰਦਾ ਕੰਮ, ਲਾੜੋ ਜੋੜ ਜਿਹੜਾ ਲਾਉਣਾ, ਮਾਰ ਲਓ ਕੁੱਟ ਲਓ ਜੋ ਕਰਨਾ। ਫਿਰ ਆਕੇ ਬਣਾਉਂਦੇ ਹੋ ਨਾ ਤੁਸੀਂ ਲੋਕਾਂ ਨੂੰ, ਕਿਉਂਕਿ ਤੁਸੀਂ ਇਹ ਦੇਖਦੇ ਨਹੀਂ ਕਿ ਜਦ ਤੁਸੀਂ ਸਮਾਜ ਚਲਾਉਣਾ ਸਰਕਾਰ ਦੇ ਤੌਰ 'ਤੇ, ਤੁਸੀਂ ਪਹਿਲੀ ਗੱਲ ਕਿਸੇ ਮਾਹਰ ਦੀ ਰਾਏ ਨੂੰ ਨਾ ਨਹੀਂ ਕਰ ਸਕਦੇ। ਫਾਈਲ ਤੋਂ ਉਹਨੇ ਲਿਖਤਾ, ਤੁਸੀਂ ਉਹਨੂੰ ਕਹੋ ਵੀ ਹਾਂ ਮੈਂ ਇਹਦੇ ਨਾਲ ਮੇਰਾ ਮਤਭੇਦ ਹੈ, ਮੈਂ ਨਹੀਂ ਮੰਨਦਾ, ਨਾ ਮੰਨੋ। ਕੱਲ੍ਹ ਨੂੰ ਕੋਰਟ 'ਚ ਕੇਸ ਜਾਊਗਾ, ਉਦੋਂ ਤੁਸੀਂ ਮਾਹਰ ਨਹੀਂ ਉੱਥੇ, ਫਿਰ ਤੁਹਾਨੂੰ ਜਵਾਬ ਦੇਣਾ ਪਊ। ਅੱਜ ਜਿੰਨੇ ਕਿੰਨੇ ਫਸੇ ਨੇ, ਇਸੇ ਤਰ੍ਹਾਂ ਹੀ ਫਸਦੇ ਨੇ ਉਹ ਵੀ ਇਹ ਫੈਸਲਾ ਤੁਸੀਂ ਕਿਵੇਂ ਲੈ ਲਿਆ। ਸਾਡੇ ਨਾਲ ਹੋਇਆ ਇੱਕ ਵਾਰੀ ਇੱਥੇ ਕੋਰਟ 'ਚ, ਹਾਈ ਕੋਰਟ 'ਚ ਲੱਗਿਆ ਹੋਇਆ ਕੇਸ ਡਬਲ ਬੈਂਚ ਦੇ, ਅਤੇ ਚੀਫ ਜਸਟਿਸ ਸਾਹਿਬ ਉਹਦੇ ਹੈੱਡ ਕਰ ਰਹੇ ਸੀ। ਉਹ ਕਹਿਣ ਲੱਗੇ ਫਾਈਲ 'ਤੇ ਦੇਖ ਲਈ ਮਿਸਲ ਮੰਗਾਉਂਦੇ ਸੀ ਰੋਜ਼ ਵੀ, ਲਿਆਓ ਕਿੱਥੇ ਤੁਹਾਡੇ ਫੈਸਲੇ।
ਕਹਿੰਦੇ ਤੁਸੀਂ ਤਾਂ ਜੀ ਇਹ ਫੈਸਲਾ ਆਪਣੀ ਮਨਮਰਜ਼ੀ ਨਾਲ ਕਰ ਲਿਆ। ਮੇਰੀ ਡਿਊਟੀ ਲੱਗੀ ਹੋਈ ਸੀ ਸਰਕਾਰ ਵੱਲੋਂ, ਕੋਰਟ ਨੇ ਕਿਹਾ ਸੀ ਕਿ ਸੀਨੀਅਰ ਅਫਸਰ ਨੂੰ ਬਿਠਾਓ। ਮੈਂ ਤਾਂ ਦੱਸਦਾ ਉਹ ਜੀ, ਮੈਂ ਕਿਹਾ ਜੀ ਆਹ ਫਾਈਲ 'ਚ ਨਹੀਂ ਇਹ ਤੁਸੀਂ ਦਿਖਾ। ਮੈਂ ਜੀ ਆਹ ਚੀਫ ਸੈਕਟਰੀ ਸਾਹਿਬ ਦਾ ਨੋਟ ਹੈ, ਪੜ੍ਹ ਲਿਆ। ਕਹਿੰਦੇ ਇਹ ਤਾਂ ਇਹਨਾਂ ਨੇ ਇਹ ਲਿਖਿਆ ਵੀ ਐਜ਼ ਡਿਸਕਸਡ। ਮੈਂ ਜੀ ਸਾਡੇ ਵਾਸਤੇ ਉਹ ਮੀਟਿੰਗ ਹੀ ਹੈ ਨਾ, ਐਜ਼ ਡਿਸ ਦਾ ਮਤਲਬ ਮੈਨੂੰ ਬੁਲਾਇਆ ਹੈ, ਉਹਨਾਂ ਨੇ ਆਪਦੇ ਹੱਥ ਨਾਲ ਲਿਖਿਆ। ਹੁਣ ਮੈਂ ਉਹਨਾਂ ਦੀ ਕਲਮ ਥੋੜ੍ਹਾ ਫੜ ਸਕਦਾ ਵੀ ਉਹ ਕੀ ਲਿਖਣ, ਇਹ ਤਾਂ ਉਹਨਾਂ ਨੇ ਲਿਖਣਾ। ਤੇ ਫਿਰ ਜੱਜ ਸਾਹਿਬ ਮੰਨੇ ਵੀ ਹਾਂ ਠੀਕ ਹੈ। ਡੇਟ ਗਲਤ ਪੈ ਗਈ ਸੀ ਮਾੜੀ ਜੀ ਟਾਈਫੋਨ 'ਚ। ਉਹ ਕਹਿੰਦਾ ਨਾ ਇਹ ਤਾਂ ਤੁਸੀਂ ਪਹਿਲਾਂ ਦੇ ਕਰਿਆ ਹੋਇਆ ਸੀ, ਤੁਸੀਂ ਬਾਅਦ 'ਚ ਕਰਿਆ ਹੋਇਆ ਸੀ, ਕਿਉਂਕਿ ਪੈ ਗਿਆ ਰੌਲਾ। ਪਾਲਸੀ ਦਾ ਮਾਮਲਾ ਸੀ ਔਰ ਪੂਰੀ ਪੰਜਾਬ ਨੂੰ ਅਫੈਕਟ ਕਰਦਾ ਸੀ ਉਹ ਮਾਮਲਾ। ਕੀ ਸੀ, ਅਸੀਂ ਕਿਹਾ ਪੰਜਾਬ 'ਚ ਦਾਖਲਾ ਲੈਣ ਵਾਸਤੇ ਜਿਹੜੇ ਬੱਚੇ ਹੋਣਗੇ ਉਹ ਪੰਜਾਬ 'ਚੋਂ 11ਵੀਂ 12ਵੀਂ ਕਰੀ ਹੋਵੇ, ਕਿਉਂਕਿ ਬਾਕੀ ਸਟੇਟਾਂ ਦੇ ਬੱਚੇ ਸਾਡੇ ਕੋਲ ਆ ਕੇ ਦਾਖਲਾ ਲੈ ਜਾਂਦੇ MBBS 'ਚ, ਸਾਡੇ ਵਾਲਿਆਂ ਨੂੰ ਚੰਡੀਗੜ੍ਹ 'ਚ ਵੀ ਨਹੀਂ ਮਿਲਦਾ ਸੀ। ਪਹਿਲਾਂ ਰੌਲਾ ਇੰਨਾ ਸੀ। ਹੁਣ ਤੁਸੀਂ ਦੱਸ ਦਿਓ ਜੇ ਪੰਜਾਬ ਦੇ ਵੱਡੇ ਹਿੱਤ ਦੀ ਗੱਲ ਹੈ ਨਹੀਂ ਸੀ ਕਿ ਪੰਜਾਬ ਦਾ ਬੱਚਾ ਲਊਗਾ ਉਰੇ ਦਾਖਲਾ, 17 ਸਟੇਟਾਂ ਦੇ ਆ ਕੇ ਤੁਸੀਂ ਉਰੇ ਦਾਖਲਾ ਲੈ ਜਾਂਦੇ, ਮੁੜ ਕੇ ਉਹ ਚਲੇ ਜਾਂਦੇ ਨੇ, ਸਾਨੂੰ ਡਾਕਟਰ ਨਹੀਂ ਮਿਲਦੇ, ਖਰਚਾ ਸਾਡਾ ਹੁੰਦਾ। ਔਰ ਸਾਡੇ ਬੱਚੇ ਨੂੰ ਤੁਸੀਂ ਹਰਿਆਣਾ ਨਹੀਂ ਦਿੰਦਾ, ਰਾਜਸਥਾਨ ਨਹੀਂ ਦਾਖਲਾ ਦਿੰਦਾ, ਦਿੱਲੀ ਨਹੀਂ ਦਿੰਦੀ, ਚੰਡੀਗੜ੍ਹ ਨਹੀਂ ਦਿੰਦਾ ਦਾਖਲਾ, ਹਿਮਾਚਲ ਨਹੀਂ ਦਿੰਦਾ, ਅਸੀਂ ਕਿੱਧਰ ਜਾਈਏ? ਅਸੀਂ ਵੀ ਕਰਤਾ ਉਹ ਜਿਹਾ ਰੂਟ ਬਣਾਤਾ। ਮੈਂ ਉਹਦਾ ਕਰਨਧਾਰ ਸੀ। ਅਸੀਂ ਉਹ ਕੇਸ ਜਿੱਤੇ, ਜ਼ੋਰ ਲਾ ਲਿਆ ਉਹਨਾਂ ਨੇ। ਮੈਂ ਕਿਹਾ ਜੀ ਕਹਿੰਦੇ ਤਾਂ ਤੁਸੀਂ ਪਹਿਲਾਂ ਹੀ ਕਿਉਂਕਿ ਕੋਰਟ ਦਾ ਥੋੜ੍ਹਾ ਜਿਹਾ ਵਿਊ ਪੁਆਇੰਟ ਹੋਰ ਤਰ੍ਹਾਂ ਦਾ ਸੀ। ਮੈਂ ਕਿਹਾ ਜੀ ਇਹ ਮੋਹਰਾਂ ਲੱਗੀਆਂ ਹੋਈਆਂ ਨੇ, ਇਹ ਮਿਸਲ ਸਾਡੇ ਦਫ਼ਤਰ ਤੋਂ ਚੱਲ ਕੇ ਮੁੱਖ ਮੰਤਰੀ ਸਾਹਿਬ ਤੱਕ ਗਈ ਹੈ, ਹਰ ਜਗ੍ਹਾ ਤੇ ਮੋਹਰ ਲੱਗ ਕੇ ਡੇਟ ਲਿਖੀ ਹੋਈ ਹੈ। ਉੱਥੋਂ ਵਾਪਸ ਆਈ ਹੈ ਉਦੋਂ ਹੀ ਹਰ ਜਗ੍ਹਾ ਤੇ ਮੋਹਰ ਲੱਗ ਕੇ ਫਿਰ ਡੇਟ ਲਿਖੀ ਹੋਈ ਹੈ। ਉਹ ਮਾਰਜਨ 'ਚ ਦੇਖੋ ਡੇਟਾਂ ਹੀ ਡੇਟਾਂ ਪਏ। ਹਾਂ ਠੀਕ ਹੈ, ਬਿਲਕੁਲ ਠੀਕ ਹੈ, ਇਹ ਟਾਈਪ ਨਾਲ ਗਲਤੀ ਹੋਈ ਹੈ। ਹੁਣ ਕਿੱਡੀ ਵੱਡੀ ਇਹ ਗੱਲ ਮੈਂ ਤਾਂ ਸੁਣਾਈ ਹੈ ਵੀ ਪ੍ਰਸ਼ਾਸਨ ਤੁਸੀਂ ਉਹੀ ਨਹੀਂ, ਮੈਂ ਕਹਤਾ ਜੀ ਫਲਾਣੇ ਨੇ ਕਹਿ ਨਾ, ਤੁਹਾਨੂੰ ਜਵਾਬ ਦੇਣਾ ਪੈਂਦਾ ਜਾਇਜ਼। ਇੱਕ ਹੋਰ ਗੱਲ ਛੋਟੀ ਜਿਹੀ ਸੁਣਾ ਦੇਣਾ, ਮੈਂ ਕਿਉਂ ਕਹਿਣਾ ਵੀ ਕਿੱਥੇ ਫਸਦੇ ਨੇ ਇਹ। ਇੰਨਾ ਰੌਲਾ ਨਹੀਂ ਪੈਂਦਾ ਸੀ ਜੇ ਇਹ ਸਿਆਣਪ ਨਾਲ ਜਵਾਬ ਦਿੰਦੇ ਆ ਜਿਹੜਾ ਸਹਾਇਕ ਪ੍ਰੋਫੈਸਰਾਂ ਦਾ। ਇੱਕ ਰੌਲਾ ਪਾ ਲਿਆ ਜੀ ਅਸੀਂ NRI ਸੀਟਾਂ ਕ੍ਰੀਏਟ ਕਰਤੀਆਂ, ਪੈਸੇ ਹੈ ਨਹੀਂ ਸੀ ਸਰਕਾਰ ਕੋਲੇ, ਮੈਡੀਕਲ ਕਾਲਜ ਚਲਾਉਂਦੇ, ਅਸੀਂ ਕਿਹਾ 30 ਸੀਟਾਂ NRI ਨੂੰ ਦੇ ਦਿਓ, ਅਤੇ ਉਹਦੇ ਨਾਲ ਸਾਨੂੰ ਤਕਰੀਬਨ 38-40 ਕਰੋੜ ਰੁਪਈਆ ਆ ਜਾਂਦਾ ਸੀ। ਉਹਨਾਂ ਦਾ 200 ਕਰੋੜ ਦਾ ਸਾਡਾ ਸਾਰਾ 150 ਕਰੋੜ ਦਾ ਬਜਟ ਸੀ। ਜੇ 150 ਕਰੋੜ 40 ਕਰੋੜ ਤੁਹਾਡੇ ਕੋਲ ਆ ਗਿਆ ਇਹ ਤਾਂ ਬੜੀ ਵੱਡੀ ਗੱਲ ਹੈ। ਅਸੀਂ ਉਹ ਸੀਟਾਂ ਦੇਤੀਆਂ ਜੀ, ਰੌਲਾ ਪੈ ਗਿਆ, ਕੋਰਟ ਚਲੇ ਗਏ ਲੋਕ। ਉਹ ਸਾਨੂੰ ਮੈਨੂੰ ਕਹਿੰਦੇ ਜੀ ਇਹ ਤਾਂ ਜਵਾਬ ਦੀ ਆਖਰੀ ਮਿਤੀ ਹੈ। ਮੈਂ ਕੋਈ ਗੱਲ ਨਹੀਂ ਜੀ, ਮੈਂ ਜਾਊਂਗਾ ਕੋਰਟ 'ਚ, ਆਪਾਂ ਕੇਸ ਜਿੱਤਾਂਗੇ। ਮੈਂ ਸਾਡੇ ਵਕੀਲ ਨੂੰ ਕਹਿਤਾ, ਮੈਂ ਕਿਹਾ ਜੀ ਅਸੀਂ ਫੈਸਲਾ ਕਰਿਆ ਹੋਇਆ ਹੈ ਅਤੇ ਇਹ ਹੈ। ਬਲੋਈ ਕਹਿੰਦਾ ਇਹ ਤਾਂ ਜਟਕਾ ਜੀ ਗੱਲ ਕਰਦੇ ਹੋ। ਵਕੀਲ ਕਹਿੰਦਾ ਮੈਂ ਜੀ ਜਟਕਾ ਗੱਲ ਕਰੀ ਹੈ, ਇੱਕ ਬੰਦੇ ਦੀ ਕੁੜੀ ਕੋਠੇ ਜਿੱਡੀ ਵਿਆਹੁਣ ਵਾਲੀ ਬੈਠੀ ਹੈ, 200 ਵਿਗੇ ਉਹਦੇ ਕੋਲ ਜ਼ਮੀਨ ਹੈ, ਇੱਕ ਤਰੀਕਾ ਉਹ ਜ਼ਮੀਨ ਅੰਦਰ ਵੜ ਕੇ ਗਹਿਣੇ ਧਰਦੇ ਸਾਰੀ, ਕੁੜੀ ਦਾ ਵਿਆਹ ਕਰ ਦੇਗਾ ਗੱਜ ਕੇ, ਪਰ ਉਹ ਫਿਰ ਰੋਟੀ ਖਾਣੋਂ ਗਿਆ। ਦੂਜਾ ਤਰੀਕਾ ਕੁੜੀ ਘਰੇ ਬੈਠੀ ਰਹੇ, ਲੋਕ ਬੋਲੀਆਂ ਮਾਰਨਗੇ ਵੀ ਐਡਾ ਵੱਡਾ ਸਰਦਾਰ ਬਣਿਆ ਫਿਰਦਾ, ਜ਼ਮੀਨ ਐਡੀ ਜ਼ਮੀਨ ਹੈ, ਕੁੜੀ ਵਿਆਹ ਨਹੀਂ ਸਕਦਾ। ਤੀਜਾ ਤਰੀਕਾ ਉਹ ਕਹਿੰਦਾ ਲੈ ਭਾਈ ਮੈਂ 10 ਵਿਗੇ ਜ਼ਮੀਨ ਦੇ ਆਪਦੇ ਵੇਚੂੰਗਾ ਬੋਲੀ ਕਰਕੇ, ਜਿਹੜਾ ਮਹਿੰਗੇ ਤੋਂ ਮਹਿੰਗਾ ਲਊਗਾ। ਮੈਂ 190 ਵਿਗੇ ਉਹਦੇ ਕੋਲ ਰਹਿ ਗਏ, 10 ਵਿਗੇ ਵੇਚ ਕੇ ਵਧੀਆ ਵਿਆਹ ਕਰ ਦੂਗਾ, ਜ਼ਮੀਨ ਉਹਦੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਆਹ ਕਰਿਆ। ਸਾਡੇ ਕੋਲ ਇਹ ਤਰੀਕਾ ਸੀ ਵੀ ਜਾਂ ਤਾਂ ਅਸੀਂ ਫੀਸਾਂ ਵਧਾ ਦਿੰਦੇ, ਉਹ ਗਰੀਬ ਆਦਮੀ ਕਿੱਥੋਂ ਦੇਊਗਾ, ਹਸਪਤਾਲ ਦੇ, ਕਿਉਂਕਿ ਵੱਡੇ ਹਸਪਤਾਲ ਕਰਦੇ ਨੇ ਮੈਡੀਕਲ ਕਾਲਜ ਨਾਲ, ਤਾਂ ਮਰੀਜ਼ਾਂ 'ਤੇ ਚਾਰਜ ਲਾ ਦਿੰਦੇ ਵੀ ਜੇ ਆਪਰੇਸ਼ਨ ਕਰਾਉਂਗੇ ਇੰਨੇ ਪੈਸੇ ਲਵਾਂਗੇ, ਉਹ ਗਰੀਬ ਆਦਮੀ ਦੇਊ ਕਿੱਥੋਂ ਉੱਥੇ। ਦੂਜਾ ਵੀ ਅਸੀਂ ਸੀਟਾਂ ਘਟਾ ਦਿੰਦੇ, ਫਿਰ ਬੱਚੇ ਪੜ੍ਹਨਗੇ ਕਿਵੇਂ, ਸਾਨੂੰ ਜ਼ਿਆਦਾ ਡਾਕਟਰ ਚਾਹੀਦੇ ਨੇ। ਸੋ ਅਸੀਂ ਆਖਿਆ ਵੀ ਚਲ ਕੋਈ ਗੱਲ ਨਹੀਂ, ਅਸੀਂ 30 ਸੀਟਾਂ ਵੇਚਾਂਗੇ ਬੋਲੀ ਕਰਕੇ, ਬਾਕੀ ਦਾ ਅਸੀਂ। ਉਹ ਜੀ ਉਹਨੇ ਕਿਹਾ, ਵਕੀਲ ਪਹਿਲਾਂ ਮੰਨਦਾ ਨਹੀਂ ਸੀ, ਜਦੋਂ ਉਹਨੇ ਕਿਹਾ ਜੱਜ ਸਾਹਿਬ ਨੇ ਕਿਹਾ ਫਾਈਲ ਦਿਖਾਓ। ਫਾਈਲ ਦੇਖੀ, ਫਾਈਲ ਉੱਤੇ CM ਸਾਹਿਬ ਤੱਕ ਗਈ ਹੋਈ ਸੀ, ਸਾਰਾ ਕੁਛ ਲਿਖਿਆ ਸੀ ਅਸੀਂ ਕਿਉਂ ਕਰ ਰਹੇ ਹਾਂ। ਜੱਜ ਸਾਹਿਬ ਦੂਜੀ ਪਾਰਟੀ ਨੂੰ ਕਹਿੰਦੇ ਭਾਈ ਇਹ ਤਾਂ ਸਪਸ਼ਟ ਹੀ ਹੈ ਸਟੇਟ ਵੀ ਅਸੀਂ ਐਂ ਕਰ ਰਹੇ ਹਾਂ, ਇਸ ਕਰਕੇ ਕਰ ਰਹੇ ਹਾਂ, ਡਿਸਮਿਸ ਉਹਨਾਂ ਦਾ ਕੇਸ। ਤਾਂ ਮੈਂ ਕਹਿਣਾ ਤੁਹਾਨੂੰ, ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਕਰਤਾ, ਤੁਹਾਨੂੰ ਕੋਰਟ 'ਚ ਜਾ ਕੇ ਦੱਸਣਾ ਪੈਂਦਾ ਕਿ ਅਸੀਂ ਕਿਉਂ ਕਰਿਆ, ਇਹ ਅਸੀਂ ਲੋਕ ਹਿੱਤ 'ਚ ਕਰਿਆ। ਸੋ ਇਸ ਕਰਕੇ ਜਦ ਸਰਕਾਰ ਚਲਾਉਣੀ ਹੈ, ਜੇ ਤੁਸੀਂ ਬਾਹਰ ਬੈਠੇ ਹੋ, ਤੁਸੀਂ ਕੀ ਲੈਣਾ ਕੋਰਟ 'ਚ ਕੀ ਹੁੰਦਾ, ਤੁਸੀਂ ਕਹੋ ਜੀ ਆਹ ਕੰਮ ਕਰੋ। ਐਜੀਟੇਸ਼ਨ ਕਰਨਾ ਹੋਰ ਚੀਜ਼ ਹੈ। ਕੁਛ ਐਜੀਟੇਟਰ ਉਹ ਹੁੰਦੇ ਨੇ ਜਿਹੜੇ ਨਾਲ ਪ੍ਰਸ਼ਾਸਨ ਨੂੰ ਵੀ ਜਾਣਦੇ ਨੇ, ਉਹ ਫਿਰ ਨਾ ਤਾਂ ਐਜੀਟੇਸ਼ਨ ਦੀਆਂ ਜਾਇਜ਼ ਮੰਗਾਂ ਰੱਖਣ ਅਤੇ ਨਾ ਉਹ ਪ੍ਰਸ਼ਾਸਨ ਜਾ ਕੇ ਐਜੀਟੇਟਰਾਂ ਦੀਆਂ ਜਾਇਜ਼ ਮੰਗਾਂ ਨੂੰ ਰੋਕਣ। ਸੋ ਇਹ ਜਿਹੜੇ ਐਜੀਟੇਟਰ ਸੀ ਸੰਯੁਕਤ ਕਿਸਾਨ ਮੋਰਚਾ ਵਾਲੇ, ਇਹਨਾਂ ਨੇ ਉਹ ਦੂਜਾ ਪਾਸਾ ਸਿੱਖਿਆ ਨਹੀਂ ਅਜੇ। ਇਹਨਾਂ ਨੂੰ ਮਾਰ ਉਹ ਰਾਏ ਦੇ ਰਹੇ ਨੇ ਜਿਨ੍ਹਾਂ ਨੇ ਨਾ ਤਾਂ ਕਦੇ ਪ੍ਰਸ਼ਾਸਨ ਕਰਿਆ, ਨਾ ਉਹਨਾਂ ਨੇ ਐਜੀਟੇਸ਼ਨ ਕਰੀ ਹੈ ਉਹ ਐਕਸਪਰਟ, ਡਿਗਰੀਆਂ ਉਹਨਾਂ ਕੋਲ ਨੇ। ਉਹਨਾਂ ਨੇ ਕਦੇ 2 ਬੱਚਿਆਂ ਦੀ ਜੇ ਕੋਈ ਸਮੱਸਿਆ ਗਈ ਉਹ ਹੱਲ ਨਹੀਂ ਕਰੀ, ਜੇ ਯੂਨੀਵਰਸਿਟੀ 'ਚ ਪ੍ਰੋਫੈਸਰ ਨੇ, ਜਿਹੜਾ ਬੌਸ ਆ ਗਿਆ ਉਹਦੀ ਚਮਚੀ ਮਾਰੀ ਹੈ,
ਫਿਰ ਉਹ ਸੀ ਮੋਦੀ ਸਾਹਿਬ ਦੀ ਚਮਚੀ ਮਾਰਨ ਵਾਲਾ ਕਲਚਰ ਹੀ ਪੈਦਾ ਕਰਨਗੇ। ਸੋ ਮੈਂ ਤਾਂ ਕਹਿਣਾ ਪੰਜਾਬ ਦੀ ਚੋਣ ਦਾ ਜਦ ਅਸੀਂ ਗੱਲ ਕਰਦੇ ਹਾਂ, ਆਪਾਂ ਇਹਨੂੰ ਲਿਮਿਟ ਕਰੀਏ ਜਦ ਗੱਲ ਨੂੰ, ਕਿ ਪੰਜਾਬ ਦੇ ਮੁੱਦੇ ਤਾਂ ਸਭ ਨੂੰ ਪਤਾ ਵੀ ਇੰਨੇ ਮੁੱਦੇ ਨੇ ਸਾਰੇ, ਹਰ ਇੱਕ ਹੀ ਮੁੱਦਾ ਹੈ, ਚੌਤਰਫਾ ਸੰਕਟ ਹੈ। ਇਹਦੇ ਹੱਲ ਵਾਸਤੇ ਲੋੜ ਕੀ ਸੀ? ਲੋੜ ਇਹ ਹੱਲ ਤਾਂ ਹੋਊਗਾ ਜੇ ਤੁਹਾਡੇ ਪਿੱਛੇ ਤਾਕਤ ਖੜੀ ਹੈ। ਤੁਹਾਡੇ ਕੋਲ ਤਾਕਤ ਆਪਦੇ ਕੋਲ ਤਾਂ ਆ ਗਈ, ਤੁਸੀਂ CM ਬਣ ਗਏ, ਤੁਸੀਂ ਐਜੂਕੇਸ਼ਨ ਮਿਨਿਸਟਰ ਬਣ ਗਏ, ਹੈਲਥ ਮਿਨਿਸਟਰ ਬਣ ਗਏ, ਤੁਸੀਂ ਡਿਪਟੀ CM ਬਣ ਗਏ, ਤੁਸੀਂ ਹੋਮ ਮਿਨਿਸਟਰ ਬਣ ਗਏ, ਤੁਹਾਡੇ ਕੋਲ ਤਾਕਤ ਆ ਗਈ। ਉਹ ਸੰਵਿਧਾਨ ਦੀ ਤਾਕਤ ਹੈ ਤੁਹਾਡੇ ਕੋਲ, ਪਰ ਲੋਕਾਂ ਦੀ ਤਾਕਤ ਖੜੀ ਹੈ। ਲੋਕਾਂ ਨੇ ਤਾਂ ਤੁਹਾਨੂੰ ਵੋਟ ਪਾਈ ਹੈ, ਉਹ ਕੱਲੀ ਵੋਟ ਨੇ ਤੁਹਾਨੂੰ ਇਹ ਤਾਕਤ ਦੇ ਦਿੱਤੀ ਇੱਥੇ ਬੈਠਣ ਦੀ। ਇਦੋਂ ਅੱਗੇ ਰੋਜ਼ ਜਿਹੜੇ ਫੈਸਲੇ ਕਰੋਗੇ ਉਹਦੇ ਪਿੱਛੇ ਲੋਕ ਖੜੇ ਨੇ। ਜੇ ਲੋਕ ਕਹਿੰਦੇ ਵੀ ਇਹ ਤਾਂ ਗਲਤ ਹੈ ਜੀ ਫੈਸਲਾ, ਫਿਰ ਕੀ ਕਰੋਗੇ? ਸੋ ਜੇ ਤੁਸੀਂ ਮੰਨ ਲਓ ਲੋਕ ਨਹੀਂ ਕਹਿੰਦੇ, ਤੁਸੀਂ ਫੈਸਲਾ ਵੀ ਜਾਇਜ਼ ਕਰਦੇ ਹੋ, ਉੱਤੋਂ ਜਿਹੜੇ ਦੂਜੀ ਧਿਰ ਹੈ ਜਿਹਦੇ ਹਿੱਤ ਟਕਰਾ ਰਹੇ ਨੇ ਤੁਹਾਡੇ ਨਾਲ, ਉਹ ਪਾ ਲੈਂਦੇ ਰੌਲਾ, ਤੁਸੀਂ ਰਹਿ ਗਏ ਇਕੱਲੇ। ਜੇ ਤਾਂ ਲੋਕ ਤੁਹਾਡੇ ਨਾਲ ਖੜੇ ਨੇ ਵੀ ਚੰਗਾ ਫਿਰ ਕਰਕੇ ਦਿਖਾਓ, ਇਹ ਤਾਂ ਸਰਕਾਰ ਨੇ ਠੀਕ ਕਰਿਆ, ਫਿਰ ਤੁਸੀਂ ਜਿੱਤ ਜਾਓਗੇ। ਜੇ ਲੋਕ ਤਾਂ ਪਾਸਾ ਵੱਟ ਕੇ ਵੀ ਯਾਰ ਅਸੀਂ ਕੀ ਲੈਣਾ, ਇਹਨਾਂ ਨੇ ਕਰਿਆ, ਤੇ ਫਿਰ ਤੁਸੀਂ ਹਾਰੋਗੇ। ਫੈਸਲਾ ਭਾਵੇਂ ਤੁਸੀਂ ਹਿੱਤ 'ਚ ਕਰਿਆ। ਸੋ ਇਸ ਕਰਕੇ ਇੱਕ ਮੂਵਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਲਹਿਰ, ਲੋਕਾਂ ਦੀ ਲਹਿਰ, ਇੱਕ ਜਿਹੜੀ ਵਿਰੋਧ ਕਰੇ, ਜਿਹੜੀ ਵੀ ਗਲਤ ਗੱਲ ਕਰੇ ਸਰਕਾਰ, ਚਾਹੇ ਸਰਕਾਰ ਕਰੇ, ਚਾਹੇ ਕੋਈ ਵਿਰੋਧੀ ਧਿਰ ਕਰੇ, ਚਾਹੇ ਕੋਈ ਜਿਹਦੇ ਹਿੱਤ ਹੋਣ ਉਹ ਕਰੇ, ਉਹ ਧਿਰ ਇੱਕ ਹੀ ਜੀ ਖੜੀ ਹੋਣੀ ਚਾਹੀਦੀ। ਉਹ ਖੜੀ ਹੋਣ ਲੱਗੀ ਸੀ ਸੰਯੁਕਤ ਮੋਰਚੇ 'ਚ, ਕਿਸਾਨ ਮੋਰਚੇ 'ਚ। ਉਹ ਕਿਤੇ ਨਾ ਕਿਤੇ ਉਹਨੂੰ ਢਾਹ ਲੱਗੀ ਹੈ, ਮੈਨੂੰ ਲੱਗਦਾ ਵੀ ਦੁਬਾਰਾ ਖੜੀ ਹੋਊਗੀ ਹੁਣ, ਉਹ ਕੋਸ਼ਿਸ਼ ਕਰ ਰਹੇ ਨੇ। ਸੋ ਪੰਜਾਬ ਦੀਆਂ ਚੋਣਾਂ 'ਚ ਜਿੰਨੇ ਮਰਜ਼ੀ ਤੋੜ ਜੋੜ ਕਰ ਲੈਣ, ਹੁਣ 5 ਬਣ ਗਏ, 5 ਤੱਕ ਗੱਠਜੋੜ ਸਾਡੇ ਸਾਹਮਣੇ ਆ ਗਏ ਨਾ, ਠੀਕ ਹੈ। ਕਾਂਗਰਸ ਹੈ, ਅਕਾਲੀ ਦਲ ਹੈ, ਫਿਰ ਆਪ ਵਾਲੇ ਨੇ, ਇਹ ਤਾਂ 3 ਰਵਾਇਤੀ ਪਾਰਟੀਆਂ ਹੁਣ ਬਣ ਗਈਆਂ ਪ੍ਰੈਕਟੀਕਲੀ, ਠੀਕ ਹੈ। ਫਿਰ ਨਵਾਂ BJP ਨੇ ਮਿਲ ਗੋਭਾ ਸਾਰਾ ਬਣਾ ਲਿਆ, ਅਮਰਿੰਦਰ ਸਿੰਘ ਦੀ ਪਾਰਟੀ ਤੇ ਉਹਦੇ ਸੰਯੁਕਤ ਮੋਰਚੇ ਹੈ, ਅਕਾਲੀ ਦਲ ਵਾਲੇ ਤੇ ਹੋਰ ਇੱਕ ਹੋਰ ਨਵਾਂ ਜਿਹੜਾ ਹੈਗਾ ਇਹ ਕਿਸਾਨ ਸੰਯੁਕਤ SSM ਬਣ ਗਿਆ, ਸੰਯੁਕਤ ਸਮਾਜ ਮੋਰਚਾ। ਇੱਕ 6ਵੀਂ ਹੋਰ ਧਿਰ ਹੈਗੀ ਹੈ, ਉਹਨੇ 8-9 ਪਾਰਟੀਆਂ ਗਰੁੱਪ ਜੇ ਇਕੱਠੇ ਕਰਕੇ ਉਹਨਾਂ ਨੇ ਪਤਾ ਨਹੀਂ ਲੋਕ ਪਾਰਟੀ ਕੇ ਕਿਆ ਬਣਾਇਆ ਹੋਇਆ, 5-7-8 ਇਕੱਠੇ ਹੋਏ ਨੇ, ਜਿਨ੍ਹਾਂ ਦੇ ਵਿੱਚ ਸੰਯੁਕਤ ਅਕਾਲੀ ਦਲ ਵੀ ਸ਼ਾਮਲ ਹੈ, ਜਿਹੜੇ ਉਹ ਆਪਣੇ ਬਠਿੰਡੇ ਵਾਲੇ ਨੇ, ਸੁਖਦੇਵ ਸਿੰਘ ਢੀਂਡਸਾ। ਨਾ ਸੁਖਦੇਵ ਸਿੰਘ ਸਾਹਿਬ ਬਠਿੰਡੇ ਦੇ ਇੱਕ ਹੋਰ ਸੰਯੁਕਤ ਅਕਾਲੀ ਦਲ ਹੈਗਾ ਜੀ, ਉਹ ਅਕਾਲੀ ਦਲ ਵੀ ਸ਼ਾਮਲ ਹੈ, ਤੇ ਉਹਦੇ ਵਿੱਚ ਲੋਕ ਹਿੱਤ ਲਹਿਰ ਵੀ ਸ਼ਾਮਲ ਹੈ। ਲੋਕ ਹਿੱਤ ਲਹਿਰ ਬਣੀ ਹੋਈ ਆ, ਕੋਈ ਕਈ ਨੇ 7-8 ਨੇ, ਉਹਨੇ ਇਕੱਠੀਆਂ ਮਤਲਬ ਬਣਾ ਕੇ ਇੱਥੇ ਕੋਈ ਕੁਝ ਦਿਨ ਪਹਿਲਾਂ ਹੀ, ਮਹੀਨਾ ਕੁ ਪਹਿਲਾਂ SSM ਤੋਂ ਪਹਿਲਾਂ ਕਰਿਆ ਉਹਨਾਂ ਨੇ। ਚਲੋ ਉਹ ਧਿਰ ਨੂੰ ਤਾਂ ਆਪਾਂ ਕਹਿ ਦਈਏ ਵੀ ਕੋਈ ਐਡੀ ਵੱਡੀ ਗੱਲ ਨਹੀਂ ਆ। ਇਹ 5 ਤਾਂ ਸਾਰੀਆਂ ਗਿਣ ਵਾਲੀਆਂ ਨੇ ਨਾ, 5 ਤੋਂ ਤਾਂ ਅਸੀਂ ਅੱਖਾਂ ਨਹੀਂ ਮੀਚ ਸਕਦੇ। ਹੁਣ ਮੈਂ ਇਹ ਕਹਿਣਾ ਵੀ ਇਹ ਚੋਣਾਂ 'ਚ ਜਿਹੜੀ ਚਾਲ ਹੈ BJP ਦੀ ਹੈ, BJP ਦੀ ਚਾਲ ਹੈ ਵੱਧ ਤੋਂ ਵੱਧ ਵੋਟਾਂ ਵੰਡੀਆਂ ਜਾਣ। ਜੇ ਵੋਟਾਂ ਵੰਡੀਆਂ ਜਾਣ ਤਾਂ ਅਸੀਂ ਗਾਜਰ ਹੱਥ ਫੜ ਕੇ ਕਹਾਂਗੇ ਬੋਲੋ ਕਿਹਨੇ ਖਾਣੀ ਹੈ। ਜੇ ਉੱਥੇ ਬਾਰਡਰ ਲਾਈਨ ਸਰਕਾਰ ਸੀ ਮੱਧ ਪ੍ਰਦੇਸ਼ 'ਚ, ਸਿੰਧੀਆ ਨੂੰ ਰਲਾ ਲਿਆ ਨਾ ਨਾਲ, ਰਾਜਸਥਾਨ 'ਚ ਵੀ ਬਾਰਡਰ ਲਾਈਨ ਸੀ, ਉਹਨੂੰ ਵੀ ਰਲਾਉਣ ਨੂੰ ਫਿਰਦੇ ਸੀ। ਪਰ ਜਿਹੜਾ ਛੱਤੀਸਗੜ੍ਹ ਸੀ ਉੱਥੇ ਨਹੀਂ ਇਹੀ ਜਿਹੀ ਗੱਲ ਕਰੀ, ਕਿਉਂਕਿ ਉੱਥੇ ਗਿਣਤੀ ਬਹੁਤ ਜ਼ਿਆਦਾ ਸੀ। ਕਰਨਾਟਕ ਦੀ ਸਰਕਾਰ ਤੋੜਤੀ। ਹੁਣ ਅੱਜ BJP ਦੀ ਗੇਮ ਪੰਜਾਬ 'ਚ ਇਹ ਹੈ ਕਿ ਪੰਜਾਬ ਦਾ ਪੱਠਾ ਬਿਠਾਉਣ ਵਾਸਤੇ BJP ਇਸ ਗੱਲ 'ਤੇ ਤੁਰੀ ਹੋਈ ਹੈ, ਕਿਉਂਕਿ ਉਹਨੂੰ ਹੈਗੀਆਂ ਖੁੰਦਕ ਵੀ, ਇਹਨਾਂ ਨੇ ਸਾਡਾ ਨੱਕ ਵੱਢਿਆ ਤੇ ਉਹ ਇਸ ਖੁੰਦਕ 'ਚ ਆ ਵੀ ਚੰਗਾ ਹੁਣ ਤੁਹਾਨੂੰ ਸਭ ਕੁਛ ਸਿਖਾਵਾਂਗੇ। ਉਹਦੇ ਵਿੱਚ ਉਹ ਕਿੰਗ ਮੇਕਰ ਬਣਨਾ ਚਾਹੁੰਦੀ ਹੈ ਵੀ ਹੱਥ ਸਾਡੇ 'ਚ ਹੋਵੇ। ਆਪਾਂ ਨੂੰ ਪਤਾ ਸਾਡੇ ਸਿਆਸਤਦਾਨ ਹੁਣੀ ਛਾਲਾ ਮਾਰ ਕੇ ਉੱਧਰ ਜਾ ਰਹੇ ਨੇ, ਸਾਡੇ ਸਿਆਸਤਦਾਨ ਜਿੱਤ ਕੇ ਵੀ ਉੱਧਰ ਜਾਣਗੇ। ਜਿੱਤ ਕੇ ਆਪ ਵਾਲੇ MLA ਕੀ ਗਏ ਨਹੀਂ, ਕਾਂਗਰਸ 'ਚ ਗਏ ਨੇ ਨਾ, ਤੇ ਕਾਂਗਰਸ ਨੇ ਲੈ ਨਹੀਂ, ਕਾਂਗਰਸ ਕੋਲ 78 ਸੀਗੇ, ਉਹਨਾਂ ਨੂੰ ਲੈਣ ਦੀ ਕੀ ਲੋੜ ਸੀ। ਜੇ ਸਿਆਣਪ ਕਰਦੇ ਹੁਣ ਕਹਿੰਦੇ ਯਾਰ ਤੁਸੀਂ ਉੱਥੇ ਹੀ ਰਹੋ, ਤੁਹਾਡੇ ਹਲਕੇ ਦਾ ਕੋਈ ਕੰਮ ਹੈ ਸਾਨੂੰ ਦੱਸੋ ਅਸੀਂ ਕਰ ਦਿੰਦੇ ਹਾਂ, ਤੁਸੀਂ ਨਵਾਂ ਲਿਓ ਉਹਨਾਂ ਦੇ। ਜੇ ਤੁਸੀਂ ਚੰਗੀ ਸਿਆਸਤ ਦੇਣੀ ਹੈ ਤੁਸੀਂ ਉਹਨਾਂ ਨੂੰ ਐਡਵਾਈਸ ਕਰੋ। ਇਹ ਗੱਲ ਤੇ ਕਿਸਾਨ ਮੋਰਚੇ ਸਮਝ ਸੀਗੀ, ਜਿੱਦੇ 26 ਜਨ ਨੂੰ ਕੱਟੀ ਹੋ ਗਿਆ, ਰੌਲਾ ਪੈ ਗਿਆ। ਜਿਹੜਾ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ ਦੁਆਬੇ, ਇਹ ਮਾਝੇ ਵਾਲੀ, ਉਹ ਬਹੁਤ ਤਕੜੀ ਹੈ, ਪਰ ਉਹਦਾ ਰੌਲਾ ਪੈ ਗਿਆ। ਉਹਦੇ ਬੰਦੇ ਵੀ ਅਸੀਂ ਤਾਂ ਗ੍ਰਾਹਾਂ ਗਰੁੱਪ 'ਚ ਜਾਣ ਨੂੰ ਤਿਆਰ ਹਾਂ, ਫਲਾਣੇ ਗਰੁੱਪ 'ਚ। ਉਹਨਾਂ ਨੇ ਕਿਹਾ ਨਾ ਐ ਨਾ ਕਰਿਓ, ਉਹਨਾਂ 'ਚ ਹੀ ਰਹੋ। ਅੱਜ ਸਾਰੇ ਕਿਸਾਨ ਜਥੇਬੰਦੀਆਂ ਤਕੜੀਆਂ ਰਹੀਆਂ, ਫਿਰ ਜੇ ਉਹ ਲੈ ਲੈਂਦੇ ਉਦੀ ਕੱਟੀ ਹੋ ਜਾਣਾ ਸੀ, ਰੌਲਾ ਪੈ ਜਾਣਾ ਸੀ। ਸੋ ਮੈਂ ਇਹ ਕਹਿਣਾ ਵੀ ਜਦ ਸਾਡੇ ਬੰਦੇ ਭੱਜਣ ਨੂੰ ਤਿਆਰ ਨੇ, ਦੂਜੀਆਂ ਪਾਰਟੀਆਂ ਲੈਣ ਨੂੰ ਤਿਆਰ ਨੇ, ਤੇ ਫਿਰ ਉਹਨਾਂ ਤੋਂ ਕੀ ਉਮੀਦ ਰੱਖਦੇ ਹੋ? ਹੁਣ ਤੁਸੀਂ ਸਵਾਲ ਜਿੱਦਾਂ ਕਿ ਕਿਸਾਨ ਮੋਰਚੇ ਦੀ ਗੱਲ ਹੋਈ ਹੈ, ਇੱਕ ਵਾਰ ਲਹਿਰ ਤੁਰੀ ਜਦੋਂ ਕਿਸਾਨ ਉੱਠ ਕੇ ਸਾਹਮਣੇ ਆਏ। ਇੱਕ ਵਾਰ ਤਾਂ ਇਹ ਲੱਗਿਆ ਸੀ ਪੰਜਾਬ 'ਚ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਕਾਂਗਰਸ ਆ, ਅਕਾਲੀ ਦਲ ਆ, ਚਾਹੇ BJP ਆ, ਇਹ ਤਾਂ ਖਤਮ ਨੇ ਬਿਲਕੁਲ, ਕਿਉਂਕਿ ਕਿਸਾਨਾਂ ਨੇ ਲੋਕਾਂ ਦਾ ਦਿਲ ਜਿੱਤਿਆ, ਲੋਕਾਂ ਦੇ ਵਿੱਚ ਉੱਠ ਕੇ ਆਏ ਸੀ, ਸਾਰੇ ਲੋਕਾਂ ਨੇ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾਈ, ਲੋਕ ਨਾਲ ਰਲ ਕੇ ਚੱਲੇ ਨੇ। ਦਿੱਲੀ ਵਾਲਾ ਜਿਹੜਾ ਧਰਨਾ, ਤੁਸੀਂ ਖੁਦ ਸਿਆਣੇ ਹੋ ਕਿ ਹਿਸਟਰੀ ਦਾ ਸਭ ਤੋਂ ਵੱਡੀ ਜਿਹੜੀ ਉਹ ਇੱਕ ਬਣ ਗਈ ਸੀ ਨਾ ਜੀ,
ਉਸ ਤੋਂ ਬਾਅਦ ਜਦੋਂ ਮੋਰਚਾ ਇੱਕ ਹਿਸਾਬ ਨਾਲ ਫਤਿਹ ਕੀਤਾ ਜਾਂਦਾ, ਇੱਕ ਪੜਾਅ ਉਹਦਾ ਖਤਮ ਕੀਤਾ ਜਾਂਦਾ ਹੈ, ਉਦੋਂ ਬਾਅਦ ਚ ਪਹਿਲਾਂ ਤਾਂ ਇਹ ਗੱਲ ਕਹੀ ਗਈ ਕਿ ਅਸੀਂ ਕਿਸੇ ਪਾਰਟੀ ਨੂੰ ਨਾ ਵੜਨ ਦੇਣਾ, ਨਾ ਅਸੀਂ ਕਿਸੇ ਨਾਲ ਸਮਝੌਤਾ ਕਰਨਾ, ਪਾਰਟੀਆਂ ਤਾਂ ਸਾਡੇ ਨਾਲ ਹੈ ਹੀ ਨਹੀਂ, ਨਾ ਹੀ ਅਸੀਂ ਕਿਸੇ ਨੂੰ ਨਾ ਰਲਾਈਏ। ਉਦੋਂ ਬਾਅਦ ਚ ਆ ਕੇ ਇੱਥੇ ਕਿਹਾ ਜਾਂਦਾ ਕਿ ਅਸੀਂ ਵੀ ਆਪਦੀ ਵੱਖਰੀ ਪਾਰਟੀ ਬਣਾ ਕੇ ਅਸੀਂ ਲੜਾਂਗੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇਹ ਸਾਰੇ ਐਲਾਨ ਸੀ, ਕਿਉਂਕਿ ਜਦੋਂ ਅੰਦੋਲਨ ਚੱਲਦਾ ਸੀਗਾ ਉਦੋਂ ਤਾਂ ਇਹ ਗੱਲ ਸਾਹਮਣੇ ਬਿਲਕੁਲ ਵੀ ਨਹੀਂ ਆਈ, ਜੇ ਉਦੋਂ ਕਹਿ ਦਿੰਦੇ ਹੋ ਸਕਦਾ ਸੀਗਾ ਕਿ ਉਦੋਂ ਲੋਕਾਂ ਨੇ ਟੁੱਟ ਜਾਣਾ ਸੀ ਉਹਨਾਂ ਦੇ ਨਾਲ, ਜੇ ਉਹ ਕਹਿੰਦੇ ਕਿ ਅਸੀਂ ਪੋਲਿਟਿਕਸ ਦੇ ਵਿੱਚ ਆਵਾਂਗੇ। ਪਰ ਹੁਣ ਉਹਨਾਂ ਨੇ ਇੱਥੇ ਪੰਜਾਬ ਆ ਕੇ ਇਹ ਉਦੋਂ ਬਾਅਦ ਚ ਐਲਾਨ ਕੀਤਾ ਕਿ ਅਸੀਂ ਪੋਲਿਟਿਕਸ ਦੇ ਵਿੱਚ ਆ ਰਹੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਲੋਕਾਂ ਦੀਆਂ ਜਿਹੜੀਆਂ ਉਹਨਾਂ ਦੇ ਨਾਲ ਪਿਆਰ ਮੁਹੱਬਤ ਜੁੜੀ ਹੋਈ ਸੀ, ਲੋਕਾਂ ਦੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੋਈ ਸੀ, ਉਹ ਕਿਤੇ ਨਾ ਕਿਤੇ ਇਫੈਕਟ ਹੋਊਗੀ? ਲੋਕਾਂ ਨੇ ਇਹਨਾਂ ਨੂੰ ਵੀ ਜਿਹੜੇ ਕਿਸਾਨ ਲੀਡਰ ਨੇ, ਇਹਨਾਂ ਨੇ ਰਾਜਨੀਤੀ 'ਚ ਆਉਣ ਦੀ ਜਿਹੜੀ ਗੱਲ ਕੀਤੀ ਆ, ਲੋਕਾਂ ਨੇ ਇਹਨਾਂ ਨੂੰ ਵੀ ਦਰਕਿਨਾਰ ਕਰ ਦੇਣਾ ਜਿੱਦਾਂ ਕਿ ਦੂਜੀਆਂ ਪਾਰਟੀਆਂ ਨੂੰ ਕੀਤਾ? ਦੇਖੋ, ਮੈਂ ਦਰਕਿਨਾਰ ਦੀ ਗੱਲ ਤਾਂ ਨਹੀਂ ਇਹ ਸਹਿਮਤ ਵੀ ਇਹਨਾਂ ਨੂੰ ਇੰਨਾ ਦਰਕਿਨਾਰ ਕਰਨਗੇ, ਨਕਨੂਦ ਇਹਨਾਂ ਦਾ ਹੈਗਾ। ਪਰ ਸਵਾਲ ਇਹ ਹੈ, ਉਹ ਗੱਲ ਤੁਹਾਡੀ ਸਹੀ ਹੈ ਵੀ ਜੇ ਉਦੋਂ ਕਹਿੰਦੇ ਲੋਕ ਜੁੜਦੇ ਨਾ ਇਹਨਾਂ ਨਾਲ, ਜੁੜਦੇ ਨੂੰ ਤਾਂ ਮੋਰਚਾ ਜਿੱਤਿਆ ਨਹੀਂ ਜਾਣਾ ਸੀ। ਠੀਕ ਹੈ। ਦੂਜੀ ਗੱਲ, ਸਿਆਸਤ ਨੂੰ ਪਰਾਂ ਰੱਖਣਾ ਜ਼ਰੂਰੀ ਸੀ। ਜੇ ਪਰਾਂ ਨਾ ਰੱਖਦੇ, ਸਿਆਸਤ ਨੇ ਤਾਂ ਇਹਨਾਂ ਨੂੰ ਪੰਗਾ ਇਹੋ ਜਿਹਾ ਪਾ ਦੇਣਾ ਸੀ ਜਿਹਨਾਂ ਮੁੜ ਕੇ ਮੋਰਚਾ ਜਿੱਤਿਆ ਨਹੀਂ ਜਾਣਾ ਸੀ। ਮੈਂ ਬਥੇਰੀਆਂ 2 ਐਜੀਟੇਸ਼ਨਾਂ ਮੈਂ ਇਹੋ ਜਿਹੀਆਂ ਲੰਬੀਆਂ 80 90 ਦਿਨਾਂ ਦੀਆਂ 6 ਮਹੀਨਿਆਂ ਦੀਆਂ ਦੇਖੀਆਂ ਨੇ, ਜਿਨ੍ਹਾਂ 'ਚ ਜਿੱਦਾਂ ਤੁਸੀਂ ਸਿਆਸੀ ਬੰਦਿਆਂ ਨੂੰ ਬੁਲਾ ਕੇ ਆਪਦੇ ਮੰਚ 'ਤੇ ਬੁਲਵਾਤਾ, ਉਦੋਂ ਉਹ ਬਿਖਰਨੀ ਸ਼ੁਰੂ ਹੋ ਜਾਂਦੀ ਸੀ। ਔਰ ਉਹਨਾਂ ਦੋਹਾਂ 'ਚ ਬੁਰੀ ਤਰ੍ਹਾਂ ਹਾਰੇ ਨੇ ਲੋਕ। ਮੈਂ ਉਹਨਾਂ ਦੇ ਵਿੱਚ ਲੀਡਰ ਰਿਹਾ। ਜਿੱਥੇ ਮੈਂ ਮੰਨ ਲਈ ਇਹ ਗੱਲ ਵੀ ਚੱਲ ਕੋਈ ਨਹੀਂ, ਕੰਪਰੋਮਾਈਜ਼ ਹੁੰਦਾ ਇਹ ਕਿਸਮ ਦਾ, ਉਦੋਂ ਅਸੀਂ ਹਾਰਿਆ। ਔਰ ਇੰਨੀ ਬੁਰੀ ਤਰ੍ਹਾਂ ਹਾਰਿਆ ਕਿ ਮੁੜ ਕੇ ਸਾਡੇ ਪੈਰ ਨਹੀਂ ਲੱਗੇ 6 ਸਾਲ। ਸੋ ਜਦ ਤੁਸੀਂ ਸਿਆਸਤ ਨੂੰ, ਰਵਾਇਤੀ ਸਿਆਸਤ ਨੂੰ ਅੱਗੇ ਲਿਆਓਗੇ, ਤੁਸੀਂ ਰਜਿਸਟੈਂਸ ਦੀ ਸਿਆਸਤ ਰੱਖੋ ਵੀ ਨਾ ਜੀ ਸਾਡੇ ਭਾਵੇਂ ਤਾਂ ਜਿਹੜੀ ਮਰਜ਼ੀ ਸਰਕਾਰ ਹੋਵੇ, ਜਿਹੜਾ ਮਰਜ਼ੀ ਮੰਤਰੀ ਹੋਵੇ, ਜਿਹੜਾ ਮਰਜ਼ੀ ਸੰਤਰੀ ਹੋਵੇ, ਆਹ ਸਾਡੀਆਂ ਮੰਗਾਂ ਨੇ, ਜਾਂ ਤਾਂ ਬੈਠ ਕੇ ਟੇਬਲ 'ਤੇ ਗੱਲ ਕਰ ਲਓ, ਸਾਨੂੰ ਕਹੋ ਵੀ ਨਜਾਇਜ਼ ਨੇ, ਅਤੇ ਜਾਂ ਫਿਰ ਮੰਨੋ, ਜਾਂ ਤਾਂ ਸਾਨੂੰ ਸਾਬਤ ਕਰ ਦਿਓ ਨਾ ਵੀ ਨਜਾਇਜ਼ ਆ ਤੁਹਾਡਾ। ਹੈਂ, ਅਸੀਂ ਕਹਿੰਦੇ ਸੀ ਵੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਜਿਹੜਾ ਕੁਝ ਮੰਗਦੇ ਹੋ, ਚਲੋ ਮੁਕਾਬਲਾ ਕਰ ਲਓ ਵੀ IAS ਨੂੰ ਕੀ ਦੇ ਰਹੇ ਹੋ, ਉਹਨਾਂ ਨੂੰ ਕਿੰਨਾ ਪੜ੍ਹਨਾ ਪੈਂਦਾ ਹੈ, IPS ਨੂੰ ਕਿੰਨਾ ਦਿੰਦੇ ਹੋ, ਕਾਲਜ ਦੇ ਪ੍ਰੋਫੈਸਰਾਂ ਨੂੰ ਕਿੰਨਾ ਦਿੰਦੇ ਹੋ, ਉਹਨਾਂ ਨੂੰ ਕਿੰਨਾ ਪੜ੍ਹਨਾ ਪੈਂਦਾ ਹੈ, ਡਿਊਟੀ ਕਿੰਨੀ ਹੈ, ਕੰਮ ਕਿੰਨਾ ਔਖਾ ਹੈ, ਕੋਈ ਚੀਜ਼ ਲਾ ਲਓ, ਮਹਿੰਗੀ ਕਿੰਨੀ ਹੈ ਪੜ੍ਹਾਈ, ਤੁਸੀਂ ਕਿੰਨੀਆਂ ਫੀਸਾਂ ਤੈਅ ਕਰੀਆਂ ਨੇ, ਜਿਹੜੇ ਮਰਜ਼ੀ ਗੱਲ ਦੇ ਉੱਤੇ ਗਿਣ ਲਓ। ਆਪਾਂ ਹੁਣ ਹੀ ਕਰ ਰਹੇ ਨੇ ਗੱਲ, ਤਾਸ਼ ਦੇ ਪੱਤੇ ਦਿਖਾ ਕੇ ਖੇਡਣ ਜਾਂਦੇ ਆ ਜੀ, ਵਿਆਹ ਪੈ ਨੇ ਆ ਜਾਓ, ਜਿਹਨੇ ਆਉਣਾ ਆਵੇ, ਜਦ ਮਰਜ਼ੀ ਸੈਮੀਨਾਰ ਚਰਚਾ ਕਰ ਲਓ। ਤਾਂ ਮੈਂ ਕਹਿਣਾ ਵੀ ਇਹਨਾਂ ਨੇ ਉਹ ਠੀਕ ਕਰਿਆ ਜਿਹੜਾ ਨਹੀਂ ਬੁਲਾਇਆ। ਪਰ ਹੁਣ ਤੁਸੀਂ ਠੀਕ ਕਿਹਾ ਇਹ, ਇਹਨਾਂ ਦਾ ਮਤਲਬ ਪਾਰਸ਼ਲੀ ਠੀਕ, ਜਿਹਨੂੰ ਮੈਂ ਕਹਿਣਾ ਵੀ ਇਹਨਾਂ ਦਾ ਜਿਹੜਾ ਉਹ ਕਦਬੁੱਤੀ ਕੀਤਾ, ਇਸੇ ਕਰਕੇ ਘਟ ਗਿਆ ਵੀ 9 ਤਾਂ ਪਹਿਲਾਂ ਵੱਖਰੀਆਂ ਹੋ ਗਈਆਂ ਸੀ। ਬਿਲਕੁਲ, ਜਿਹੜੇ ਆਪਸ ਠੀਕ ਹੈ ਨਾ, ਅੱਡ ਹੋ ਗਏ ਸੀ। 10 ਪਹਿਲਾਂ ਅੱਡ ਸੀਗੀਆਂ, 3 ਦੇ ਬਾਰੇ ਰੌਲਾ ਸੀ ਵੀ ਇਹ ਨਾਲ ਰਲ ਜਾਣਗੀਆਂ। ਉਹਨਾਂ 3 ਚੋਂ 2 ਨੇ ਫਿਰ ਮਨਾ ਕਰਤਾ, 9 ਤਾਂ ਪੱਕੀਆਂ ਵੱਖ ਹੋ ਗਈਆਂ। ਬਾਕੀ 23 ਚੋਂ ਵੀ ਕਿਸੇ ਨੇ ਮੈਨੂੰ ਦੱਸਿਆ, ਕਿੰਨਾ ਕੁ ਸੱਚ ਹੈ ਤਾਂ ਪਤਾ ਲੱਗੂ, ਵੀ 4 ਹੋਰ ਛੱਡ ਗਈਆਂ, ਹੁਣੇ 19 ਰਹਿ ਗਈਆਂ। ਹੁਣ 19 'ਚ ਹੱਦ ਦੇਖੋ ਕਿੱਥੇ ਹੈ। ਹੱਦ ਇਹ ਹੈ ਵੀ ਅਸੀਂ ਆਪਦੀ ਤਾਕਤ ਨਹੀਂ ਪਛਾਣੀ। ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਦਾ ਕੱਦ ਇੰਨਾ ਉੱਚਾ ਸੀ, ਅਰਸ਼ 'ਤੇ ਪਹੁੰਚਿਆ ਹੋਇਆ ਸੀ, ਠੀਕ ਹੈ, ਉਹ ਕੇਜਰੀਵਾਲ ਕੋਲ, ਕੇਜਰੀਵਾਲ ਕਹਿੰਦਾ ਮੈਂ ਨਹੀਂ ਕਰਨਾ, ਹੁਣ ਦੁਬਾਰਾ ਸਮਝੌਤਾ ਹੋਣ ਦੀ ਗੱਲ ਚੱਲ ਰਹੀ ਹੈ, ਉਹ ਕੇਜਰੀਵਾਲ ਨਾਲ ਸਮਝੌਤਾ ਕਰਨ ਨੂੰ ਫਿਰਦੇ ਸੀ, ਜਿਹੜਾ ਨਹੀਂ ਹੋ ਰਿਹਾ ਸੀ। ਕੇਜਰੀਵਾਲ ਨਾ ਕਰ ਰਿਹਾ ਸੀ। ਕੇਜਰੀਵਾਲ ਵਰਗਾ ਬੰਦਾ ਨਾ ਕਰ ਰਿਹਾ ਤੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਝੁਕਾ ਕੇ ਆਏ ਨੇ, ਜਿਹਦੇ ਕੋਲ ਕੇਜਰੀਵਾਲ ਚੁੱਪ ਕਰ ਗਿਆ ਜਦੋਂ ਉਹਨੇ LG ਨੂੰ ਪਾਵਰਾਂ ਦਿੱਤੀਆਂ, ਬੋਲਿਆ ਨਹੀਂ। ਫਰਕ ਦੇਖੋ ਤੁਸੀਂ ਕਿੱਥੋਂ ਕਿੱਥੇ ਆ ਗਏ। ਇਹ ਸਿਆਸਤ ਕਰਾਉਂਦੀ ਹੈ। ਅਜੇ ਤਾਂ ਚੋਣਾਂ ਹੋਣੀਆਂ ਨੇ ਨਾ, ਅਜੇ ਤਾਂ ਤੇਲ ਦੇਖੋ, ਅਜੇ ਤਾਂ ਸ਼ੁਰੂ ਹੀ ਹੋਇਆ ਕੰਮ। ਫਿਰ ਜਦੋਂ ਉਹਨੇ ਨਾ ਕਰਤੀ, ਫਿਰ ਜਿਹੜੀ ਮੈਂ ਤੁਹਾਨੂੰ ਲੋਕ ਅਧਿਕਾਰ ਲਹਿਰ ਕਹੀ ਹੈ, ਜਿਨ੍ਹਾਂ ਦਾ ਕੋਈ ਮਤਲਬ ਉਸ ਤਰੀਕੇ ਦਾ ਵਜੂਦ ਹੀ ਨਹੀਂ ਹੈ, ਜਿਹੜੇ ਵਿਰੋਧ ਕਰਦੇ ਰਹੇ ਨੇ ਇਹਨਾਂ ਦਾ, ਕਿਸਾਨਾਂ ਦਾ, ਕਹਿੰਦੇ ਰਹੇ ਨੇ ਬਿੱਲ ਠੀਕ ਨੇ, ਕਾਨੂੰਨ ਠੀਕ ਨੇ, ਉਹਨਾਂ ਕੋਲ ਜਾ ਕੇ ਇਹ ਉਹਨਾਂ ਨਾਲ ਵੀ ਮੀਟਿੰਗ ਕਰੀ ਹੈ। ਕੋਈ ਹੱਲ ਰਹੇਗਾ? ਫਿਰ ਕੋਈ ਹੱਲ ਸੋਚ ਸਕਦੇ ਹੋ? ਜਿਹੜਾ ਬੰਦਾ ਤੁਹਾਡਾ ਡਟ ਕੇ ਵਿਰੋਧ ਕਰ ਰਿਹਾ ਵੀ ਇਹ ਬਿੱਲ, ਫਿਰ ਤੁਸੀਂ ਕਿਉਂ ਵਿਰੋਧ ਕਰਿਆ ਵੀ ਬਿੱਲਾਂ ਦਾ? ਫਿਰ ਤਾਂ ਤੁਸੀਂ ਕਹੋ ਉਹ ਤਾਂ ਕਹਿੰਦੇ ਸੀ ਠੀਕ ਹੈ। ਜਦੋਂ ਉਹ ਕਹਿੰਦੇ ਸੀ ਉਹ ਠੀਕ ਹੈ, ਤੁਸੀਂ ਕਹਿੰਦੇ ਉਹ ਗਲਤ ਹੈ। ਤੁਸੀਂ ਕਹੋ ਜੀ ਉਹ ਤਾਂ ਬੀਤੇ ਦੀ ਗੱਲ ਹੈ, ਮੰਨ ਲਿਆ ਬੀਤੇ ਦੀ ਗੱਲ ਹੈ। ਜਦ ਇਕੱਠੇ ਹੋਣਗੇ ਤਾਂ ਮਤਲਬ ਉਹਨਾਂ ਦਾ ਵਿਚਾਰ ਤਾਂ ਉਸੇ ਧਾਰਾ ਦਾ ਹੈ ਨਾ, ਕਾਰਪੋਰੇਟ ਦੇ ਪੱਖੀ ਹੈ, ਤੁਹਾਡਾ ਉਹਦਾ ਉਲਟਾ ਹੈ। ਫਿਰ ਤੁਸੀਂ ਇਕੱਠੇ ਰਹੋਗੇ ਕਿਵੇਂ? ਇਹਦਾ ਮਤਲਬ ਜੇ ਤੁਸੀਂ ਜਿੱਤ ਵੀ ਜਾਂਦੇ ਹੋ, ਤੁਸੀਂ ਤਾਂ ਉੱਥੇ ਖੱਖੜੀਆਂ ਕਰੇਲੇ ਕਰਾ ਦੋਗੇ, ਤੁਸੀਂ ਤਾਂ ਚੱਲਣ ਹੀ ਨਹੀਂ ਦੇਣਾ ਇੱਕ ਦੂਜੇ ਨੂੰ। ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਵੀ ਜਿਹੜੀ ਵਿਰੋਧ ਦੀ ਮੂਵਮੈਂਟ ਸੀ ਉਹ ਤਕੜੀ ਰਹਿਣੀ ਸੀ। ਉਹ ਵਿਰੋਧ ਦੀ ਮੂਵਮੈਂਟ ਨੂੰ ਕਿਤੇ ਨਾ ਕਿਤੇ ਧੱਬਾ ਲੱਗਿਆ। ਔਰ ਇਹ ਜਿਹੜੇ ਜਿੱਤਣਗੇ, ਇਹ ਜਿੱਤਣਾ ਹੈ। ਮੈਂ ਤਾਂ ਕਹਿੰਦਾ, ਤੁਸੀਂ ਤਾਂ ਕਹਿੰਦਾ ਮੈਂ ਚਾਹੁੰਦਾ ਵੀ ਇਹ ਜਿੱਤ ਜਾਣ, ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਵੀ ਹਾਂ ਕਿਹੜੇ ਭਾਅ ਵਿਕਦੀ ਹੈ ਬਾਜ਼ਾਰ 'ਚ, ਕਿਵੇਂ ਅਸੀਂ ਲੋਕਾਂ ਦਾ ਹੱਲ ਕਰਾਂਗੇ। ਹੱਲ ਕਿਹੜਾ ਕਰਨਾ?
ਹਾਲੇ ਇਹਨਾਂ ਨੂੰ ਦੱਸ ਦੇਣਾ ਕਿਸੇ ਉਸ ਮਾਹਰ ਨੇ ਜਿਹਨੇ ਕਦੇ ਨਾ ਕਿਸੇ ਤੋਂ ਮਤਲਬ ਐਜੀਟੇਸ਼ਨ ਕਰੀ ਹੈ ਉਸ ਤਰ੍ਹਾਂ ਦੀ, ਨਾ ਕਦੇ ਨੈਗੋਸ਼ੀਏਸ਼ਨ ਕਰੀ ਹੈ, ਕਿਉਂਕਿ ਇਹਨਾਂ ਨੂੰ ਮਾਰ ਕੇ ਜੇ ਟੱਕਰੇ ਨੇ। ਇੱਕ ਮਾਹਰ ਨੇ ਕਹਿਤਾ ਪਹਿਲੀ ਜਦ ਇਹਨਾਂ ਦੀ ਮੀਟਿੰਗ ਹੋਈਆਂ 11 ਮੀਟਿੰਗਾਂ ਜਿਹਨੇ, ਉਦੋਂ ਪਹਿਲੀ ਮੀਟਿੰਗ ਵੇਲੀ, ਹਾਂ ਪਹਿਲੀ ਵੇਲੇ ਉਹਨੇ ਬਿਆਨ ਦਿੱਤਾ ਟੀਵੀ ਤੇ ਵੀ ਮੈਂ ਇਹਨਾਂ ਨੂੰ ਰਾਏ ਦਿੰਦਾ ਵੀ ਇਹ ਨੈਗੋਸ਼ੀਏਸ਼ਨ ਕਿਵੇਂ ਕਰਨ। ਮੈਨੂੰ ਕਿਸੇ ਨੇ ਪੁੱਛਿਆ ਜੀ ਉਹਨਾਂ ਨੇ ਫਲਾਣੇ ਐਡੇ ਵੱਡੇ ਮਹਾਨ ਅਰਥ ਸ਼ਾਸਤਰੀ ਉਹਨਾਂ ਨੇ ਰਾਏ ਦਿੱਤੀ ਹੈ। ਮੈਂ ਕਿਹਾ ਉਹਨਾਂ ਨੇ ਆਪ ਤਾਂ ਕਦੇ ਜ਼ਿੰਦਗੀ 'ਚ ਨੈਗੋਸ਼ੀਏਸ਼ਨ ਕਰੀ ਨਹੀਂ, ਉਹ ਦੂਜਿਆਂ ਨੂੰ ਦੱਸਦੇ ਨੇ। ਮੈਂ ਕਿਹਾ ਜਿਵੇਂ ਮੈਂ ਤੈਰਨਾ ਜਾਣਦਾ ਨਹੀਂ, ਮੈਂ ਦੂਜਿਆਂ ਨੂੰ ਸਿਖਾਵਾਂ ਵੀ ਤੈਰਨਾ ਕਿਵੇਂ ਹੁੰਦਾ। ਮੈਂ ਡਰਾਈਵਿੰਗ ਨਹੀਂ ਜਾਣਦਾ, ਮੈਂ ਲੋਕਾਂ ਨੂੰ ਸੁਣਨ ਨੂੰ ਦੱਸਾਂ ਵੀ ਡਰਾਈਵਿੰਗ ਕਿਵੇਂ ਕਰਨੀ ਹੁੰਦੀ ਹੈ। ਇਹ ਉਹੀ ਜੀ ਗੱਲ ਹੈ। ਤੇ ਇਸ ਕਰਕੇ ਅੰਧਾ ਆਗੂ ਜੇ ਥੀ ਕਿਉਂ ਪਾਦਰ ਜਾਣ, ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੇਗਾ। ਸੋ ਇਸ ਕਰਕੇ ਤੇ ਸਾਡੀ ਜਿਹੜੀ ਸਮੱਸਿਆ ਕਿੱਥੇ ਹੈ, ਸਾਡੀ ਸਮੱਸਿਆ ਇਹ ਹੈ ਕਿ ਸਾਨੂੰ ਗਿਆਨ ਬਹੁਤ ਹੈ, ਸਾਡਾ ਆਚਾਰ ਉਹੋ ਜਿਹਾ ਨਹੀਂ। ਜੇ ਅਸੀਂ ਆਚਾਰ ਵਿਚਾਰ ਉਹੋ ਜਿਹਾ ਕਰਦੇ ਅਸੀਂ ਗਿਆਨ ਨਹੀਂ ਪ੍ਰਾਪਤ ਕਰਦੇ। ਅਤੇ ਉਹਦੇ 'ਤੇ ਗੁਰੂ ਸਾਹਿਬ ਨੇ ਕਿਹਾ ਜਗ ਗਿਆਨੀ ਬਿਰਦਾਚਾਰੀ, ਜਗ ਪੰਡਿਤ ਬਿਰਦਾ ਵਿਚਾਰੀ। ਜਦ ਤਾਂ ਸਾਡਾ ਆਚਾਰ ਉਹੋ ਜਿਹਾ ਨਹੀਂ, ਗਿਆਨ ਹੈਗਾ, ਜਾਂ ਸਾਡਾ ਗਿਆਨ ਨਹੀਂ ਹੈ, ਆਚਾਰ ਕਰਦੇ ਹਾਂ ਅਸੀਂ, ਕੋਸ਼ਿਸ਼ ਕਰਦੇ ਹਾਂ ਉਹੋ ਜਿਹਾ ਢਮਢਮਾ ਜਿਹਾ ਬਣਾਉਣ ਦੀ, ਪਰ ਸਾਡੇ ਕੋਲ ਗਿਆਨ ਨਹੀਂ ਹੈ। ਇਹ ਦੋਹਾਂ ਦੀ ਲੋੜ ਹੈ। ਇਹ ਦੋਹੇ ਅਜੇ ਇਕੱਠੇ ਨਹੀਂ ਹੋਏ। ਇਹ ਇਕੱਠੇ ਮੂਵਮੈਂਟ 'ਚ ਹੋਣੇ ਸੀ, ਲਹਿਰ ਨੇ ਇਹਨਾਂ ਨੂੰ ਇਕੱਠੇ ਕਰਨਾ ਸੀ। ਇੱਧਰੋਂ ਪਾਣੀ ਆ ਰਿਹਾ, ਇੱਧਰੋਂ ਆ ਰਿਹਾ, ਦੋਹਾਂ ਨੇ ਮਿਲਣਾ ਸੀ, ਮਿਕਸਅਪ ਹੋਣਾ ਸੀ। ਉਹ ਮਿਲੇ ਤਾਂ ਹੈ ਹੀ ਨਹੀਂ ਅਜੇ, ਉਹ ਤਾਂ ਵੱਖਰੀ ਵੱਖਰੀ ਲਹਿਰ ਚੱਲੀ ਜਾ ਰਹੀ ਹੈ। ਸੋ ਇਸ ਕਰਕੇ ਇਹਨਾਂ ਨੇ ਜਿਹੜੀ ਰੈਜ਼ਿਸਟੈਂਸ ਮੂਵਮੈਂਟ ਉਹਨੂੰ ਵੀ ਨੁਕਸਾਨ ਕਰਿਆ, ਇਹਨਾਂ ਨੇ ਆਪਣੇ ਆਪ ਨੂੰ ਵੀ ਨੁਕਸਾਨ ਕਰਿਆ, ਇਹਨਾਂ ਨੇ ਪੰਜਾਬ 'ਚ ਦੇਸ਼ ਨੂੰ ਵੀ ਨੁਕਸਾਨ ਕਰਿਆ। ਜੇ ਜਿੱਤ ਵੀ ਜਾਣਗੇ ਤਾਂ ਲੋਕਾਂ ਦਾ ਜਿਵੇਂ ਆਪ 'ਚ ਅਜੇ ਵੀ ਲੋਕ ਮਾੜਾ ਮੋਟਾ ਵਿਸ਼ਵਾਸ ਕਰਦੇ ਨੇ ਪੰਜਾਬ ਦੇ ਐਟਲੀਸਟ, ਕਿਉਂਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਨੇ। ਪਰ ਆਪ ਨੇ ਕੋਈ ਨਮੂਨਾ ਵਧੀਆ ਪੰਜਾਬ 'ਚ ਨਹੀਂ ਪੇਸ਼ ਕਰਿਆ, ਸਿਵਾਏ ਇਸ ਦੇ ਕੋਈ ਕਰਪਟ ਨਹੀਂ ਹੈਗੇ, ਉਹਨਾਂ ਨੇ ਕਿਸੇ ਦੇ ਝੂਠੇ ਕੇਸ ਨਹੀਂ ਬਣਾਏ। ਪਰ ਏਕੇ ਦੇ ਤੌਰ 'ਤੇ ਤਾਂ ਬਣੇ ਨਹੀਂ। 3 ਵਾਰੀ ਤਾਂ ਡੋਪੀ ਬਦਲਣਾ ਪੈ ਗਿਆ, 10 ਬੰਦੇ ਉਹਨਾਂ ਦੇ ਟੁੱਟ ਗਏ, 4-5 ਕਾਂਗਰਸ 'ਚ ਹੀ ਰਲ ਗਏ। ਇੱਕ ਜਿਹੜਾ ਕਾਂਗਰਸ 'ਚ ਰਲ ਗਿਆ ਸੀ ਵਾਪਸ ਗਿਆ ਸੀ, ਉਹਨੇ ਬਿਆਨ ਦਿੱਤਾ, ਕਹਿੰਦਾ ਮੈਂ ਤਾਂ ਗਿਆ ਸੀ ਮੈਨੂੰ 3 ਸਾਲ ਦੀ ਸਜ਼ਾ ਹੋਣ ਲੱਗੀ ਸੀ। ਜਿਹੜਾ 3 ਸਾਲ ਦੀ ਸਜ਼ਾ ਤੋਂ ਡਰ ਕੇ, ਜਿਨ੍ਹਾਂ ਨੇ ਬੰਦੇ ਇਹੋ ਜਿਹੇ ਚੁਣੇ ਨੇ, 3 ਸਾਲ ਦੀ ਸਜ਼ਾ ਤੋਂ ਡਰ ਕੇ ਉਹ ਪਾਰਟੀ ਬਦਲ ਲੈਂਦਾ ਹੈ, ਉਹ ਤੋਂ ਕੀ ਉਮੀਦ ਰੱਖੋਗੇ ਤੁਸੀਂ। ਔਰ ਕਿਸ ਮਹੀਨੇ ਕਹਿ ਰਹੇ ਹੋ, ਜਿਸ ਮਹੀਨੇ 6 ਤੇ 9 ਸਾਲ ਦੇ ਬੱਚੇ ਜਿਹੜੇ ਨੇ ਉਹ ਸ਼ੀਸ਼ ਨਹੀਂ ਝੁਕਾਉਂਦੇ, ਉਹ ਮੋਰੀ ਵੀ ਜੀ ਲੰਘਣ ਨੂੰ ਕਹਿੰਦੇ ਨੇ, ਉਹ ਪੈਰ ਪਹਿਲਾਂ ਅੰਦਰ ਦਾ ਜਾਂਦੇ ਨੇ, ਉਸ ਮਹੀਨੇ 'ਚ ਕਹਿ ਰਹੇ ਹੋ। ਇਸ ਕਰਕੇ ਸਾਨੂੰ ਸਮਝਣਾ ਪਏਗਾ ਵੀ ਜੇ ਪੰਜਾਬ ਦੇ ਇਤਿਹਾਸ ਨੂੰ ਇਸ ਤਰ੍ਹਾਂ ਨਹੀਂ ਅਸੀਂ ਦੇਖਾਂਗੇ, ਪੰਜਾਬ ਦੇ ਅਰਥਚਾਰੇ ਨੂੰ ਇਸ ਤਰ੍ਹਾਂ ਨਹੀਂ ਦੇਖਾਂਗੇ, ਪੰਜਾਬ ਦੀ ਸਿਆਸਤ ਨੂੰ ਇਸ ਤਰ੍ਹਾਂ ਨਹੀਂ ਦੇਖਾਂਗੇ ਵੀ ਕਿੰਨੀ ਗੰਦਲੀ ਹੋਈ ਹੈ। ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਇਹ ਦੇਖਿਆ ਨਹੀਂ ਹੈ। ਮੈਂ ਜੋ ਸਮਝਦਾ, ਮੈਨੂੰ ਗੁਰੂ ਸਾਹਿਬ ਨੇ ਇਹ ਦੱਸਿਆ, ਜੋ ਸਾਰੇ ਅਸੀਂ ਪੜ੍ਹਦੇ ਹਾਂ, ਰੋਜ਼ ਪਾਠ ਕਰਦੇ ਹਾਂ, ਐਸਾ ਦਾਰੂ ਡੋਲਦਾ ਜਿਤ ਵੰਜੇ ਰੋਗਾਂ ਕਾਰਨ। ਦਵਾ ਉਹ ਲੱਭੀ ਦੀ ਹੈ ਜਿਹਦੇ ਨਾਲ ਸਾਰੇ ਰੋਗ ਦੂਰ ਹੋਣ, ਪਰ ਉਹਦੇ ਵਾਸਤੇ ਕਰਨਾ ਕੀ ਪੈਂਦਾ। ਵੈਦਾ ਵੈ ਸੋ ਵੈ ਤੂੰ, ਪਹਿਲਾਂ ਰੋਗ ਪਛਾਣ, ਰੋਗ ਦਾਰੂ ਦੋਨੇ ਬੁੱਝੇ। ਸੋ ਰੋਗ ਦਾਰੂ ਦੋਨੇ ਬੁੱਝਣੇ ਹੁੰਦੇ ਨੇ। ਇਹਨਾਂ ਦਾ ਹਾਲ ਕੀ ਹੈ, ਉਹਦੇ ਬਾਰੇ ਬਾਬੇ ਨੇ ਕਿਹਾ, ਗੁਰੂ ਨਾਨਕ ਦੇਵ ਜੀ ਨੇ, ਕਹਿੰਦੇ ਵੈਦ ਬੁਲਾਇਆ ਵੈਦ ਗਈ ਪਕੜ ਢੰਡੋਡੇ ਬਾਂਹ, ਭੋਲਾ ਵੈਦ ਨੇ ਜਾਣੀ ਕਰਕ ਕਲੇਜੇ ਮਾਂ। ਕਹਿੰਦੇ ਹੁਣ ਨਬਜ਼ ਦੇਖੀ ਜਾ ਰਿਹਾ, ਉਹਨੂੰ ਪਤਾ ਨਹੀਂ ਵੀ ਇਹ ਦਿਮਾਗ ਦਾ ਰੋਗ ਹੈ, ਇਹ ਸਰੀਰ ਦਾ ਰੋਗ ਹੀ ਨਹੀਂ ਹੈ। ਸੋ ਸਾਡੇ ਇੱਥੇ ਵੋਟਾਂ ਦਾ ਰੋਗ ਨਹੀਂ ਹੈ, ਸਾਡੀ ਸਿਆਸਤ ਨੂੰ ਰੋਗ ਹੋਰ ਲੱਗਿਆ ਹੋਇਆ ਹੈ। ਉਹ ਲੱਗਿਆ ਭ੍ਰਿਸ਼ਟਾਚਾਰ, ਇਹ ਉਹ ਇਨਐਫੀਸ਼ੀਐਂਸੀ। ਅੱਜ ਬੰਦਿਆਂ ਨੂੰ ਕੰਮ ਨਹੀਂ ਆਉਂਦਾ। ਆਹ ਹੁਣੀ ਸਹਾਇਕ ਪ੍ਰੋਫੈਸਰ ਜਿਹਨੇ ਪੋਸਟਾਂ ਦੀ ਲਿਸਟ ਕੱਢੀ ਪੰਜਾਬੀ ਦੇ ਲੈਕਚਰਾਰਾਂ ਦੀ, ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਵੀ, ਉਹਦੇ ਇੱਕ ਵਾਕ ਹੈ ਪਹਿਲਾਂ ਹੀ ਪੰਜਾਬੀ ਦਾ, ਸਿਰਫ ਇੱਕ ਵਾਕ ਹੈ, ਉਹੀ ਗਲਤ ਹੈ। ਜੇ ਯੂਨੀਵਰਸਿਟੀ ਨੂੰ ਇੱਕ ਪੰਜਾਬੀ ਦਾ ਵਾਕ ਨਹੀਂ ਠੀਕ ਲਿਖਣਾ ਆਉਂਦਾ, ਉਹ ਕੀ ਕਰੇਗੀ। ਫਿਰ ਇੱਕ ਅੰਗਰੇਜ਼ੀ ਦਾ ਵਿੱਚ ਉੱਥੇ ਲਿਖਿਆ ਨਾਟ ਐਨਫ ਕੈਂਡੀਡੇਟ ਫਾਊਂਡ, ਉਹ ਅੰਗਰੇਜ਼ੀ ਦਾ ਉਹ ਵੀ ਗਲਤ ਹੈ। ਪੰਜਾਬੀ ਦੀ ਲਿਸਟ ਦੇ ਵਿੱਚ, ਸੂਚੀ ਦੇ ਵਿੱਚ 2 ਵਾਕ ਨੇ, ਇੱਕ ਪਹਿਲਾਂ ਪੰਜਾਬੀ ਦਾ ਤੇ ਇੱਕ ਅੰਗਰੇਜ਼ੀ ਦਾ ਵਿੱਚ ਵਿਚਾਲੇ, ਦੋਨੇ ਹੀ ਗਲਤ ਨੇ। ਇਹ ਸਾਡਾ ਹਾਲ ਹੈ। ਸੋ ਜਦ ਲੋਕਾਂ ਨੂੰ ਕੰਮ ਨਹੀਂ ਆਉਂਦਾ, ਜਿਹਨੂੰ ਜੋੜ ਨਹੀਂ ਕਰਨਾ ਆਉਂਦਾ, ਉਹ ਤੁਹਾਡਾ ਹਿਸਾਬ ਕਿਵੇਂ ਕਰ ਦੂ। ਜਿਹਨੂੰ ਆਪਰੇਸ਼ਨ ਨਹੀਂ ਕਰਨਾ ਆਉਂਦਾ, ਉਹ ਸਰਜਰੀ ਕਿਵੇਂ ਕਰ ਦੂ। ਕਰ ਸਕਦਾ। ਇਹ ਕਹਿੰਦੇ ਜਿਹੜਾ ਮਰਜ਼ੀ ਕਰੀ ਜਾਵੇ, ਮੈਨੂੰ ਟਰੈਕਟਰ ਨਹੀਂ ਚਲਾਉਂਦਾ, ਮੈਂ ਕਿਵੇਂ ਟਰੈਕਟਰ ਚਲਾ ਲਵਾਂ। ਮੈਨੂੰ ਸਕੂਟਰ ਵੀ ਨਹੀਂ ਚਲਾਉਣਾ ਆਉਂਦਾ, ਫਿਰ ਮੈਂ ਜੇ ਉਹ 'ਤੇ ਬੈਠੂੰਗਾ ਫਿਰ ਤਾਂ ਮੈਂ ਕਿਸੇ ਦਾ ਐਕਸੀਡੈਂਟ ਹੀ ਕਰੂੰ, ਜਾਪਦਾ ਸਿਰਫ ਚਾਹੇ ਆਪ ਦਾ ਚਾਹੇ ਸਾਹਮਣੇ ਚਾਹੇ ਦੂਜੇ ਦਾ। ਹਾਂ, ਸੋ ਇਸ ਕਰਕੇ ਅੱਜ ਲਿਆਕਤ ਬਹੁਤ ਘੱਟ ਗਈ ਪੰਜਾਬ 'ਚ। ਇਹ ਲਿਆਕਤ ਆਉਣੀ ਸੀ ਮੋਰਚੇ ਰਾਹੀਂ, ਜਿਹੜੀ ਆ ਰਹੀ ਸੀ। ਉੱਥੇ ਲੋਕ ਲਿਟਰੇਚਰ ਪੜ੍ਹ ਰਹੇ ਸੀ, ਨੌਜਵਾਨ ਗੀਤ ਗਾ ਰਹੇ ਸੀ, ਗੀਤ ਲਿਖ ਰਹੇ ਸੀ, ਚਰਚਾ ਕਰ ਰਹੇ ਸੀ ਵੀ ਕਿਹੋ ਜਿਹਾ ਸਮਾਜ ਹੋਣਾ ਚਾਹੀਦਾ ਹੈ। ਉਹ 'ਚੋਂ ਲਿਆਕਤ ਆਉਣੀ ਸੀ। ਜ਼ਰੂਰੀ ਨਹੀਂ ਵੀ ਕਿਤਾਬਾਂ ਪੜ੍ਹੀਆਂ ਹੋਣ ਬੰਦੇ ਨੇ, ਉਹ ਲਿਖਣਾ ਵੀ ਸਿੱਖ ਜਾਂਦੇ ਨੇ ਵਧੀਆ। ਮੈਂ 10ਵੀਂ ਪਾਸ ਬੰਦਿਆਂ ਨੂੰ ਬਹੁਤ ਸੋਹਣਾ ਲਿਖਦੇ ਦੇਖਿਆ ਅੰਗਰੇਜ਼ੀ।
ਸੋ ਇਸ ਕਰਕੇ ਉਹ ਲਿਆਕਤ ਦਾ ਜਿਹੜਾ ਅਸੀਂ ਖੋਲ੍ਹਿਆ ਸੀ ਇੱਕ ਰਸਤਾ, ਜੀ ਉਹ ਅਸੀਂ ਕਰਤਾ ਬੰਦ। ਬੰਦ ਤੇ ਹੁਣ ਤਾਂ ਉਹੀ ਜਿਹੜੇ, ਕਿਉਂਕਿ ਜਿਹੜੇ ਚੁਣੇ ਜਾਣਗੇ ਉਹ ਕੱਲੇ ਥੋੜ੍ਹੇ ਨੇ, ਜੀ ਅਫਸਰ ਨੇ, ਮਾਹਰ ਨੇ, ਕੋਟਾ ਨੇ। ਇਸ ਕਰਕੇ ਉਹ ਇਹ ਭੁਲੇਖਾ ਕੱਢਦੇ ਨੇ ਮਨ ਚੋਂ ਵੀ ਜੋ ਜਿੱਤ ਜਾਂਦੇ ਨੇ। ਤੁਸੀਂ ਇਹ ਕਹਿੰਦੇ ਹੋ, ਮੈਂ ਇੱਕ ਆਖਰੀ ਗੱਲ ਕਹਿਣਾ ਤੁਹਾਨੂੰ, ਮੈਂ ਕਿਸੇ ਮੰਚ ਤੇ 2 ਮਹੀਨੇ ਪਹਿਲਾਂ ਕਿਹਾ ਸੀ, ਜੀ ਅੱਜ ਕਿਸਾਨਾਂ ਨੂੰ ਕਹਿ ਦਿਓ, ਇਹਨੇ ਜਿਹੜੀਆਂ 22 ਜੱਥੇ 23 ਨੇ, ਜੀ ਵੀ ਤੁਸੀਂ ਆਪਦੇ 117, ਹਾਲਾਂਕਿ ਇਹ ਹੋਣੀ ਨਹੀਂ ਗੱਲ, ਪਰ ਜੇ ਪੰਜਾਬ ਫਰਾਖਦਿਲੀ ਨਾਲ ਕਹਿ ਦੇ ਵੀ ਯਾਰ ਸਾਰੀਆਂ ਪਾਰਟੀਆਂ ਚੁੱਪ, ਤੁਸੀਂ 117 ਆਪਦੇ ਚੁਣ ਲਓ, ਤੁਸੀਂ ਚਲਾ ਕੇ ਦਿਖਾਓ ਆਪਣੇ ਆਪ, ਜੇ ਚਲਾ ਕੇ ਤਾਂ ਮੈਨੂੰ ਕਹਿ ਦਿਓ। ਨਹੀਂ ਚੱਲ ਸਕਦਾ। ਫਿਰ ਇਹਨਾਂ ਨੂੰ, ਜਦੋਂ ਇਹਨਾਂ ਨੂੰ ਪਤਾ ਹੈ ਕਿ ਅਸੀਂ ਨਹੀਂ ਚਲਾ ਸਕਦੇ, ਤਾਂ ਇਹਨਾਂ ਨੇ ਇਸ ਤਰ੍ਹਾਂ ਦਾ ਸਟੈਪ ਕਿਉਂ ਲਿਆ? ਕਿਉਂਕਿ ਸਾਰੀ ਪੰਜਾਬ ਦੀ ਕੀ ਪੂਰੇ ਜਿਹੜੇ ਵਿਦੇਸ਼ਾਂ 'ਚ ਵੀ ਵਸਦੇ ਨੇ ਲੋਕ, ਉਹ ਵੀ ਸਾਰੀ ਆਵਾਮ ਇਹਨਾਂ ਦੇ ਹੱਕ ਸੀ। ਉਹ ਕਹਿੰਦੇ ਸੀ ਕਿ ਹਾਂ ਤੁਸੀਂ ਸਹੀ ਹੋ, ਤੁਸੀਂ ਚੱਲੋ। ਫਿਰ ਇਹਨਾਂ ਨੂੰ ਇਹ ਸਟੈਪ ਲੈਣ ਦੀ ਕੀ ਲੋੜ ਪਈ? ਸਟੈਪ ਦਵਾਇਆ ਇਹਨਾਂ ਨੇ, ਸੁਣ ਲਿਆ। ਇਹਨਾਂ ਦਾ ਤਾਂ ਥੋੜ੍ਹਾ ਜਿਹਾ ਲਾਲਚ ਸੀ, ਇਹ ਪੱਕੇ ਨਹੀਂ ਰਹੇ। ਜੀ ਉਹ ਸੂਬੇ ਨੇ ਵੀ ਕਿਹਾ ਸੀ ਜੀ ਬੱਚਿਆਂ ਨੂੰ ਵੀ ਤੁਸੀਂ ਐਸ਼ ਕਰੋਗੇ ਫਲਾਣਾ। ਉਹ ਕਹਿੰਦੇ ਹੁਣ ਕੀ ਅਸੀਂ ਐਸ਼ ਨਹੀਂ ਕਰਦੇ, ਅਸੀਂ ਨਹੀਂ ਕਰਨੀ ਤੁਹਾਡੇ ਵਾਲੀ ਐਸ਼, ਅਸੀਂ ਆਪਦੇ ਵਾਲੀ ਐਸ਼ ਕਰਨੀ ਹੈ। ਇਹਨਾਂ ਨੂੰ ਇਹ ਸਮਝ ਨਹੀਂ ਆਈ ਵੀ ਐਸ਼ ਦਾ ਮਤਲਬ ਕੀ ਹੈ। ਜੀ ਮੈਂ ਨਦੀ ਦੇ ਕਿਨਾਰੇ ਬੈਠ ਕੇ ਗੰਢੇ ਨਾਲ ਰੋਟੀਆਂ 2 ਖਾ ਕੇ ਮੈਂ ਉਹਨੂੰ ਐਸ਼ ਸਮਝਦਾ, ਤੇ ਦੂਜਾ ਬੰਦਾ 5 ਸਟਾਰ ਹੋਟਲ ਜਿਹੜਾ ਜਿਵੇਂ ਉਹ ਇੱਥੇ ਬਣੇ ਹੋਏ ਨੇ ਨਿਊ ਚੰਡੀਗੜ੍ਹ 'ਚ, ਜਿੱਥੇ 2300 ਰੁਪਏ ਦਾ ਕੱਪ ਹੈ ਕਾਫੀ ਦਾ, ਕਹਿੰਦੇ ਮੈਨੂੰ ਨਹੀਂ ਪਤਾ ਸੱਚ ਹੈ ਕਿੰਨਾ ਝੂਠ ਹੈ, ਉੱਥੇ ਖਾ ਕੇ ਖੁਸ਼ ਹੁੰਦੇ ਨੇ। ਸੋ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਇੱਜ਼ਤ ਕਿਹੜੀ ਗੱਲ 'ਚ ਹੈ, ਤੇ ਉਹ ਇੱਜ਼ਤ ਕਿਹਨੇ ਤੋੜੀ ਹੈ? ਉਹ ਬੀਜੇਪੀ ਨੇ। ਇਹ ਮੈਂ ਤੁਹਾਨੂੰ ਅੱਜ ਵੀ ਕਹਿ ਦਿੰਦਾ, ਇਹ ਗੇਮ ਬੀਜੇਪੀ ਦੀ ਹੈ, ਇਹਨੂੰ ਇਹ ਸਮਝ ਨਹੀਂ ਪਾਏ। ਇਹ ਤਾਂ ਕਿਹਾ ਜਾ ਰਿਹਾ ਕਿ ਬਲਵੀਰ ਸਿੰਘ ਰਾਜੇਵਾਲ ਸ਼ੁਰੂ ਤੋਂ ਹੀ ਲੈ ਕੇ ਬੀਜੇਪੀ ਦੇ ਸੰਪਰਕ ਸੀ, ਤੇ ਹੁਣ ਬੀਜੇਪੀ ਨੇ ਤਾਂ ਹੀ ਉਹਨਾਂ ਦੀ ਕੋਈ ਚਿੱਠੀ ਲੀਕ ਕੀਤੀ ਹੈ ਕਹਿੰਦੇ। ਦੇਖੋ ਗੱਲ ਇਹ ਹੈ, ਉਹ ਚਿੱਠੀ ਦਾ ਤਾਂ ਜਿੱਥੋਂ ਤੱਕ ਸਵਾਲ ਹੈ, ਉਹ ਚਿੱਠੀ ਬੀਜੇਪੀ ਨੇ ਤਾਂ ਲੀਕ ਕਰਨੀ ਸੀ, ਉਹ ਤਾਂ ਇਹਨਾਂ ਨੇ ਚਰਚਾ ਕਰੀ ਵੀ ਸੀ। ਉਹ ਤਾਂ ਬਲਦੇਵ ਸਿੰਘ ਸਿਰਸਾ ਦਾ ਬਿਆਨ ਆ ਗਿਆ ਪੂਰਾ ਕਿ ਜੀ ਐਂ ਸਾਡੇ 'ਚ ਡਿਸਕਸ ਹੋਈ ਸੀ, 12 ਕਿ 13 ਜਥੇਬੰਦੀਆਂ 'ਚ 9 ਉਲਟ ਹੋ ਗਏ। 4 ਦੇ ਨਾਮ ਵੀ ਦੱਸੇ ਨੇ ਉਹਨੇ ਵੀ ਆਹ 4 ਸੀਗੇ ਜਿਹੜੇ ਕਹਿੰਦੇ ਸੀ ਵੀ ਇਹ ਠੀਕ ਹੈ। ਉਹਨਾਂ 'ਚ ਰਾਜੇਵਾਲ ਸਾਹਿਬ ਵੀ ਸੀਗੇ, ਪਰ ਅਸੀਂ ਉਹ ਰਿਜੈਕਟ ਕਰਤੀ ਸੀ। ਉਹ ਚਿੱਠੀ 'ਤੇ ਕਿਸੇ ਦੇ ਦਸਤਖਤ ਨਹੀਂ, ਕੁਛ ਨਹੀਂ। ਉਹ ਤਾਂ ਬੀਜੇਪੀ ਐਕਸਪਲੋਇਟ ਕਰ ਰਹੀ ਹੈ, ਪਰ ਇੱਕ ਤਰੀਕੇ ਨਾਲ ਐਕਸਪਲੋਇਟ ਕਰਨਾ ਦਾ ਹੱਕ ਹੈ। ਉਹ ਕਿਵੇਂ ਕਿ ਤੁਸੀਂ ਉਹ ਚਰਚਾ ਦਾ ਵਿਸ਼ੇ ਬਣਾਇਆ ਕਿਵੇਂ? ਇਹਦਾ ਮਤਲਬ ਉਹ ਚਿੱਠੀ ਤੁਸੀਂ ਵਿਚਾਰ ਕਰ ਰਹੇ ਸੀ, ਜੇ ਮੰਨ ਜਾਂਦੇ ਤਾਂ ਤੁਸੀਂ ਉਹ ਦੇ ਸਰਕਾਰ ਤੋਂ ਕਹਿ ਦਿੰਦੇ ਸੀ ਹਾਂ ਠੀਕ ਹੈ। 8 ਨਵੰਬਰ ਨੂੰ 19 ਨਵੰਬਰ ਨੂੰ ਕਾਨੂੰਨ ਰੱਦ ਹੋ ਜਾਂਦੇ ਨੇ। 8 ਨਵੰਬਰ ਨੂੰ ਤੁਸੀਂ ਇਹੀ ਚਿੱਠੀ ਡਿਸਕਸ ਕਰਨਾ, ਤੇ ਤੁਸੀਂ 4 ਬੰਦੇ ਉਹਦੇ ਹੱਕ 'ਚ ਵੋਟ ਪਾਉਣੇ, 4 ਯੂਨੀਅਨਾਂ, ਤੇ ਫਿਰ ਤਾਂ ਅੰਦਰ ਸੁਣੀ ਵੀ ਤੁਹਾਡੀ ਰਾਏ ਸੀ, ਮਿਲੀ ਭੁਗਤ ਸੀ। ਬਿਲਕੁਲ ਨਹੀਂ, ਇਹ ਤੇ ਲੱਗਦਾ ਨਹੀਂ ਕਿ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਗਿਆ, ਕਿਉਂਕਿ ਜਿਹੜੀ ਰਾਜਨੀਤੀ ਆ, ਅਸਲ 'ਚ ਰਾਜਨੀਤੀ ਨਹੀਂ ਮਾੜੀ। ਜੇ ਮੈਂ ਆਪਦੀ ਨਿੱਜੀ ਰਾਏ ਤੁਹਾਨੂੰ ਦੱਸਾਂ, ਰਾਜਨੀਤੀ ਨਹੀਂ ਮਾੜੀ, ਪਰ ਰਾਜਨੀਤੀ ਨੂੰ ਇੰਨਾ ਕੁ ਗੰਦਲਾ ਕਰਤਾ। ਜੇ ਹੁਣ ਮੇਰੇ ਵਰਗਾ ਆਮ ਬੰਦਾ ਵੀ ਸੋਚਦਾ, ਕੋਈ ਚਿੱਟੇ ਕੁੜਤੇ ਪਜਾਮੇ ਵਾਲੇ ਨੀਲੀ ਪੱਗ ਵਾਲੇ ਨੂੰ ਦੇਖਦਾ, ਅਗਲਾ ਕਹਿੰਦਾ ਇਹ ਲੀਡਰ ਹੈ ਤਾਂ ਮਾੜਾ ਹੀ ਹੋਣਾ। ਜੀ ਦੇਖੋ ਦੁਨੀਆ ਰਾਜਨੀਤੀ ਤੋਂ ਬਿਨਾਂ ਚੱਲਦੀ ਹੀ ਨਹੀਂ। ਰਾਜਨੀਤੀ ਬਹੁਤ ਪਵਿੱਤਰ ਗੇਮ ਹੈ, ਪਰ ਜੇ ਉਹਨੂੰ ਤੁਸੀਂ ਗੰਦਲਾ ਕਰ ਦੋਗੇ ਫਿਰ ਪਵਿੱਤਰ ਨਹੀਂ ਨਾ ਰਹੀ। ਗੰਗਾ ਮਈਆ ਦਾ ਪਾਣੀ ਅੱਜ ਗੰਦਾ ਹੋ ਗਿਆ ਨਾ, ਉਹ ਪਾਣੀ ਨੂੰ ਤਾਂ ਲੋਕ ਮੂੰਹ 'ਚ ਪਾਉਂਦੇ ਸੀ, ਉਹਦੇ ਨਾਲ ਤਾਂ ਪਵਿੱਤਰ ਕਰਦੇ ਸੀ। ਔਰ ਕਦੇ ਮੈਂ ਕੋਈ ਬਿਮਾਰ ਨਹੀਂ ਹੁੰਦਾ ਦੇਖਿਆ ਸੀ। ਹੁਣ ਪੀ ਕੇ ਦੇਖੋ ਗੰਗਾ ਦਾ ਪਾਣੀ, ਅਸੀਂ ਗੰਗਾ ਜਲ ਮੂੰਹ 'ਚ ਪਾਉਂਦੇ ਰਿਹਾ, ਅਸੀਂ ਤਾਂ ਕਦੇ ਬਿਮਾਰ ਨਹੀਂ ਹੋਏ ਸੀ, ਔਰ ਸਾਲ 2-2 ਸਾਲ ਉਹ ਖਰਾਬ ਨਹੀਂ ਹੁੰਦਾ ਸੀ। ਪਰ ਹੁਣ ਉਹ ਗੰਦਲਾ ਹੋ ਗਿਆ ਨਾ। ਸਿਆਸਤ ਬਹੁਤ ਉੱਚੀ ਚੀਜ਼ ਹੈ, ਪਰ ਸਾਡੀ ਸਿਆਸਤ ਗੰਦਲੀ ਹੋ ਗਈ। ਇਹ ਤਾਂ ਪਰਿਵਾਰਵਾਦ, ਵਪਾਰਵਾਦ ਤੇ ਹਜ਼ੂਰੀਵਾਦ, ਜੀ ਹਜ਼ੂਰੀ ਇਸ 'ਚ ਰਹੇਗੀ। ਜਿਹੜਾ ਵੀ ਉਤਲਾ ਲੀਡਰ ਹੈ ਉਹ ਥੱਲੇ ਵਾਲੇ ਉਹਦੀ ਮੰਨਣ ਤਾਂ ਠੀਕ ਹੈ, ਜੇ ਨਾ ਮੰਨਣਾ ਹੁਣ ਤੁਸੀਂ ਦੱਸ ਦਿਓ। ਇੱਕ ਪਾਰਟੀ ਇਹੀ ਹੈ ਜਿਹਦਾ ਆ ਕੇ ਦਿੱਲੀ ਦਾ ਲੀਡਰ ਆ ਕੇ ਦੱਸਦਾ ਵੀ ਇਹ ਸਕੂਲ ਬੜੇ ਮਾੜੇ ਨੇ ਜੀ, ਇਹ ਹਸਪਤਾਲ ਬੜੇ ਮਾੜੇ ਨੇ ਜੀ, ਅਸੀਂ ਤੁਹਾਨੂੰ ਆਹ ਦੇ ਦਾਂਗੇ। ਇੱਥੇ ਦੇ ਲੀਡਰ ਨੂੰ ਕੋਈ ਉਹਨਾਂ ਨੂੰ ਪੁੱਛਦਾ ਹੀ ਨਹੀਂ, ਹਾਲਾਂਕਿ ਉਹ ਐਡੋ ਪੀ ਰਹੇ ਨੇ। ਤੇ ਇੱਥੇ ਜੇ ਆਪਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ, ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ। ਲੋਕ ਆਪਦਾ ਗੁਜ਼ਾਰਾ ਨਹੀਂ ਕਰ ਸਕਦੇ ਸਹੀ ਤਰੀਕੇ ਦੇ ਨਾਲ। ਪਤਾ ਨਹੀਂ ਸਰਕਾਰਾਂ ਇਹ ਲੋਕਾਂ ਨੂੰ ਇੰਨੇ ਕੁ ਭਚੀੜ ਕੇ ਰੱਖਤਾ। ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਾਲਤ ਨੂੰ ਸੁਧਾਰ ਸਕਦੀ ਹੈ? ਜੇ ਇਸ ਵਾਰ ਪਾਰਟੀਆਂ ਇਹਨਾਂ ਨੇ ਕੋਈ ਨਹੀਂ ਸੁਧਾਰਨੀਆਂ, ਰੈਜ਼ਿਸਟੈਂਸ ਮੂਵਮੈਂਟ ਸੁਧਾਰੇਗੀ, ਉਹਦੇ ਵਿੱਚੋਂ ਪਾਰਟੀ ਉੱਭਰੇਗੀ। ਉਹਦੇ 'ਚੋਂ ਤੁਹਾਡੇ ਵਰਗੇ ਨੌਜਵਾਨ ਆਉਣਗੇ। ਪਹਿਲੀ ਗੱਲ, ਜਿਹੜੇ ਸਾਰੇ ਬੁੱਢੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਅਸੀਂ ਪਿੱਛੇ ਬਹਿ ਕੇ ਤੁਹਾਨੂੰ ਰਾਏ ਦੇਵਾਂਗੇ, ਅਸੀਂ ਰਾਜ 'ਚ ਨਹੀਂ ਕਰਨਾ ਜੀ, ਤੁਸੀਂ ਆਓ ਅੱਗੇ। ਪਰ ਉਹ ਅੱਗੇ ਆਉਣ 'ਚ ਵੀ ਇੱਕ ਤੌਰ ਤਰੀਕਾ ਹੈਗਾ। ਇਹ ਨਹੀਂ ਵੀ ਮੇਰਾ ਜਵਾਕ ਹੈ ਉਹ ਅੱਗੇ ਆ ਜੇ, ਮੈਂ ਬੁੜਾ ਹੋ ਕੇ ਪਿੱਛੇ ਬਹਿ ਗਿਆ, ਮੇਰਾ ਜਵਾਕ ਹੈ। ਬਾਦਲ ਸਾਹਿਬ ਵੀ ਪਿੱਛੇ ਬਹਿ ਗਏ ਵੀ ਜਿੱਦਾਂ ਉਹਨਾਂ ਨੂੰ ਲੋੜ ਹੋਵੇ ਉਦੋਂ ਮਿਲਾ ਲੈਣ ਜੀ। ਪਰ ਚੱਲਦਾ ਇਸੇ ਤਰ੍ਹਾਂ ਰਿਹਾ। ਸਿੰਘ ਵੀ ਇਹੀ ਕਰਿਆ, ਉਹਦੀ ਘਰ ਵਾਲੀ ਵੀ, ਉਹਦਾ ਮੁੰਡਾ ਵੀ, ਹਾਂਜੀ। ਤਾਂ ਆਪਾਂ ਕਿਸੇ 'ਚ ਵੀ ਕੋਈ ਐਂ ਨਹੀਂ ਕਹਿ ਸਕਦੇ। ਚੰਨੀ ਸਾਹਿਬ ਨੇ ਵੀ ਆਪਦੇ ਭਰਾ ਨੂੰ ਟਿਕਟ ਦੇਣ ਦੀ ਕੋਸ਼ਿਸ਼ ਕਰੀ ਸੀ। ਸੋ ਇਸ ਕਰਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਪਰਿਵਾਰਵਾਦ ਦੀ ਰਾਜਨੀਤੀ ਛੱਡ ਕੇ ਉਹ, ਜੇ ਪਰਿਵਾਰਵਾਦ ਦੀ ਰਾਜਨੀਤੀ ਕਦ ਛੱਡੀ ਜਾਊਗੀ, ਭ੍ਰਿਸ਼ਟਾਚਾਰ ਦੇ ਵਿਰੁੱਧ ਤਾਕਤ ਕਦ ਆਊਗੀ? ਨਹੀਂ ਤਾਂ ਉਹ ਤੁਹਾਨੂੰ ਫਸਾ ਲੈਣਗੇ, ਗੋਲੀ ਮਾਰ ਦੇਣਗੇ। ਜੇ ਹੋਰ ਨਹੀਂ ਤਾਂ ਉਹ ਤਾਂ ਆਏਗੀ ਜੇ ਲੋਕਾਂ ਦੀ ਇੱਕ ਲਹਿਰ ਹੋਏਗੀ।
ਸੰਯੁਕਤ ਕਿਸਾਨ ਮੋਰਚੇ ਨੇ ਉਹ ਲਹਿਰ ਪੂਰੇ ਮੁਲਕ 'ਚ ਬਣਾਉਣੀ ਸ਼ੁਰੂ ਕਰਤੀ ਸੀ। ਜੀ ਪੰਜਾਬ 'ਚੋਂ ਬਹੁਤ ਤਕੜੀ ਸੀ, ਪੰਜਾਬ 'ਚ ਕੋਈ ਜੇ ਝਾਕ ਨਹੀਂ ਸਕਦਾ ਸੀ ਇਹਨਾਂ ਵੱਲੋਂ। ਨਹੀਂ ਚੱਕ ਅੱਜ ਇਹਨਾਂ ਨੇ ਉਹ ਤਾਕਤ ਤੋੜ ਕੇ ਜੀ। ਨੁਕਸਾਨ ਕਰਿਆ ਆਪਦਾ ਵੀ ਤੇ ਦੂਜਿਆਂ ਦਾ ਵੀ। ਪਰ ਮੈਂ ਤਾਂ ਇੱਛਾ ਕਰਦਾ ਵੀ ਕੋਈ ਗੱਲ ਨਹੀਂ, ਜਿੱਤ ਜਾਣ। ਮੱਛੀ ਸਮੁੰਦਰ ਦਾ ਕਿਨਾਰਾ ਚੱਟ ਕੇ ਮੁੜਦੀ ਹੈ, ਇਹਨਾਂ ਨੂੰ ਆਪੇ ਪਤਾ ਲੱਗ ਜੂਗਾ। ਜੀ ਜਿਹੜਾ ਤੁਸੀਂ ਕਹਿੰਦੇ ਚਿੱਠੀ ਕੋਈ ਗਦਾਰੀ ਸੀ, ਜੀ ਮੈਂ ਚਿੱਠੀਆਂ ਨੂੰ ਗਦਾਰੀਆਂ ਨਹੀਂ ਸਮਝਦਾ। ਮੈਂ ਟ੍ਰੇਡ ਯੂਨੀਅਨ ਲੀਡਰ ਰਿਹਾ, ਮੈਨੂੰ ਪਤਾ ਹੈ ਵੀ ਕਈ ਵਾਰੀ ਬੰਦੇ ਟੀਮ 'ਚ ਕੋਈ ਕਮਜ਼ੋਰ ਮਾਨਸਿਕਤਾ ਦੇ ਹੁੰਦੇ ਨੇ, ਕੋਈ ਤਕੜੀ ਦੇ ਹੁੰਦੇ ਨੇ, ਕੋਈ ਇਹ ਸਮਝਦੇ ਨੇ ਵੀ ਅਸੀਂ ਠੀਕ ਹਾਂ, ਕੋਈ ਕਹਿੰਦਾ ਹੁਣ ਕੋਈ ਹੱਦ ਨਹੀਂ। ਹਰ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਜੀ, ਔਰ ਆਉਣੇ ਚਾਹੀਦੇ ਵੀ ਨੇ। ਉਹ ਵਿਚਾਰ ਕਿਸੇ ਦਾ ਦੇਣਾ ਗਦਾਰੀ ਨਹੀਂ ਹੁੰਦੀ। ਜੇ ਮੈਂ ਕਹਿੰਦਾ ਵੀ ਐਜੀਟੇਸ਼ਨ ਜਲ ਬੰਦ ਕਰੋ, ਹੁਣ ਕੋਈ ਹੋਈ ਨਹੀਂ, ਤੁਸੀਂ ਕਹਿੰਦੇ ਨਹੀਂ ਅਸੀਂ ਤਾਂ ਚਲਾਣੀ ਹੈ, ਇਹ ਕਹਿੰਦੇ ਨੇ ਦੇਖ ਲਓ, ਫੈਸਲਾ ਇਹ ਹੋ ਜਾਂਦਾ ਵੀ ਚਲਾਣੀ ਹੈ, ਤਾਂ ਇਹਦੇ ਨਾਲ ਮੈਂ ਗਦਾਰ ਨਹੀਂ ਹੋ ਗਿਆ। ਨਹੀਂ ਹੋਏ ਇੱਦਾਂ ਹੀ ਜੇ ਫੈਸਲਾ ਇਹ ਹੋ ਜਾਂਦਾ ਵੀ ਨਹੀਂ ਚਲਾਣੀ, ਇਹਦੇ ਨਾਲ ਤੁਸੀਂ ਗਦਾਰ ਨਹੀਂ ਹੋ ਗਏ। ਬਿਲਕੁਲ। ਸੋ ਇਸ ਕਰਕੇ ਜਿਹੜੀ ਚਰਚਾ ਹੋਣੀ ਹੈ ਇਹ ਜ਼ਰੂਰੀ ਹੈ। ਉਹ ਚਰਚਾ ਹੋਈ ਹੈ, ਹਾਲਾਂਕਿ ਇਹਨਾਂ ਨੂੰ ਉਹ ਚਿੱਠੀ ਸਰਕਾਰ ਦੀ ਚਿੱਠੀ ਸੀ, ਉਹ ਅਸਲ 'ਚ ਜੀ ਅਸਲ 'ਚ ਇਹਨਾਂ ਦੀ ਚਿੱਠੀ ਨਹੀਂ ਹੈ ਉਹ। ਜੀ ਮੈਂ ਤਾਂ ਅੱਜ ਵੀ ਕਹਿ ਦਿੰਦਾ, ਉਹ ਸਰਕਾਰ ਨੇ ਚਿੱਠੀ ਦਿੱਤੀ ਸੀ ਇਹਨਾਂ ਨੂੰ ਵੀ ਆਹ ਮਨਾਓ। ਜੀ ਇਹ ਚਾਰ ਮੰਨ ਕੇ ਆਏ ਹੋਣਗੇ ਉਹਨਾਂ ਕੋਲੇ ਵੀ ਹਾਂ ਠੀਕ ਹੈ, ਅਸੀਂ ਇਹਨਾਂ ਨੂੰ ਨਹੀਂ ਤਾਂ ਚਿੱਠੀ ਕਿਉਂ ਲੈਣਗੇ। ਬਿਲਕੁਲ। ਸਾਡੇ ਹੋਇਆ ਇੱਥੇ ਲਾਸਟ ਗੱਲ ਸੁਣਾ ਦਿੰਦਾ। ਜੀ ਇੱਕ ਮੰਤਰੀ ਨੇ ਅਕਾਲੀਆਂ ਦੇ ਨੇ, ਬਰਨਾਲਾ ਸਾਹਿਬ ਦੀ ਸਰਕਾਰ ਸੀ, ਜੀ ਅਸੀਂ ਕਿਹਾ ਵੀ ਆਹ ਨਹੀਂ ਹੁੰਦਾ। ਉਹ ਤਾਂ ਜੀ ਪਹਿਲੇ ਉਹਨਾਂ ਨੇ ਕਿਤੇ ਸਕੀਮ ਬਣਾਈ ਹੋਈ ਸੀ, ਜੀ ਉਹ ਚਿੱਠੀ ਬਣਾਈ ਹੋਈ ਮੈਨੂੰ ਡਾਇਰੈਕਟਰ ਦਫ਼ਤਰ ਚਲਾਤਾ, ਜੀ ਸੀਨੀਅਰ ਅਫਸਰ ਜੀ ਕਹਿੰਦੇ ਆ ਲਓ ਤੁਸੀਂ ਲੱਗੋ ਕਰੋ ਠੀਕ ਉੱਥੇ ਬੈਠ ਕੇ। ਮੈਂ ਤੁਸੀਂ ਆਪਦੇ ਅਫਸਰਾਂ ਨੂੰ ਕਰੋ, ਅਸੀਂ ਕਿਉਂ ਕਰੀਏ। ਜੀ ਖਾਲਸਾ ਜੀ ਚਿੱਠੀ ਲੈ ਖੜੇ, ਅਸੀਂ ਨਹੀਂ ਲਈ। ਜੀ ਬਾਅਦ ਸਾਡੇ ਪ੍ਰਧਾਨ ਨੂੰ ਫੜਾਤੀ, ਮੈਂ ਕਿਹਾ ਇਹਨੂੰ ਵਾਪਸ ਕਰਕੇ ਆਓ। ਆਪਾਂ ਉਹਨਾਂ ਦੇ ਚਮਚੇ ਹਾਂ, ਆਪਾਂ ਟ੍ਰੇਡ ਯੂਨੀਅਨ ਲੀਡਰ ਹਾਂ, ਅਸੀਂ ਆਪਦੇ ਹਸਪਤਾਲ ਚਲਾਉਣੇ ਆ। ਮੈਨੂੰ ਕਹਿੰਦਾ ਯਾਰ ਮੇਰੀ ਇੱਜ਼ਤ ਕਿਵੇਂ ਰਹੇ ਫਿਰ, ਹੁਣ ਮੈਂ ਲੈ ਤਾਂ ਆਇਆ। ਮੈਂ ਉਹਨਾਂ ਨੂੰ ਕਹਿ ਦੋ ਵੀ ਪਿਆਰ ਨਾਲ ਕਰਕੇ ਡਾਇਰੈਕਟੋਰੇਟ 'ਚ ਆ ਕੇ ਕੰਮ ਤਾਂ ਕਰ ਦੇਗਾ, ਉਹ ਆਪਦੀ ਛੁੱਟੀ ਲੈ ਕੇ ਆ ਕੇ ਕਰੇਗਾ ਬਿਨਾਂ ਤਨਖਾਹ ਦੇ। ਜੀ ਹੁਣ ਇਹ ਸਰਕਾਰ ਕਿਵੇਂ ਮਨਜ਼ੂਰ ਕਰੇ, ਸਰਕਾਰ ਤਾਂ ਮੈਨੂੰ ਨਾਲ ਲਾਉਣਾ ਚਾਹੁੰਦੀ ਸੀ। ਬਿਲਕੁਲ। ਗੱਲ ਸਮਝੋ, ਫਿਰ ਭੱਜ ਗਏ ਹੋ ਆਪੀ, ਜੀ ਸਾਡੀ ਵੀ ਇੱਜ਼ਤ ਰਹੇਗੀ। ਤੁਹਾਨੂੰ ਬਹੁਤ ਤਿੱਖੇ ਹੋਣਾ ਪੈਂਦਾ ਹੈ। ਤੁਹਾਨੂੰ ਕਹਿਣਗੇ ਤੁਹਾਡੇ ਵਰਗਾ ਸਿਆਣਾ ਕੋਈ ਨਹੀਂ ਜੀ, ਤੁਸੀਂ ਤਾਂ ਤੁਹਾਡੀ ਦੁਨੀਆ ਤੁਹਾਨੂੰ ਫੋਲੋ ਕਰਦੀ ਹੈ ਜੀ, ਤੁਹਾਡੇ ਵਰਗਾ ਬਹਾਦਰ ਕੋਈ ਨਹੀਂ ਜੀ, ਤੁਹਾਡੇ ਵਰਗਾ ਧਾਰਮਾਤਮਾ ਕੋਈ ਨਹੀਂ ਜੀ, ਤੁਹਾਡੇ ਵਰਗਾ ਇਮਾਨਦਾਰ ਕੋਈ ਨਹੀਂ ਜੀ, ਤੁਹਾਡੇ ਵਰਗਾ ਸਕੀਮਾਂ ਬਣਾਉਣ ਵਾਲਾ ਕੋਈ ਨਹੀਂ ਜੀ, ਬਹੁਤ ਕੁਝ ਕਹਿਣਗੇ ਜੀ। ਤੁਸੀਂ ਕਹੋ ਭਾਈ ਮੈਂ ਜੋ ਹਾਂ ਉਹੀ ਹਾਂ ਜੀ। ਜਿੰਨੇ ਤੁਸੀਂ ਤੁਹਾਨੂੰ ਗੁਮਾਨ ਹੋ ਗਿਆ ਵੀ ਮੈਂ ਬਹੁਤ ਗਿਆਨ ਆ ਜੀ। कबीरा गर्व ना कीजिए ऊंचा देख आवास, आज काल पोए लेटना ऊपर जाना घास। कबीरा गर्व ना कीजिए रंक न हसीए कोई, अजे तो नौ समुद्र में क्या जानो क्या होए। अजे तो इन्हां दी नाव समुद्र च है, अजे पता नहीं की होना, पता नहीं की होना, ये भुलेखा ना रखना की चाहिए जी। फरीद साहब नूं याद रखना चाहिए जी। फरीदा रुखी मिस्सी खा के ठंडा पानी पी, देख पराई चोपड़िया ਅਸੈਂਬਲੀਆਂ ਦੀ ਚੋਪੜੀ ਜੀ, ਦੇਖ ਭਰਾਈ ਚੋਪੜੀ ਨਾ ਤਰਸਾਏ ਜੀ। ਜੀ ਹੈ ਬਿਲਕੁਲ। ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਉਹ ਚੋਪੜੀ ਖਾਧੀ ਆ ਇਸੀ ਅਸੈਂਬਲੀ ਦੀ, ਉਹ ਦੁੱਖ ਸਹਿਣਗੇ। ਕਾਠ ਦੀ ਰੋਟੀ ਖਾਣਾ ਸਿੱਖੋ ਜੀ। ਤੇ ਜੇ ਆਪਾਂ ਇੱਥੇ ਗੱਲ ਕਰੀਏ ਪੰਜਾਬ ਦੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਮੈਂ ਗੱਲ ਸੁਣੀ ਸੀ, ਬਹੁਤ ਇੱਕ ਵਿਦਵਾਨ, ਮਹਾਨ ਵਿਦਵਾਨ, ਉਹਨਾਂ ਨੇ ਕਹੀ ਹੋਈ ਸੀ ਕਿ ਜੇਕਰ ਤੁਸੀਂ ਲੋਕਾਂ ਤੇ ਆਪਣਾ ਹੱਥ ਜਮਾਉਣਾ ਤੇ ਕਹਿੰਦੇ ਲੋਕਾਂ ਨੂੰ ਇੰਨੇ ਕੁ ਗਰੀਬ ਕਰ ਦਿਓ ਕਿ ਲੋਕ ਕੱਲੀ ਜਿਹੜੀ ਆਜ਼ਾਦੀ ਆ, ਸਾਹ ਲੈਣਾ, ਜਿਹੜਾ ਕੱਲਾ ਸਾਹ ਲੈਣਾ, ਉਹਨੂੰ ਹੀ ਆਪਦੀ ਆਜ਼ਾਦੀ ਸਮਝਣ। ਇਹ ਗੱਲ ਸੀ। ਉਸੇ ਤਰ੍ਹਾਂ ਹੁਣ ਮੈਨੂੰ ਵੀ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇਹੀ ਕੁਝ ਚੱਲ ਰਿਹਾ, ਕਿਉਂਕਿ ਜੇਕਰ ਕੋਈ ਮੰਤਰੀ ਆ ਕੇ ਕਹਿ ਦਿੰਦਾ ਕਿ ਔਰਤਾਂ ਨੂੰ ਅਸੀਂ ਜਿਹੜੀਆਂ 18 ਸਾਲ ਤੋਂ ਉੱਤੇ ਦੀਆਂ ਨੇ ਉਹਨਾਂ ਨੂੰ ਵੀ ਅਸੀਂ 1000 ਰੁਪਏ ਦੇਵਾਂਗੇ, ਤਾਂ ਔਰਤਾਂ ਨੂੰ ਲੱਗਦਾ ਕਿ ਬਿਲਕੁਲ ਜੀ ਹਾਂ ਸਾਨੂੰ ਮਹੀਨੇ ਦਾ 1000 ਰੁਪਏ ਮਿਲੇਗਾ ਤੇ ਸਾਡੀ ਬੱਲੇ ਬੱਲੇ ਆ। ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਇੰਨੇ ਕੁ ਗਰੀਬ ਕਰ ਦਿੱਤਾ ਕਿ ਲੋਕਾਂ ਨੂੰ 1000 ਰੁਪਏ ਜਾਂ ਗੈਸ ਸਿਲੰਡਰ ਜਾਂ 1000 ਰੁਪਇਆ ਜਾਂ ਜਿਹੜੀ ਖੰਡ ਸਸਤੀ ਦੇ ਦਿੰਦੇ ਨੇ, 2 ਰੁਪਏ ਕਣਕ ਮਿਲ ਜਾਂਦੀ ਹੈ, ਸਿਰਫ ਇਹਨਾਂ ਚੀਜ਼ਾਂ ਜੋਗੀ ਕਰਤਾ ਇਹਨਾਂ ਨੇ। ਉਹ ਵਿਦਵਾਨ ਜ਼ਰੂਰ ਵੱਡੇ ਵਿਦਵਾਨ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਜੀ, ਪਰ ਉਹ ਚੋਪੜੀ ਖਾਣ ਵਾਲੇ ਸੀ ਜੀ। ਉਹ ਲੋਕਾਂ ਦੇ ਵਿਦਵਾਨ ਨਹੀਂ ਸੀਗੇ ਜੀ, ਲੋਕਾਂ ਨੂੰ ਰਾਏ ਦਿੰਦੇ ਸੀ। ਉਹ ਲੋਕਾਂ ਨੂੰ ਵੀ ਰਾਏ ਨਹੀਂ ਸੀ, ਉਹ ਰਾਜਿਆਂ ਨੂੰ ਹੀ ਰਾਏ ਸੀ ਵੀ ਇਹਨਾਂ ਨੂੰ ਗਰੀਬ ਕਰੋ। ਇਸੇ ਕਰਕੇ ਉਹਨਾਂ ਨੇ ਆਖਿਆ ਵੀ ਲੋਕਾਂ ਨੂੰ, ਤਾਂ ਹੀ ਉਸੇ ਚੋਂ ਇਹ ਜਿਹੜੇ ਦਲਿਤ ਨਿਕਲੇ, ਸ਼ਡਿਊਲਡ ਕਾਸਟ, ਉਸੇ ਗੱਲ ਚੋਂ ਨਿਕਲੇ ਹੋਏ ਨੇ ਵੀ ਇਹਨਾਂ ਨੂੰ ਇੰਨਾ ਨੀਵਾਂ ਕਰ ਦਿਓ ਵੀ ਆਪਦੇ ਆਪ ਨੂੰ ਬੰਦਾ ਹੀ ਨਾ ਸਮਝਣ, ਵੀ ਥੁੱਕ ਵੀ ਤੁਸੀਂ ਆਪਦਾ ਠੂਠਾ ਲੈ ਕੇ ਚੱਲੋ, ਪਿੱਛੇ ਇੱਕ ਝਾਫਾ ਬੰਨ੍ਹ ਕੇ ਰੱਖੋ ਤੁਹਾਡਾ, ਕਿਸੇ ਤੁਹਾਡੇ ਪੈਰਾਂ ਦੇ ਉੱਤੇ ਜਿੱਤੇ ਪਈ ਹੈ ਉਹਦੇ ਉੱਤੇ ਬ੍ਰਾਹਮਣ ਦੇ ਪੈਰ ਨਾ ਜਾਣ, ਦੂਰ ਦੂਰ ਤੋਂ ਥੋੜ੍ਹਾ ਪਰਛਾਵਾਂ ਨਾ ਪੈ ਜੇ ਬ੍ਰਾਹਮਣ ਤੇ ਹੈ, ਫਿਰ ਉਹੀ ਸਜ਼ਾ। ਬ੍ਰਾਹਮਣ ਨੂੰ ਸਜ਼ਾ ਹੈ ਹੀ ਨਹੀਂ, ਮੰਨ ਲਓ ਛਤਰੀ ਨੂੰ ਉਦੋਂ ਘੱਟ, ਵੈਸ਼ ਨੂੰ ਉਦੋਂ ਵੱਧ, ਵੈਸ਼ ਨੂੰ ਉਦੋਂ ਵੱਧ, ਤੇ ਸ਼ੂਦਰ ਨੂੰ ਤਾਂ ਕਈ ਗੁਣਾ ਵੱਧ। ਸੋ ਇਹ ਉਹ ਵਿਦਵਾਨ ਨੇ ਜਿਹੜੇ ਵਿਦਵਾਨ ਰਾਜ ਕਰਨ ਵਾਲਿਆਂ ਦੇ ਨੇ, ਮੁੱਠੀ ਭਰ ਲੋਕਾਂ ਦੇ ਵਿਦਵਾਨ, ਉਹ ਅੱਜ ਵੀ ਹੈਗੇ ਨੇ, ਉਹ ਆਏ ਨਹੀਂ ਵੀ ਪਹਿਲਾਂ ਸੀਗੇ। ਅੱਜ ਦੇ ਉਹੀ ਵਿਦਵਾਨ ਕਹਿੰਦੇ ਨੇ ਸਾਰਾ ਕੁਝ ਅੰਬਾਨੀ ਅਡਾਨੀ ਦੇ ਹਵਾਲੇ ਕਰ ਦਿਓ, ਤੁਸੀਂ ਐਸ਼ ਕਰੋਗੇ ਜੀ।
ਖੇਤੀ ਕਰ ਦੋ ਬੰਦ, ਸ਼ਹਿਰਾਂ 'ਚ ਜਾ ਕੇ ਪਲੰਬਰ ਬਣ ਜਾਓ, ਸ਼ਹਿਰਾਂ 'ਚ ਜਾ ਕੇ ਸਫਾਈ ਕਰਨ ਲੱਗ ਜਾਓ, ਸ਼ਹਿਰਾਂ 'ਚ ਜਾ ਕੇ ਟੈਕਸੀਆਂ ਚਲਾਉਣ ਲੱਗ ਜਾਓ, ਤੁਸੀਂ ਐਸ਼ ਕਰੋਗੇ। ਆਹ ਕਿਰਤ ਨਾਲੋਂ ਤੋੜ ਰਹੇ ਨੇ। ਬਾਬੇ ਨਾਨਕ ਦਾ ਸਿਧਾਂਤ ਹੈ ਕਿਰਤ ਦਾ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਤੇ ਉਹ ਕਿਰਤ ਨਾਲੋਂ ਤੋੜ ਕੇ ਉਹ ਕਾਰਪੋਰੇਟਾਂ ਦੇ ਕੋਲੇ ਇਕੱਠਾ ਕਰਨਾ ਚਾਹੁੰਦੇ ਨੇ। ਪਰ ਉਹ ਹਾਲਤ ਇਹ ਹੈ, ਇਸ ਜਰ ਕਾਰਨ ਕਨੀ ਵਿਗੁਤੀ, ਇਹ ਜਰ ਕਨੀ ਖੁਆਈ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ। ਜੇ ਆਪਾਂ ਗੱਲ ਕਰੀਏ, ਕੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਹੋਰਾਂ ਨਾਲ ਗੱਲ ਹੋਈ ਸਾਡੀ, ਤੇ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਜੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਆਪਾਂ ਦੁਬਾਰੇ, ਨਾ ਤਾਂ ਇੱਕ ਪਲਾਨ 'ਚ ਹੋ ਸਕਦਾ, ਨਾ ਹੀ ਇਹ 5 ਸਾਲਾਂ 'ਚ ਹੋ ਸਕਦਾ, ਬਹੁਤ ਲੰਬੀ ਪ੍ਰੋਸੈਸ ਹੈ, ਕਿਉਂਕਿ ਡੈਮੇਜ ਹੈ ਜਿਹੜੀ ਪੰਜਾਬ ਨੂੰ ਚਾਰੇ ਪਾਸਿਓਂ ਜਿਹੜੀ ਆਪਾਂ ਚੌਂ ਤਰਫਾ ਡੈਮੇਜ ਹੋਈ ਹੋਈ ਹੈ ਪੰਜਾਬ ਨੂੰ। ਸੋ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਇਹ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਕਿ ਤੁਹਾਨੂੰ ਇਹ ਦੇ ਦਾਂਗੇ, ਤੁਹਾਨੂੰ ਉਹ ਦੇ ਦਾਂਗੇ, ਅਸਲ ਦੇ ਵਿੱਚ ਜਿਹੜੇ ਵਾਅਦੇ ਕੀਤੇ ਨੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਹ ਗੱਲ ਕਰ ਲਈਏ, ਉਹਨਾਂ ਨੇ ਵਾਅਦੇ ਕੀਤੇ, ਤੇ ਸੰਜੀਵ ਵਸ਼ਿਸ਼ਟ ਜੀ ਨਾਲ ਵੀ ਸਾਡੀ ਗੱਲ ਹੋਈ ਸੀ, ਉਹ ਕਹਿੰਦੇ ਕਿ ਇਹਨਾਂ ਨੇ ਪੰਜਾਬ ਦਾ ਬਜਟ 'ਚ ਮੰਨ ਲਓ 16,000 ਕਰੋੜ ਆ, ਤੇ ਇਹਨਾਂ ਨੇ 32,000 ਕਰੋੜ ਦੇ ਵਾਅਦੇ ਕਰਤੇ, ਤੇ ਪੂਰੇ ਕਿਵੇਂ ਕਰਨਗੇ? ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਗਰਾਊਂਡ ਲੈਵਲ ਤੇ ਪਹਿਲਾਂ ਜਿਹੜੇ ਮਾੜੀਆਂ ਮੋਟੀਆਂ ਲੋਕਾਂ ਦੀਆਂ ਆਮ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ, ਨਾ ਕਿ ਸਾਨੂੰ ਵੱਡੇ ਵੱਡੇ ਵਾਅਦੇ ਕਰਨੇ ਚਾਹੀਦੇ ਨੇ, ਪਲੰਦੇ ਬਣਾ ਕੇ ਉਹਨਾਂ ਦੇ ਮੂਹਰੇ ਸੁੱਟਣੇ ਚਾਹੀਦੇ? ਕਿਹੜੀ ਪਾਰਟੀ ਹੈ ਜਿਹੜੀ ਵਾਅਦਿਆਂ ਤੋਂ ਖਾਲੀ ਹੈ? ਇੱਕੋ ਖਜ਼ਾਨੇ ਦੀ ਮਾਲਕੀ ਹੈਗੀ ਥੋੜੇ ਸਮੇਂ ਵਾਸਤੇ, ਉਹ ਖਜ਼ਾਨੇ ਚੋਂ ਕਰਜ਼ਾ ਲੈ ਕੇ। ਤੁਹਾਨੂੰ ਇਹ ਪਤਾ ਵੀ ਜਿਹੜਾ ਬਜਟ ਮਨਪ੍ਰੀਤ ਬਾਦਲ ਜੀ ਨੇ ਪੇਸ਼ ਕਰਿਆ ਸੀ, ਉਹਦੇ 'ਚ 31 ਮਾਰਚ ਨੂੰ ਅਜੇ ਆਉਣੀ ਹੈ, ਉਦੋਂ ਤੱਕ ਕਰਜ਼ਾ ਹੁਣ ਅਸੀਂ 2 ਕਰੋੜ 73 ਲੱਖ ਦਾ, 2,73,000 ਕਰੋੜ ਦਾ, ਤੇ 2,73,000 ਕਰੋੜ ਦਾ 3 ਲੱਖ ਕਰੋੜ ਹੋ ਚੁੱਕਿਆ। ਆਹੀ ਉਹ ਤਾਂ ਉਹਨਾਂ ਨੂੰ ਕੀ ਹੈ, ਇੱਕ ਜਵਾਕ ਆਪਦੀ ਜ਼ਮੀਨ ਤੇ ਕਬਜ਼ਾ ਕਰਕੇ ਰੱਖਣਾ ਚਾਹੁੰਦਾ ਹੈ, ਉਹ ਸਾਰਿਆਂ ਨੂੰ ਕਹੀ ਜਾਂਦਾ ਵੀ ਤੁਹਾਨੂੰ ਆਹ ਲੈ ਦੂੰ, ਤੈਨੂੰ ਸਕੂਟਰ ਲੈ ਦੂੰ, ਤੈਨੂੰ ਵਰਦੀ ਲੈ ਦੂੰ, ਉਹ ਨਾਲੇ ਕੋਲ ਜ਼ਮੀਨ ਨਹੀਂ ਰੱਖੀ ਜਾਂਦਾ। ਸੋ ਕਰਜ਼ਾ ਲੈ ਕੇ ਜੋ ਮਰਜ਼ੀ ਹੈ, ਕਹਿੰਦਾ ਘਿਓ ਬਣਾਵੇ ਤੋਰੀਆਂ ਬੜੀ ਬਹੂ ਦਾ ਨਾਂ, ਕਰਜ਼ਾ ਲੈ ਕੇ ਦੇਈ ਜਾਣਾ ਤੇ ਠੀਕ ਹੈ। ਫਿਰ ਪੰਜਾਬ ਦੇ ਜੋ ਮੈਂ ਕਰਜ਼ਾ ਚੜੀ ਜਾਣਾ। ਇਹ ਨਹੀਂ ਹੈ ਜਿਹੜਾ 20-25 ਸਾਲ 'ਚ ਵੀ ਜਿਹੜਾ ਆਪਾਂ ਕਹਿੰਦਾ ਸਮੇਂ ਨਾਲ ਵੀ ਠੀਕ ਹੋਣਾ ਹੈ, ਸਮੇਂ ਘੱਟ 'ਚ ਵੀ ਠੀਕ ਹੋ ਸਕਦਾ ਹੈ। ਸਵਾਲ ਇਹ ਲਹਿਰ ਕਿੱਡੀ ਹੈ, ਕਿਉਂਕਿ ਮੈਂ ਕਰਕੇ ਦੇਖਿਆ। ਮੈਂ ਯੂਨੀਵਰਸਿਟੀ 'ਚ ਗਿਆ, ਉੱਥੇ ਕੋਈ ਬਿਲਡਿੰਗ ਨਹੀਂ ਬਣੀ ਹੋਈ ਸੀ, ਸਭ ਸ਼ੈੱਡਾਂ ਚੱਲਦਾ ਸੀ ਕਾਲਜ, ਯੂਨੀਵਰਸਿਟੀ ਦੀ, ਕਾਲਜ ਦੀ। ਵੈਸੇ 3 ਸਾਲ ਹੀ ਰਿਹਾ ਉੱਥੇ, 20 ਸਾਲ ਦਾ ਪਲਾਨ ਨਹੀਂ ਹੋ ਸਕਦਾ ਤੁਹਾਡਾ। 3 ਸਾਲ 'ਚ ਅਸੀਂ 25 ਕਰੋੜ ਰੁਪਏ ਸੀ ਸਾਡੇ ਕੋਲ, ਸਰਕਾਰ ਕੋਈ ਪੈਸਾ ਨਹੀਂ ਜੀ, 65 ਕਰੋੜ ਛੱਡ ਕੇ ਆਏ ਆ, ਸਾਰੀਆਂ ਬਿਲਡਿੰਗਾਂ ਬਣਾ ਕੇ ਆਇਆ, ਪੇਪਰ ਲੀਕ ਹੁੰਦਾ ਸੀ ਉਹ ਬੰਦ ਕਰਕੇ ਆਇਆ, ਤੇ 200 ਮਰੀਜ਼ ਆਉਂਦਾ ਸੀ ਹਸਪਤਾਲ 'ਚ, 1100 ਆਉਣ ਲੱਗ ਗਿਆ ਸੀ। ਅੱਜ ਮੈਨੂੰ 12 ਸਾਲ ਹੋ ਗਏ ਤਕਰੀਬਨ ਛੱਡੇ ਨੂੰ, 12-13 ਸਾਲ, ਤੇ ਅੱਜ ਜੇ 1100 ਤੋਂ 1300 ਹੋ ਗਿਆ ਹੋਵੇ ਤਾਂ ਮੈਂ ਮੰਨ ਲਾਂਗਾ ਵੀ ਕੁਛ ਕੰਮ ਹੋਇਆ। ਸੋ ਕੰਮ ਐ ਨਹੀਂ ਹੁੰਦਾ, ਕੰਮ ਯੋਜਨਾਬੰਦੀ, ਤੁਹਾਡੇ ਪਿੱਛੇ ਤਾਕਤ ਖੜੀ ਹੋਵੇ। ਉਦੋਂ ਸਾਡੇ ਪਿੱਛੇ ਸਰਕਾਰ ਦੀ ਤਾਕਤ ਖੜੀ ਸੀ, ਮੰਤਰੀ ਸਾਡੇ ਉਲਟ ਸੀਗਾ, ਪਰ ਸਰਕਾਰ ਭਾਵੇਂ ਅਕਾਲੀਆਂ ਦੀ 2 ਸਾਲ ਅਕਾਲੀਆਂ ਦੀ ਸਰਕਾਰ ਰਹੀ, ਕਰਦੇ ਬੀਜੇਪੀ, 1 ਸਾਲ ਸਾਡੇ ਉਸ ਦੀ ਰਹੀ ਕਾਂਗਰਸ ਦੀ। ਕਾਂਗਰਸ ਦਾ ਮੰਤਰੀ ਵੀ ਮੈਡਮ ਭੱਠਲ ਸੀਗੇ, ਉਹ ਸਾਡੇ ਨਾਲ ਸੀਗੇ, ਕੈਪਟਨ ਅਮਰਿੰਦਰ ਸਿੰਘ ਵੀ ਸਾਡੇ ਨਾਲ ਸੀ, ਵੀ ਚੱਕ ਦੋ ਫੱਟੇ ਠੀਕ ਕਰੋ। ਬਾਦਲ ਸਾਹਿਬ ਦੀ ਸਰਕਾਰ 'ਚ ਮੰਤਰੀ ਸਾਡੇ ਉਲਟ ਸੀ, ਬੀਜੇਪੀ ਦਾ ਮੰਤਰੀ ਸੀ, ਉਹ ਤਾਂ ਸਾਨੂੰ ਰੋਜ਼ ਹੀ ਤੰਗ ਕਰਦਾ ਸੀ, ਕੋਰਟਾਂ 'ਚ ਕੇਸ ਪਵਾਉਂਦਾ ਸੀ। ਸਾਡਾ ਬੋਰਡ ਆਫ ਮੈਨੇਜਮੈਂਟ ਉਲਟ ਸੀ, ਜਿਹੜਾ ਹੁਣ ਲੋਕ ਅਧਿਕਾਰ ਲਹਿਰ 'ਚ ਵੀ ਉਹ ਬੰਦਾ ਹੈਗਾ, ਤੇ ਇਹਦੇ ਬਾਵਜੂਦ ਅਸੀਂ ਕਰੇ ਕਿਉਂਕਿ ਸਾਨੂੰ ਸਪੋਰਟ ਸੀ, ਮੁੱਖ ਮੰਤਰੀ ਦੀ। ਦੋਨਾਂ ਮੁੱਖ ਮੰਤਰੀ ਸਪੋਰਟ ਰਹੀ ਹੈ, ਸਰਕਾਰਾਂ ਤਾਂ 2 ਵੱਖਰੀਆਂ ਸੀਗੀਆਂ। ਗਵਰਨਰ ਸਾਹਿਬ ਦੀ ਸਾਨੂੰ ਸਪੋਰਟ ਸੀ, ਉਹ ਸਾਡੇ ਚਾਂਸਲਰ ਹੁੰਦੇ ਨੇ, ਅਸੀਂ ਕਰਤਾ। ਸੋ ਜਦ ਤੁਸੀਂ ਕਰਦੇ ਹੋ, ਤੁਹਾਨੂੰ ਤਾਕਤ ਚਾਹੀਦੀ ਹੈ। ਤਾਕਤ ਹੁਣ ਲੋਕਾਂ 'ਚੋਂ ਮਿਲਣੀ ਹੈ ਐਡੀ ਵੱਡੀ ਚੇਂਜ ਵਾਸਤੇ, ਉਹ ਲੋਕਾਂ 'ਚ ਤਾਂ ਹੈ ਨਹੀਂ। ਜੇ ਲੋਕਾਂ ਨੂੰ ਤਾਂ ਭਰੋਸਾ ਹੀ ਨਹੀਂ ਇਹਨਾਂ ਪਾਰਟੀਆਂ ਤੇ, ਭਰੋਸਾ ਹੋਏਗਾ ਹੀ ਨਹੀਂ। ਤੁਸੀਂ ਲੋਕਾਂ ਦੀ ਲਹਿਰ 'ਚ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ 'ਤੇ ਭਰੋਸਾ ਹੈ ਸੀ ਕਿ ਨਹੀਂ? ਹੈਗਾ ਸੀ ਨਾ? ਕਿਉਂ ਹੋਇਆ ਸੀ? ਪਹਿਲਾਂ ਇਹੀ ਜਥੇਬੰਦੀਆਂ ਸੀ, ਪਹਿਲਾਂ ਨਹੀਂ ਸੀ, ਕਿਉਂਕਿ ਇਹਨਾਂ ਨੇ ਠੀਕ ਲੜਾਈ ਲੜੀ। ਸੋ ਇਦਾਂ ਹੀ ਹੋਣਾ, ਜੇ ਲੜਾਈ ਥੋੜੀ ਲੰਬੀ ਕਰਦੇ ਤਾਂ ਹੋ ਜਾਂਦਾ। ਬੀਜੇਪੀ ਤਾਂ ਹੁਣ ਯੂਪੀ ਜਿੱਤਣਾ ਚਾਹੁੰਦੀ ਹੈ। ਹੁਣ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਮੈਂ ਕਹਾਂਗਾ, ਟਕਾਇਆ ਸਾਹਿਬ ਨੇ ਬਹੁਤ ਸੋਹਣਾ ਬਿਆਨ ਦਿੱਤਾ ਹੈ, ਸਿਰਸਾ ਸਾਹਿਬ ਨੇ ਬਹੁਤ ਸੋਹਣਾ ਬਿਆਨ ਦਿੱਤਾ ਹੈ, ਉਗਰਾਹਾਂ ਸਾਹਿਬ ਨੇ ਬਹੁਤ ਸੋਹਣਾ ਬਿਆਨ ਦਿੱਤਾ ਹੈ, ਦਰਸ਼ਨਪਾਲ ਨੇ, ਤੇ ਇਹ ਜੇ ਡਕੌਂਦਾ ਦੀ ਜਥੇਬੰਦੀ ਉਹ ਵੀ ਵੱਖਰੀ ਹੋ ਗਈ। ਮੈਨੂੰ ਲੱਗਦਾ ਹੈ ਵੀ ਸੰਯੁਕਤ ਕਿਸਾਨ ਮੋਰਚਾ ਜਿਵੇਂ 26 ਨੂੰ ਢਾਹ ਲੱਗੀ ਸੀ, ਜਿਵੇਂ ਸਿੰਘੂ ਬਾਰਡਰ 'ਤੇ ਬੰਦਾ ਟੰਗ ਕੇ ਢਾਹ ਲਾਉਣ ਦੀ ਕੋਸ਼ਿਸ਼ ਕਰੀ ਸੀ ਸਰਕਾਰੀਆਂ ਏਜੰਸੀਆਂ ਨੇ, ਜਿਵੇਂ ਲਖੀਮਪੁਰ ਖੇੜੀ 'ਚ ਢਾਹ ਲਾਉਣ ਦੀ ਕੋਸ਼ਿਸ਼ ਕਰੀ ਸੀ, ਜਿਵੇਂ ਇੱਥੇ ਵੀ ਸਿਰ ਪਾੜ ਦੋ ਕਹਿ ਕੇ ਖੱਟੜ ਸਾਹਿਬ ਨੇ ਕਿਹਾ ਸੀ ਕਿਸਾਨਾਂ ਵਾਲੇ ਕੱਪੜੇ ਪਾ ਕੇ ਜਾ ਕੇ ਇਹਨਾਂ ਦੇ ਸਿਰ ਪਾੜਨੇ, ਜੈਸੇ ਕੁਝ ਐਸਾ ਹੋ ਜਾਓ, ਉਹਦੇ 'ਚੋਂ ਨਿਕਲ ਕੇ ਆਇਆ ਹੈ, ਇਹ 'ਚੋਂ ਵੀ ਨਿਕਲ ਕੇ ਆਏਗਾ ਜੀ। ਤੇ ਆਖਰੀ ਚਲੋ ਸਮਾਂ ਥੋੜਾ ਘੱਟ ਹੈ, ਤੇ ਆਖਰ ਦੇ ਵਿੱਚ, ਕਿਉਂਕਿ ਇਹ ਮੈਂ ਗੱਲ ਪਹਿਲਾਂ ਵੀ ਕਹਿਣਾ ਹੁੰਦਾ, ਜਿਹੜੇ ਆਪਾਂ ਸਿਆਸੀ ਮਾਹਿਰ ਨੇ ਜਾਂ ਆਪਾਂ ਪੋਲੀਟੀਸ਼ੀਅਨਾਂ ਨੂੰ ਮਿਲਦੇ, ਆਪਾਂ ਇੱਕੋ ਗੱਲ ਕਹੀਦੀ ਹੈ ਕਿ ਲੋਕਾਂ ਨੇ ਤੁਹਾਨੂੰ ਬਣਾਉਣਾ, ਜੋ ਵੀ ਬਣਾਉਣਾ। ਦੇਖੋ ਆਮ ਜਨਤਾ ਜਿਹੜੀ, ਉਹਨਾਂ ਦੇ ਦਿਲਾਂ 'ਚ ਘਰ ਕਰਨਾ ਪੈਣਾ ਤੁਹਾਨੂੰ। ਜੇਕਰ ਉਹ ਨਹੀਂ ਮੰਨਦੇ, ਜੇ ਆਪਾਂ ਕਹੀਏ ਘਰ ਦਾ ਟੱਬਰ ਹੀ ਸਾਡੇ ਘਰ ਦੇ ਮੁਖੀ ਦੇ ਨਾਲ ਨਹੀਂ ਆਇਆ, ਤਾਂ ਇਕੱਲਾ ਮੁਖੀ ਕੁਝ ਨਹੀਂ ਕਰ ਸਕਦਾ। ਸੋ ਉਹ ਜਿਹੜੇ ਸੂਝਵਾਨ ਵੋਟਰ ਨੇ, ਜਿਨ੍ਹਾਂ ਨੇ ਸਰਕਾਰ ਬਣਾਉਣੀ ਹੈ, ਸਮਾਂ ਬਹੁਤ ਥੋੜਾ ਰਹਿ ਗਿਆ। ਚਲੋ ਓਮਿਕਰੋਨ ਦੇ ਨਾਲ ਕੀ ਫਰਕ ਪੈਂਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਬਟ ਉਹਨਾਂ ਨੂੰ ਤੁਸੀਂ ਇੱਕ ਸੁਨੇਹਾ ਜਿਹੜਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੂਝਵਾਨ ਵੋਟਰਾਂ ਨੂੰ, ਇੱਕ ਲਾਈਨ 'ਚ ਹੀ ਕਹਾਂਗਾ ਜੀ,
ਜਿਹਨੇ ਸਾਨੂੰ ਬਦਨੀ ਕਰਿਆ ਹੈ, ਜੀ ਜਿਹਨੇ ਸਾਡਾ 700 ਬੰਦਾ ਸ਼ਹੀਦ ਕਰਾਇਆ ਹੈ, ਜਿਹਨੇ ਸਾਨੂੰ ਠੰਡ 'ਚ ਗਰਮੀ 'ਚ ਮੀਂਹ 'ਚ ਉੱਤੇ ਬਿਠਾਇਆ ਹੈ, ਸਾਡੇ ਬਾਪੂ ਬਜ਼ੁਰਗਾਂ ਨੂੰ ਉੱਥੇ ਬਦੀਨ ਕਰਿਆ ਹੈ, ਜਿਹਨੇ ਸਾਡੇ ਤੇ ਦੋਸ਼ ਲਾਏ ਨੇ ਵੀ ਇਹ ਖਾਲਿਸਤਾਨੀ ਨੇ, ਨਕਸਲਾਈਟ ਨੇ, ਜਿਹਨੇ ਸਾਡੀਆਂ ਮਾਵਾਂ ਨੂੰ ਇਹ ਕਹਾਇਆ ਹੈ ਕਿ ਇਹ ਤਾਂ ਮੁੱਢ ਦੀਆਂ ਆਈਆਂ ਨੇ, ਇਹ ਤਾਂ 400 ਰੁਪਏ ਲੈ ਕੇ ਆ ਜਾਂਦੇ ਨੇ, ਇੱਕ ਜਵਾਕੜੀ ਕਹਿ ਰਹੀ ਹੈ, ਹੋਵੇਗੀ ਉਹ ਟੀਵੀ ਦੀ ਐਂਕਰ, ਉਹਨਾਂ ਨੂੰ ਸਬਕ ਸਿਖਾ ਦਿਓ। ਹੋਰ ਜਿਹਨੂੰ ਮਰਜ਼ੀ ਜਿਤਾਇਓ, ਉਹਨਾਂ ਨੂੰ ਸਬਕ ਸਿਖਾਉਣਾ ਹੈ। ਜਿਹੜੇ ਉਹਨਾਂ ਦੇ ਨਾਲ ਨੇ ਜੀ ਉਹ ਤੁਹਾਡੇ ਗਦਾਰ ਨੇ, ਤੁਹਾਨੂੰ ਸ਼ਹੀਦ ਉਹ ਕਰਾਉਣ 'ਚ ਸ਼ਾਮਲ ਨੇ, ਚਾਹੇ ਉਹਨਾਂ ਨੇ ਕਿਸੇ ਵਕਤ ਤੁਹਾਡੀ ਮਦਦ ਵੀ ਕਰੀ ਹੋਵੇ। ਉਹਨਾਂ ਸਾਰਿਆਂ ਨੂੰ ਹਰਾਓ, ਉਹਨਾਂ ਨੂੰ ਹੁੰਜਾ ਫੇਰ ਦਿਓ, ਬਾਕੀ ਜਿਹਨੂੰ ਮਰਜ਼ੀ ਵੋਟ ਪਾਓ। ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਤੁਸੀਂ ਸੁਣਿਆ ਡਾਕਟਰ ਪਿਆਰੇ ਲਾਲ ਗਰਗ ਜੀ ਇੱਕ ਬਹੁਤ ਵੱਡੇ ਸਿਆਸੀ ਮਾਹਿਰ ਨੇ। ਇਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਹੁਣ ਤੱਕ ਦੀ ਉਹ ਸਿਰਫ ਇਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜੀ ਬਤਾਈ ਆ। ਬਹੁਤ ਐਕਸਪੀਰੀਅੰਸ ਨੇ, ਸਾਡੇ ਨਾਲ ਗੱਲਬਾਤ ਕੀਤੀ ਇਹਨਾਂ ਨੇ, ਸਭ ਕੁਝ ਦੱਸਿਆ ਕਿ ਕਿਵੇਂ ਜਿਹੜਾ ਪੰਜਾਬ ਦਾ ਭਲਾ ਹੋ ਸਕਦਾ, ਕਿਵੇਂ ਪੰਜਾਬ ਆ ਜਿਹੜਾ ਉਹ ਖਰਾਬ ਹੋ ਰਿਹਾ, ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਜਿਹੜੇ ਗਲਤ ਲੋਕ ਨੇ ਉਹ ਆ ਕੇ ਰਾਜਨੀਤੀ ਨੂੰ ਵੀ ਗੰਦਲਾ ਕਰ ਰਹੇ ਨੇ। ਸੋ ਨਾਲ ਦੀ ਨਾਲ ਉਹ ਜਗ੍ਹਾ ਨੂੰ ਵੀ ਗੰਦਲੀ ਕਰ ਰਹੇ ਨੇ ਜਿਹੜੀ ਕਿਸੇ ਸਮੇਂ ਪਵਿੱਤਰ ਹੁੰਦੀ ਸੀ। ਆਖਰ ਦੇ ਵਿੱਚ ਇਹਨਾਂ ਨੇ ਸੁਨੇਹਾ ਦਿੱਤਾ ਕਿ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਵਾਇਆ, ਸਾਡੀਆਂ ਮਾਵਾਂ ਨੂੰ, ਸਾਡੀਆਂ ਭੈਣਾਂ ਨੂੰ ਗਲਤ ਬੋਲੇ, ਸਾਡੇ ਜਿਹੜੇ ਹੱਕ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਰੋਟੀ ਖਾਂਦੇ ਹਾਂ ਤੇ ਜਿਹਦੇ ਸਿਰ ਤੇ ਅਸੀਂ ਆਪਣੀ ਜ਼ਿੰਦਗੀ ਚਲਾਉਣੀ ਹੈ, ਉਹ ਵੀ ਸਾਡੇ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਵੱਲ ਕਦੇ ਵੀ ਨਾ ਜਾਏ। ਉਸ ਤੋਂ ਇਲਾਵਾ ਜਿਹੜੀ ਪਾਰਟੀ ਨੂੰ ਤੁਹਾਨੂੰ ਵਧੀਆ ਲੱਗਦੀ, ਉਹਨਾਂ ਤੋਂ ਇਲਾਵਾ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਉਸ ਵੱਲ ਜਾਓ। ਦੇਖੋ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਗੇ ਜਾ ਕੇ ਪੰਜਾਬ ਦੀ ਕੀ ਡਿਵੈਲਪਮੈਂਟ ਹੁੰਦੀ ਹੈ, ਪੰਜਾਬ ਉਭਾਰ ਵੱਲ ਜਾਂਦਾ ਜਾਂ ਪੰਜਾਬ ਨਿਗਾਰ ਵੱਲ ਜਾਂਦਾ। ਸੋ ਹੁਣ ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਦ ਸਟੋਰੀ ਟੀਵੀ।